विनोद कुमार है तो एक गैरी धालीवाल है, ये सारे एक इन्हें माँ प्यो रजनी बाला दे इन्हें सारा की रली मिली भुगत हैगी। ਉਹਦੇ ਤੋਂ 8 ਲੱਖ 10,000 रुपये हरिंदर तो लेता ਤੇ 8 ਲੱਖ रुपये मेरे तो लेता। ਜੇ ਉਹ ਕਹਿ ਰਹੀ ਹੈ ਕਿ ਮੇਰੇ ਨਾਲ ਉੱਥੇ ਗਲਤ ਕੰਮ ਹੁੰਦਾ ਸੀਗਾ, ਮੈਨੂੰ ਉੱਥੇ ਜ਼ੋਰ ਜ਼ਬਰਦਸਤੀ ਕੀਤੀ, ਸਾਨੂੰ ਬੁਲਾਉਂਦਾ ਉੱਥੇ ਉਹਦਾ ਕੀ ਮਤਲਬ ਸੀਗਾ? ਕਿ ਸਾਨੂੰ ਵੀ ਇਹਦਾ ਮਤਲਬ ਇਹੀ ਸੀ ਨਾ ਵੀ ਸਾਨੂੰ ਵੀ ਉੱਥੇ ਬੁਲਾ ਕੇ ਉਹ 420 ਨੰਬਰ ਕੰਮਾਂ ਦੂਜੇ ਕੰਮਾਂ 'ਚ ਪਾਉਣਾ ਚਾਹੁੰਦੀ ਸੀ। ਤਾਂ ਉਹਨੇ 570 ਲੈਤਾ ਜੀ। ਬੈਂਕ ਦੀ ਸਟੇਟਮੈਂਟ ਉਹ ਹੈਗੀ 27 ਲੱਖ ਦੀ ਕਰੀਬ, ਬਾਕੀ ਪੈਸੇ ਆ ਉਹ ਹੈਗੇ ਆ ਬਾਈ ਹੈਂਡ। ਕਿੰਨੀ ਰਕਮ ਟੋਟਲ? 32 ਲੱਖ ਰੁਪਏ। दीपू ने रजनी ने घरे बैठ के की है फेस टू फेस, सर घरे भी 12 लाख रुपया लगूगा। भी 8 लाख रुपया भी पहला लगूगा, भी सारा 17 लाख रुपया हैगा। ਸਾਰੀ 17 ਲੱਖ ਦੀ ਗੱਲ ਹੋਈ। सारे 17 लाख च गल हुई सी। ਜਦੋਂ ਰਜਨੀ ਬਾਲਾ ਨੂੰ ਵੀ ਇਸ ਗੱਲ ਦਾ ਪਤਾ ਸੀ ਮੇਰਾ ਮੁੰਡਾ ਗਲਤ ਸੀ, ਫਿਰ ਰਜਨੀ ਬਾਲਾ ਨੇ ਉਹਦੇ ਨਾਲ ਰਿਲੇਸ਼ਨ ਕਿਉਂ ਬਣਾਈ? ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ ਮੈਂ ਹਾਂ ਕੁਲਦੀਪ ਘੋੜੀਆ। ਦਰਸ਼ਕੋ ਪਿਛਲੇ ਦਿਨੀ ਇੱਕ ਰਜਨੀ ਬਾਲਾ ਮਹਿਲਾ ਵੱਲੋਂ ਹਮਦਰਦ ਟੀਵੀ ਤੇ ਆ ਕੇ ਆਪਣੀ ਸਾਰੀ ਕਹਾਣੀ ਸਟੋਰੀ ਸੁਣਾਈ ਸੀ। ਉਸਨੇ ਕਿਹਾ ਸੀ ਕਿ ਮੈਨੂੰ ਕੈਨੇਡਾ ਦੀ ਧਰਤੀ ਤੇ ਲਿਜਾਣ ਵਾਸਤੇ ਇੱਕ ਗੈਰੀ ਧਾਲੀਵਾਲ ਤੇ ਇੱਕ ਹੋਰ ਵਿਅਕਤੀ ਵਿਨੋਦ ਕੁਮਾਰ, ਉਹਨਾਂ ਨੇ ਮੈਨੂੰ ਕੈਨੇਡਾ ਲਿਜਾਣ ਦੀ ਥਾਂ ਕੰਬੋਲੀਆ ਛੱਡਿਆ ਔਰ ਮੇਰੇ ਨਾਲ ਠੱਗੀ ਮਾਰੀ। ਉਹਨੇ ਇਹ ਵੀ ਕਿਹਾ ਕਿ ਉਹ ਲੋਕ ਮੈਨੂੰ ਜਬਰੀ ਜੈਸਮ ਫਰੋਸੀ ਦੇ ਧੰਦੇ 'ਚ ਪਾਉਣਾ ਚਾਹੁੰਦੇ ਸੀ। ਉਹ ਕਹਿੰਦੀ ਮੈਂ ਡਰ ਗਈ ਸੀ, ਸਹਿਮ ਗਈ ਸੀ, ਮੇਰੇ ਉੱਥੇ ਨਸ਼ੇ ਵਾਲੇ ਟੀਕੇ ਲਾਏ ਜਾਂਦੇ ਸੀ। ਪਰ ਦੂਜੇ ਪਾਸੇ ਇਹ ਬਹੁਤ ਸਾਰੇ ਲੋਕ ਇਕੱਠੇ ਹੋਏ ਨੇ, ਇਹਨਾਂ ਨਾਲ ਠੱਗੀ ਵੱਜੀ ਹੈ। ਉਹ ਕਹਿ ਰਹੀ ਹੈ ਕਿ ਮੇਰੇ ਨਾਲ ਠੱਗੀ ਵੱਜੀ ਹੈ, ਪਰ ਇਹ ਕਹਿ ਰਿਹਾ ਕਿ ਸਾਡੇ ਨਾਲ ਠੱਗੀ ਵੱਜੀ ਹੈ। ਇਹ ਕਹਿ ਰਿਹਾ ਕਿ ਰਜਨੀ ਬਾਲਾ ਨੇ ਸਾਡੇ ਤੋਂ ਲੱਖਾਂ ਰੁਪਏ ਬਟੋਰੇ ਕੈਨੇਡਾ ਲਿਜਾਣ ਦਾ ਝਾਂਸਾ ਦਿੱਤਾ, ਪਰ ਇੱਕ ਵੀ ਕਿਸੇ ਵੀ ਵਿਅਕਤੀ ਨੂੰ ਨਹੀਂ ਲੈ ਕੇ ਗਈ। ਇੱਥੋਂ ਤੱਕ ਕਿ ਉਹਨਾਂ ਨੇ ਇਹਨਾਂ ਲੋਕਾਂ ਨੂੰ ਆਫਰ ਲੈਟਰ ਵੀ ਭੇਜੇ ਕਿ ਤੁਹਾਨੂੰ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਜਿਹੜਾ ਲੈ ਕੇ ਜਾਵਾਂਗੇ। ਕਿਸੇ ਨੂੰ ਟਰੱਕ ਡਰਾਈਵਰ ਕਿਹਾ, ਕਿਸੇ ਨੂੰ ਬੁਟੀਕ ਦੇ ਕੰਮ ਤੇ ਕਿਹਾ, ਕਿਸੇ ਨੂੰ ਮਾਲ ਚਲਾਉਣ ਦੀ ਗੱਲ ਕੀਤੀ। ਕੁਝ ਹੀ ਸਮੇਂ 'ਚ ਆਪਣੇ ਰਿਸ਼ਤੇਦਾਰਾਂ 'ਚੋਂ ਲੱਖਾਂ ਰੁਪਏ ਲਏ। 70 ਲੱਖ ਤੋਂ ਵਧੇਰੀ ਰਕਮ ਬਣਦੀ ਹੈ। ਪਰ ਰਜਨੀ ਬਾਲਾ ਖੁਦ ਕਹਿ ਰਹੀ ਹੈ ਕਿ ਮੇਰੇ ਨਾਲ 80,000 ਦੀ ਠੱਗੀ ਮਾਰੀ, ਮੈਨੂੰ ਜਾਲੀ ਵੀਜ਼ਾ ਦਿੱਤਾ ਗਿਆ, ਜਾਲੀ ਟਿਕਟ ਦਿੱਤੀ ਗਈ, ਏਅਰਪੋਰਟ ਤੇ ਲਿਜਾ ਕੇ ਉਹ ਟਿਕਟ ਬਦਲੀ ਗਈ। ਉਹ ਇੰਟਰਵਿਊ ਤੁਸੀਂ ਸਾਰੀ ਹਮਦਰਦ ਦੇ ਫੇਸਬੁੱਕ ਪੇਜ ਤੇ ਵੀ ਦੇਖ ਸਕਦੇ ਹੋ, YouTube ਤੇ ਦੇਖ ਸਕਦੇ ਹੋ, ਹਮਦਰਦ ਟੀਵੀ ਤੇ ਵੀ ਉਹ ਲਾਈਵ ਕਾਫੀ ਦਿਨ ਚੱਲਦੀ ਰਹੀ ਆ। ਉਸ ਤੋਂ ਬਾਅਦ ਇਹਨਾਂ ਸਾਰੇ ਵੀਰਾਂ ਨੇ ਭੈਣਾਂ ਨੇ ਸਾਡੇ ਨਾਲ ਸੰਪਰਕ ਕੀਤਾ। ਇਹਨਾਂ ਨੇ ਦੱਸਿਆ ਕਿ ਸਾਡੇ ਨਾਲ ਲੱਖਾਂ ਰੁਪਏ ਦੀ ਠੱਗੀ ਵੱਜੀ ਹੈ। ਵੀਰੇ ਤੁਸੀਂ ਸਾਡੇ ਨਾਲ ਸੰਪਰਕ ਕੀਤਾ, ਅਸੀਂ ਤੁਹਾਡੇ ਕੋਲ ਆਏ ਹਾਂ। ਅੱਜ ਤੁਸੀਂ ਬਹੁਤ ਸਾਰੇ ਡਾਕੂਮੈਂਟ ਦਿਖਾ ਰਹੇ ਹੋ। ਰਜਨੀ ਬਾਲਾ ਖੁਦ ਕਹਿ ਰਹੀ ਹੈ ਕਿ ਮੇਰੇ ਨਾਲ ਠੱਗੀ ਵੱਜੀ ਹੈ, ਪਰ ਤੁਸੀਂ ਕਹਿ ਰਹੇ ਹੋ ਕਿ ਰਜਨੀ ਬਾਲਾ ਸਾਡੇ ਨਾਲ ਠੱਗੀ ਮਾਰ ਗਈ। ਉਹ ਵਿਨੋਦ ਕੁਮਾਰ ਤੇ ਗੈਰੀ ਧਾਲੀਵਾਲ ਤੇ ਦੋਸ਼ ਲਾ ਰਹੇ ਆ, ਤੁਸੀਂ ਰਜਨੀ ਬਾਲਾ ਤੇ ਦੋਸ਼ ਲਾ ਰਹੇ ਹੋ। ਅਸਲ ਮਾਮਲਾ ਹੈ ਕੀ ਹੈ? सर असल मामला ये है भी जो रजनी वाला है तो विनोद कुमार है तो एक गैरी धालीवाल है, ये सारे एक इन्हें माँ प्यो रजनी वाला दे इन्हें सारा की रली मिली भुगत हैगी। इन्हें सारे ने रल के साडे नाल ठगी मारी हैगी। ये जदों कनेडा गई है, मैं खुद इन्हूं दिल्ली एयरपोर्ट ते छड्ड के आया। मैं इन्हूं जांदा होया कहा भी मैं मैनूं टिकट दिखा दे अपनी। इन्हें मैनूं टिकट नहीं दिखाई। मेरे नाल गुस्सा हो गया भी मैं भी मेरी टिकट मैनूं एयरपोर्ट ते मिलूगी, भी मेरी टिकट उत्थे ही हैगी, उत्थे मैनूं लैके जाना किसी ने। चलो उस तो बाद उन्होंने कहा भी नहीं मैंने टिकट दिखा। जो गुस्से होने लग गई मेरे नाल, मैं चल नहीं देखी मैं। उस तो बाद की होया, ये सानूं फोन करती रही डेली वांगू। चल मैं पहुँच गई उत्थे 3-4 दिन बाद, कई दिन बाद फोन आया था भी मैं पहुँच गई, वधिया सही है कि मैं कंपनी 'च काम करदी हैं। मैनू अपने गैरी भाजी ने आपदे घरे रखा होया है, भैन बना के रखा होया है भी मैं आपदे घरे ही काम, इहदे घरे ही काम करदी हैगी मैं भी इन्हां दा घर दा काम जो भी है। तो कहती गैरी ने मैनू ऐ कहेगा भी जे तू घरे काम नहीं करना तो तू फैक्ट्री भी जा सकती है, तो उत्थे ही काम कर सकती है, कोई भी ओह नहीं है तेरे ते बंदिश नहीं हैगी। चलो ठीक है, साडे नाल गल्लां बातां करदी रही। फिर मैनू कहन लगी भी तू इत्थे मेरे कोल आ कनेडा, भी इत्थे काम भी तैनूं ड्राइवरी का काम दवा दूँ, तैनूं 2.5 लाख रुपया महीने की पे मिलूगी। तो मैं क्या भी नहीं, मैं इत्थे बिजली बोर्ड 'च जॉब करदा भी ट्रेडरी भी नहीं, मेरा इत्थे वधिया सरदा हैगा भी मैं नहीं आउणा चाहुंदा। पर उन्हें खड़ा नहीं छड्डिया। उन्हें आपदे फादर साहब नूं साडे घरे भेजण लग गई, डेली आउण लग गए। तो फिर कहन लगी भी तू केरा 2-2.5 लाख रुपया कर लै, 2-2.5 लाख रुपया दे के बाकी तेरे इत्थे आके दे दी तू, भी मैं कह दूँगी भाजी नूं। अच्छा कि चलो गल हुंदी होई, जद रोज़ कहन लग गए, चल मन जा बन गया भी चल चले जाने। तो ਕਿੰਨੇ 'ਚ ਗੱਲ ਟੋਟਲ ਹੋਈ ਸੀ ਤੁਹਾਡੀ? टोटल गल 16 ਲੱਖ रुपये 'ਚ होई सी। ਕਿਹੜੇ ਕੰਮ ਵਾਸਤੇ ਲੈ ਕੇ ਜਾਣਾ ਸੀ ਤੁਹਾਨੂੰ? 4K ਲਿਫਟ ਲਈ ਕੋਈ ਹੁੰਦੀ ਹੈ, ਛੋਟੀ ਲਿਫਟ ਹੁੰਦੀ ਹੈ, ਉਹਦੇ ਲਈ ਉਹ ਕਰਦੇ ਸੀਗੇ। ਤੇ ਜਦੋਂ ਅਸੀਂ ਮੁੜ ਕੇ ਇਹਨਾਂ ਨੂੰ ਪੈਸੇ ਪਾਉਣ ਲੱਗ ਗਏ, ਮੈਨੂੰ ਕਹਿੰਦੇ ਵੀ ਇੰਨੇ ਪੈਸੇ ਪਹਿਲਾਂ ਦੇ ਦਿਓ। ਤੇ ਅਸੀਂ ਇਹਨੂੰ ਐਂਟਰੀ ਕਰਾਤੀ।
ਐਂਟਰੀ ਕਰਾਤੀ। ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਫਿਰ ਇਹਨਾਂ ਨੇ ਸਾਡੇ ਡਿਮਾਂਡ ਰੱਖੀ ਵੀ ਵਕੀਲ ਨਹੀਂ ਮੰਨਦਾ, ਵੀ ਪੈਸੇ ਹੋਰ ਦੇਣੇ ਪੈਣਗੇ ਤੁਹਾਨੂੰ। ਜਿਸ ਕਰਕੇ ਵੀ ਸਾਡੇ ਕੋਲ ਤਾਂ ਹੁਣ ਹੈ ਨਹੀਂ ਗੇ ਪੈਸੇ, ਵੀ ਤੁਸੀਂ ਤਾਂ ਐਂ ਕਿਹਾ ਸੀ ਇੱਥੇ ਆ ਕੇ ਕਟਾਵਾਂਗੇ ਅਸੀਂ ਪੈਸੇ, ਤੇ ਨਹੀਂ ਮੰਨੀ ਉਹ। ਤੇ ਉਹ ਜਦੋਂ ਮੰਨੀ ਨਾ ਤੇ ਫਿਰ ਸਾਨੂੰ ਫਿਰ ਸਾਡੇ ਤੇ ਦਬਾਅ ਪੈਣ ਲੱਗ ਗਿਆ। ਸਾਨੂੰ ਵੀ ਸਾਡਾ ਹੀ ਮਨ ਘਬਰਾਇਆ ਵੀ ਹੁਣ ਜਿਹੜੇ ਇੰਨੇ ਪੈਸੇ ਦਿੱਤੇ ਉਹ ਵੀ ਨਾ ਖਰਾਬ ਜਾਣ, ਵੀ ਚਲੋ ਦੇ ਦਿਓ। ਸਾਨੂੰ ਕਹਿੰਦੀ ਤੁਹਾਡੇ ਕੋਲ ਇੰਨੀ ਤਰੀਕ ਹੈ, ਵੀ ਇੰਨੀ ਤਰੀਕ ਤੋਂ ਪਹਿਲਾਂ ਦੇ ਦਿਓ, ਨਹੀਂ ਵੀ ਤੁਹਾਡੇ ਪੈਸੇ ਵੀ ਖਰਾਬ ਜਾਣਗੇ, ਵੀ ਵਕੀਲ ਮੁੱਕਰ ਜੀ ਮੁੜ ਕੇ। ਅਸੀਂ ਆਖਿਆ ਚਲੋ ਕੋਈ ਨਹੀਂ ਭਾਈ, ਕਰਦੇ ਕਰਾਉਂਦੇ ਸਾਤੋਂ 8-8 ਲੱਖ ਰੁਪਈਆ ਮੇਥੋਂ, ਤੇ ਇਹ ਮੇਰਾ ਦੋਸਤ ਹਰਿੰਦਰ ਹੈ, ਉਹਦੇ ਤੋਂ 8 ਲੱਖ 10,000 ਰੁਪਈਆ ਹਰਿੰਦਰ ਤੋਂ ਲੈਤਾ, ਤੇ 8 ਲੱਖ ਰੁਪਈਆ ਮੇਥੋਂ ਲੈਤਾ ਉਹਨੇ। ਸਾਨੂੰ ਦੀਵਾਲੀ ਵੇਲੇ ਕਹਿੰਦੀ ਮੇਰੇ ਘਰੇ ਬੱਚੇ ਮਠਿਆਈ ਤੋਂ ਭੁੱਖੇ ਬੈਠੇ ਨੇ, ਝਾਕਣਗੇ ਵੀ ਤੁਸੀਂ ਉਹਨਾਂ ਨੂੰ ਘਰੇ ਪੈਸੇ ਦੇ ਕੇ ਆਓ। ਤੇ ਘਰੇ ਵੀ ਮੈਂ ਉਹਨੂੰ 80 ਜਾਂ 70,000 ਰੁਪਈਆ ਮੈਂ ਉਹਦੇ ਘਰੇ ਦੇ ਕੇ ਆਇਆ, 50,000 ਰੁਪਈਆ ਮੇਰਾ ਦੋਸਤ ਹਰਿੰਦਰ ਘਰੇ ਦੇ ਕੇ ਆਇਆ। ਤੇ ਉਸ ਤੋਂ ਬਾਅਦ ਆਈ ਬਸ ਸਾਡੇ ਤੋਂ ਪੈਸੇ ਬਟੋਰਦੇ ਰਹੇ ਜੀ ਉਹ। ਇਹ ਕਿੰਨੇ ਟਾਈਮ ਦੇ ਵਿੱਚ ਤੁਹਾਡਾ 8-8 ਲੱਖ ਰੁਪਏ ਤੁਹਾਡੇ ਤੋਂ ਲਿਆ? ਕਿੰਨੇ ਟਾਈਮ 'ਚ ਲਿਆ ਉਹਨਾਂ ਨੇ? ਤਾਂ 1 ਮਹੀਨੇ ਵਿੱਚ ਹੀ ਲੈ ਲਿਆ ਸੀਗਾ ਜੀ ਉਹਨਾਂ ਜਦੋਂ ਨੇ। ਉਹ ਬਾਹਰ ਗਈ ਆ, ਬਾਹਰ ਜਾਣ ਤੋਂ ਬਾਅਦ ਕਿੰਨੇ ਟਾਈਮ ਬਾਅਦ ਗੱਲਬਾਤ ਤੁਹਾਡੀ ਜਿਹੜੀ ਸ਼ੁਰੂ ਹੋਈ ਹੈ? ਮਹੀਨੇ ਕੁ ਬਾਅਦ ਜੀ ਤੁਹਾਨੂੰ ਕਲੀਅਰ ਹੋ ਗਿਆ ਸੀ ਵੀ ਉਹ ਕੈਨੇਡਾ ਪਹੁੰਚ ਗਈ? ਸਾਨੂੰ ਉਹਨਾਂ ਨੇ ਫੋਟੋਆਂ ਐਡਿਟ ਬਾਅਦ ਚ ਪਤਾ ਲੱਗੇ, ਫੋਟੋਆਂ ਐਡਿਟ ਕੀਤੀਆਂ ਵੀ ਆ ਉਹ। ਸਾਨੂੰ ਤਾਂ ਵੀਡੀਓ ਕਾਲ ਵੀ ਇੱਕ ਵਾਰ ਕੀਤੀ ਸੀ ਉਹਨੇ, ਕਹਿੰਦੀ ਮੈਂ ਕੈਨੇਡਾ ਵਧੀਆ ਸੈੱਟ ਆ ਉਰੇ, ਮੇਰਾ ਕੰਮਕਾਰ ਬਹੁਤ ਵਧੀਆ ਚੱਲਦਾ ਹੈ, ਮੇਰੀ 1.5 ਲੱਖ ਰੁਪਏ 1 ਮਹੀਨੇ ਦੀ ਤਨਖਾਹ ਹੈਗੀ, ਉਹ ਮੈਨੂੰ ਮਿਲੀ ਹੈ ਹੁਣ ਮਹੀਨੇ। ਹਾਂ ਵੀ ਇੰਨੀ ਮੈਨੂੰ ਤਨਖਾਹ ਮਿਲੀ ਹੈਗੀ, 1,80,000 ਸੱਚ 1,80,000 ਕਹਿੰਦੀ ਮੈਨੂੰ 1 ਮਹੀਨੇ ਤਨਖਾਹ ਮਿਲੀ ਹੈਗੀ। ਤੁਸੀਂ ਉਹ ਕੈਨੇਡਾ ਜਾਣ ਤੋਂ ਪਹਿਲਾਂ ਉਹਦਾ ਵੀਜ਼ਾ ਵਗੈਰਾ ਦੇਖਿਆ? ਤੁਸੀਂ ਟਿਕਟ ਹਾਲਾਂਕਿ ਤੁਹਾਨੂੰ ਨਹੀਂ ਦਿਖਾਈ, ਵੀਜ਼ਾ ਜਾਂ ਕੋਈ ਪ੍ਰੂਫ ਡਾਕੂਮੈਂਟ ਦੇਖਿਆ ਕਿ ਵਾਕਈ ਕੈਨੇਡਾ ਜਾ ਰਹੀ ਹੈ? ਨਹੀਂ ਸਰ, ਅਸੀਂ ਕੁਝ ਨਹੀਂ ਦੇਖਿਆ ਉਹਦਾ। ਟਿਕਟ ਕਿਹਾ ਸੀਗਾ ਮੈਂ ਦੇਖਣ ਨੂੰ, ਮੈਨੂੰ ਦਿਖਾਈ ਨਹੀਂ ਉਹਨੇ। ਜਿੰਨੇ ਵੀ ਲੋਕ ਇਹ ਠੱਗੀ ਦਾ ਸ਼ਿਕਾਰ ਹੋਏ ਆ ਸਾਰੇ ਰਾਮਪੁਰਾ ਨਾਲ ਸੰਬੰਧ ਰੱਖਦੇ ਆ ਜੀ? ਨਹੀਂ ਜੀ, ਉਹ ਮੇਰੇ ਇੱਕ ਰਿਸ਼ਤੇਦਾਰ ਨੇ, ਉਹ ਲੌਂਗੋਵਾਲ ਤੋਂ ਹੈ, ਮੇਰਾ ਦੋਸਤ ਹੈ ਇੱਥੋਂ ਕਰੈਡਲ ਦੇ ਰਹਿਣ ਵਾਲੇ ਨੇ ਇਹ, ਤੇ ਕੁਝ ਲੋਕ ਭਦੌੜ ਤੋਂ ਨੇਗੇ, ਤੇ ਇੱਕ ਜਗਰਾਉਂ ਤੋਂ ਹੈਗੇ, ਕਈ ਅਲੱਗ-ਅਲੱਗ ਸ਼ਹਿਰਾਂ ਚੋਂ ਹੋਏ ਵੇ ਜੀ। ਤੁਸੀਂ ਫਿਰ ਉਹਨਾਂ ਦੇ ਝਾਂਸੇ 'ਚ ਕਿਵੇਂ ਆਏ, ਜਦੋਂ ਉਹ ਤਾਂ ਖੁਦ ਕਹਿ ਰਹੀ ਹੈ ਕਿ ਮੇਰੇ ਨਾਲ ਗੈਰੀ ਧਾਲੀਵਾਲ ਤੇ ਵਿਨੋਦ ਕੁਮਾਰ ਜੋ ਮੁੰਡਾ ਹੈ, ਜੋ ਸਾਡੇ ਤਾਏ ਦੇ ਸ਼ਾਇਦ ਕੋਈ ਰਿਸ਼ਤੇਦਾਰੀ 'ਚੋਂ ਮੁੰਡਾ ਹੈਗਾ, ਤੁਸੀਂ ਉਹਦੇ ਫਿਰ ਝਾਂਸੇ 'ਚ ਕਿਵੇਂ ਆ ਗਏ? ਕਿਉਂਕਿ ਉਹ ਤਾਂ ਖੁਦ ਠੱਗੀ ਕਹਿ ਰਹੀ ਕਿ ਮੇਰੇ ਨਾਲ ਵੱਜੀ ਹੈ। ਤਾਂ ਸਾਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ ਵੀ ਉਹਦੇ ਨਾਲ ਠੱਗੀ ਵੱਜੀ ਜਾਂ ਨਹੀਂ ਵੱਜੀ। ਸਾਡੇ ਨਾਲ ਤਾਂ ਗੱਲਾਂ ਡੇਲੀ ਕਰਦੀ ਸੀ ਫੋਨ ਤੇ, 12 ਰਾਤ ਨੂੰ 1 ਵਜੇ ਤੱਕ ਗੱਲ ਕਰਦੀ ਰਹਿੰਦੀ ਸੀ। ਸਾਨੂੰ ਠਾ ਕੇ ਰਾਤ ਨੂੰ ਫੋਨ ਕਰਦੀ ਸੀ ਵੀ ਮੇਰੇ ਨਾਲ ਗੱਲ ਕਰੋ, ਵੀ ਸਾਨੂੰ ਪੈਸੇ ਪਾ ਕੇ ਆਓ, ਸਵੇਰ ਸੁਨੇਹਾ 8 ਵਜੇ ਪੈਸੇ ਪਾ ਦਿਓ ਤੁਸੀਂ ਅਕਾਊਂਟ 'ਚ। ਤੇ ਸਾਨੂੰ ਤਾਂ 12 1 ਵਜੇ ਤੱਕ ਕਾਲ ਕਰਦੀ ਰਹਿੰਦੀ ਸੀ। ਜਦੋਂ ਪਹੁੰਚਦੇ ਸੀ ਕਿਹਦੇ ਅਕਾਊਂਟ 'ਚ ਪੈਸੇ ਪਾਉਂਦੇ ਤੁਸੀਂ? ਅਸੀਂ ਕੁਛ ਨੇ ਤਾਂ ਰਜਨੀਵਾਲਾ ਦੇ ਅਕਾਊਂਟ 'ਚ ਪਾਏ ਹੈ, ਕੁਛ ਰਜਨੀਵਾਲਾ ਦੇ ਕਹਿਣ ਤੇ ਉਹਦੇ ਫਾਦਰ ਸਾਹਿਬ ਦਾ ਫਰੈਂਡ ਹੈ ਇੱਕ ਕੋਰਡੇ ਤੋਂ, ਮਨਜੀਤ ਨਾਮ ਦਾ ਬੰਦਾ, ਉਹਦੇ ਅਕਾਊਂਟ 'ਚ ਪੈਸੇ ਪਵਾਏ ਨੇ ਉਹਨਾਂ ਨੇ। ਇਹ ਜਿਹੜੀ ਪੇਮੈਂਟ ਪਾਈ ਹੈ ਇੰਡੀਆ ਦਾ ਅਕਾਊਂਟ ਆ ਜਾਂ ਕਿਤੇ ਵਿਦੇਸ਼ ਦਾ? ਨਹੀਂ ਜੀ, ਕੁਛ ਤਾਂ ਵਿਦੇਸ਼ੀ ਦੇ ਅਕਾਊਂਟ 'ਚ ਪਾਏ ਗਏ ਆ, ਥਾਈਲੈਂਡ ਦੇ ਅਕਾਊਂਟ 'ਚ। ਥਾਈਲੈਂਡ ਦੇ ਅਕਾਊਂਟ 'ਚ ਅਸੀਂ ਤਾਂ ਕਿਸੇ ਨੇ ਨਹੀਂ ਪਾਏ। ਜਿਹੜੇ ਮਨਜੀਤ ਨਾਮ ਦਾ ਬੰਦਾ ਉਹ ਕਹਿ ਰਿਹਾ ਮੈਂ ਥਾਈਲੈਂਡ ਦੇ ਅਕਾਊਂਟ 'ਚ ਪਾਏ ਆ, ਅਸੀਂ ਤਾਂ ਸਾਨੂੰ ਤਾਂ ਕੋਈ ਪ੍ਰੂਫ ਨਹੀਂ ਉਹ ਚੀਜ਼ ਦਾ, ਕਿਉਂਕਿ ਸਾਨੂੰ ਤਾਂ ਐਂ ਲੱਗਦਾ ਵੀ ਮਨਜੀਤ ਵੀ ਕਿਤੇ ਨਾ ਕਿਤੇ ਉਹਨਾਂ ਨਾਲ ਹੈਗਾ, ਕੋਈ ਗੱਲਬਾਤ ਹੈਗੀ ਉਹਦੀ। ਜੀ, ਤਾਂ ਸਾਡੇ ਨਾਲ ਹੋਰ ਵੀ ਇੱਥੇ ਉਹ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਨਾਲ ਠੱਗੀ ਵੱਜੀ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਭੈਣੇ, ਤੁਹਾਡੇ ਨਾਲ ਕਿੱਦਾਂ ਹੋਇਆ? ਤੁਸੀਂ ਰਜਨੀਵਾਲਾ ਦੇ ਝਾਂਸੇ 'ਚ ਕਿਵੇਂ ਆਏ? ਕਿਵੇਂ ਗੱਲਬਾਤ ਹੋਈ ਤੁਹਾਡੀ? ਵੀਰ ਜੀ ਮੈਨੂੰ ਉਹਨਾਂ ਨੇ ਫੋਨ ਕੀਤਾ ਇੱਕ ਦਿਨ ਦੁਪਹਿਰੇ, ਤੇ 1:30 ਵਜੇ ਫੋਨ ਆਇਆ, ਕਹਿੰਦੀ ਐਵੇਂ ਕਰਕੇ ਵੀ ਬਾਹਰ ਜਾਣਾ ਦਾ ਮਤਲਬ ਰਾਜੂ ਤੇਰੇ ਪਿਕਸ ਪਾ, ਮੈਨੂੰ ਤੇਰੀ ਯਾਦ ਆ ਰਹੀ ਹੈ। ਮੈਂ ਕਿਹਾ ਚਲੋ ਦੱਸ, ਮੈਂ ਪਿਕਸ ਪਾਤੀਆਂ। ਮੈਨੂੰ ਕਹਿੰਦਾ ਆਪਣੇ ਵਧੀਆ ਪਿਕਸ ਸੈਂਡ ਕਰ ਦੇ ਮੈਨੂੰ, ਤੇ ਮੈਂ ਉਹਨੂੰ ਪਿਕਸ ਪਾਤੀਆਂ ਆਪਣੀਆਂ। ਤੇ ਉਸ ਤੋਂ ਬਾਅਦ ਕਹਿੰਦੀ ਤੂੰ ਬਾਹਰ ਦਾ ਬਣਾਉਣਾ ਆਪਣਾ। ਮੈਂ ਕਿਹਾ ਵੀ ਕਿਵੇਂ ਹੋ ਸਕਦਾ ਹੈਗਾ? ਕਹਿੰਦੇ ਜਦੋਂ ਮੇਰਾ ਬਣ ਗਿਆ ਵੀ ਤੇ ਤੁਹਾਡਾ ਵੀ ਬਣ ਜੂਗਾ। ਤੇ ਉਹਨੇ ਅੱਦਾ ਕਰਕੇ ਮੈਨੂੰ ਆਪਣੇ ਗੱਲਾਂ 'ਚ ਲੈਤਾ, ਨਹੀਂ ਤੇਰਾ ਇੱਦਾਂ ਹੋ ਜਾਊਗਾ, ਤੇਰੇ ਬੱਚੇ ਸੈੱਟ ਹੋ ਜਾਣਗੇ, ਤੂੰ ਵੀ ਸੈੱਟ ਹੋ ਜਾਏਂਗੀ। ਤੇ ਉਸ ਤੋਂ ਬਾਅਦ ਚਲੋ ਜੀ ਮੈਂ ਉਹਦੇ ਗੱਲਾਂ 'ਚ ਆਈ, ਤੇ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿੰਨਾ ਵੀ ਖਰਚਾ ਆਉਣਾ? ਕਹਿੰਦੀ ਨਹੀਂ ਤੇਰਾ ਖਰਚਾ ਕੁਝ ਵੀ ਨਹੀਂ ਆਉਣਾ ਹੈਗਾ, ਵੀ ਪਹਿਲਾਂ ਤੂੰ ਜਿਹੜੇ ਇੰਨੇ ਕੇ ਪੈਸੇ ਪਵਾ ਦੇ, ਤੇ ਬਾਕੀ ਪੈਸੇ ਤੂੰ ਇੱਥੇ ਆ ਕੇ ਕੰਪਨੀ 'ਚ ਤੂੰ ਜੁਆਇਨ ਕਰ ਲਈ, ਤੇਰੀ ਸੈਲਰੀ 'ਚ ਪੈਸੇ ਕੱਟੇ ਜਾਣਗੇ। ਤੇ ਉਸ ਤੋਂ ਬਾਅਦ ਹੀ ਅਸੀਂ ਚਲੋ ਮਤਲਬ ਮੈਂ ਉਹਦੇ ਪੈਸੇ ਉਹਨੇ ਆਪਣਾ ਅਕਾਊਂਟ ਨੰਬਰ ਸੈਂਡ ਕੀਤਾ, ਕਹਿੰਦੇ ਮੇਰਾ ਅਕਾਊਂਟ ਨੰਬਰ ਹੈ, ਤੂੰ ਇਹਦੇ 'ਚ ਪੈਸੇ ਪਾ ਦੇ। ਬਾਹਰਲਾ ਵਿਦੇਸ਼ ਦਾ ਅਕਾਊਂਟ ਕੀਤਾ ਕਿ ਇੰਡੀਅਨ ਆਈਸੀਆਈਸੀ ਬੈਂਕ ਦਾ ਰਾਮਪੁਰੇ ਦਾ ਖਾਤਾ ਸੀਗਾ ਜੀ। ਓਕੇ, ਉਹਦਾ ਆਪਦਾ ਖੁਦ ਦਾ? ਉਹਦਾ ਖੁਦ ਦਾ ਖਾਤਾ ਸੀਗਾ, ਹਾਂਜੀ। ਮੈਂ ਉਹਦੇ ਅਕਾਊਂਟ ਦੇ ਵਿੱਚ ਪੈਸੇ ਪਾਏ, ਤੇ ਉਸ ਤੋਂ ਬਾਅਦ ਮੈਂ ਉਹ ਦੂਜੇ ਨੂੰ ਕਾਲ ਕੀਤੀ, ਕਹਿੰਦੀ ਹਾਂ ਮੇਰੇ ਕੋਲ ਪੈਸੇ ਪਹੁੰਚ ਗਏ ਆ। ਤੇ ਮੈਂ ਉਹਨੂੰ ਕਾਫੀ ਦਿਨਾਂ ਬਾਅਦ ਉਹਨੂੰ ਕਾਲ ਕਰਦੀ ਰਹੀ, ਕਹਿੰਦੀ ਦੀਵਾਲੀ ਤੱਕ ਤੇਰਾ ਵੀ ਤੁਹਾਡਾ ਕੰਮ ਹੋ ਜਾਣਾ, ਤੁਹਾਡੀ ਟਿਕਟ ਹੋ ਜਾਣੀ ਹੈ। ਮੈਨੂੰ ਉਹਨੇ ਆਫਰ ਲੈਟਰ ਵੀ ਭੇਜਿਆ, ਉੱਥੋਂ ਭੇਜਿਆ ਜੀ ਕੰਪਨੀ ਦਾ। ਤੇ ਉਸ ਤੋਂ ਬਾਅਦ ਹੀ ਉਹਨੇ ਮੈਨੂੰ ਫੋਨ ਕਰਕੇ ਇਹ ਵੀ ਕਹਿੰਦੀ, ਮੈਂ ਉਹਨੂੰ ਵੀ ਪੁੱਛਿਆ ਵੀ ਮੈਂ ਕਿਹਾ ਕੋਈ ਇਹ ਨਾ ਹੋਵੇ ਵੀਰੇ ਵੀ ਆਪਣਾ ਮੇਰੇ ਪੈਸੇ ਜਿਹੜੇ ਹੈਗੇ ਵੀ ਮੈਂ ਬੱਚੇ ਕੋਈ ਲੋਕਾਂ ਕੋਲੋਂ ਵਿਆਜ 'ਤੇ ਫੜ ਕੇ ਦੇ ਰਹੀ ਹਾਂ ਤੈਨੂੰ, ਵੀ ਇਹ ਨਾ ਹੋਵੇ ਕੰਮ ਨਾ ਬਣੇ ਤੇ ਵੀ ਮੈਂ ਲੋਕਾਂ ਨੂੰ ਮੈਂ ਵਿਆਜ ਉਤਾਰਦੀ ਰਵਾਂ। ਕਹਿੰਦੀ ਨਹੀਂ ਇੱਦਾਂ ਨਹੀਂ ਹੈਗਾ, ਤੈਨੂੰ ਮੇਰੇ 'ਤੇ ਯਕੀਨ ਹੈਗਾ, ਕਹਿੰਦੀ ਜੇ ਤੈਨੂੰ ਪੈਸੇ ਲੱਗਦਾ ਇੱਦਾਂ ਕਹਿੰਦੀ ਤੇਰੇ ਪੈਸੇ ਦੇਣਦਾਰ ਮੈਂ ਹੋਵਾਂਗੀ। ਇਹ ਨਿਗਲ ਰਜਨੀਵਾਲਾ ਦੀ ਰਿਕਾਰਡਿੰਗ ਵੀ ਮੇਰੇ ਕੋਲ ਪਈ ਹੈ, ਤੇ ਉਹਦੀ ਮੇਰੇ ਨਾਲ ਰਾਤ ਨੂੰ ਫੋਨ ਤੇ ਗੱਲਾਂ ਕਰਦੀ, ਜਿਹੜੀ ਉਹ ਗੱਲਾਂ ਕਹਿ ਰਹੀ ਹੈ ਕਿ ਮੈਂ ਬੇਹੋਸ਼ੀ ਦੇ ਟੀਕੇ ਲਾਈ ਜਾਂਦੀ ਸੀ, ਮੈਨੂੰ ਇੱਦਾਂ ਦੀ ਕੋਈ ਗੱਲ ਨਹੀਂ ਸੀ। ਸਾਡੇ ਨਾਲ ਡੇਲੀ ਉਹਦੀ ਗੱਲ ਹੁੰਦੀ ਸੀਗੀ। ਜੇ ਇੱਦਾਂ ਦੀ ਗੱਲ ਹੁੰਦੀ ਸਰ ਮੈਨੂੰ ਇਹ ਦੱਸੋ ਤੁਸੀਂ ਵੀ ਜੇ ਉਹ ਕਹਿ ਰਹੀ ਹੈ ਕਿ ਮੇਰੇ ਨਾਲ ਉੱਥੇ ਗਲਤ ਕੰਮ ਹੁੰਦਾ ਸੀਗਾ, ਮੈਨੂੰ ਉੱਥੇ ਜ਼ੋਰ ਜ਼ਬਰਦਸਤੀ ਕੀਤੀ, ਫਿਰ ਸਾਨੂੰ ਬੁਲਾਉਣ ਦਾ ਉੱਥੇ ਉਹਦਾ ਕੀ ਮਤਲਬ ਸੀਗਾ? ਫਿਰ ਸਾਨੂੰ ਵੀ ਇਹਦਾ ਮਤਲਬ ਇਹੀ ਸੀ ਨਾ ਵੀ ਸਾਨੂੰ ਵੀ ਉੱਥੇ ਬੁਲਾ ਕੇ ਉਹ 420 ਨੰਬਰ ਦੂਜੇ ਕੰਮਾਂ 'ਚ ਪਾਉਣਾ ਚਾਹੁੰਦੀ ਸੀਗੀ।
ਤੇ ਬਸ ਇਸ ਕਰਕੇ ਮਤਲਬ ਉਹ ਮੈਨੂੰ ਵਾਰ-ਵਾਰ ਉਹਨੇ ਪੈਸੇ ਪਵਾਏ ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਦੀਵਾਲੀ ਤੱਕ ਦੀ ਉਹਨੇ ਕਿਹਾ ਵੀ ਤੁਹਾਡੀ ਟਿਕਟ ਹੋ ਜਾਊਗੀ ਤੇ ਦੀਵਾਲੀ ਤੋਂ ਬਾਅਦ ਜੀ ਤਾਂ ਕਾਫੀ ਟਾਈਮ ਚਲੋ ਸਾਨੂੰ ਦਿੱਤਾ ਕਿ ਤੇਰੇ ਤੇ ਰਜੇਸ਼ ਦੀ ਤੁਹਾਡੀ ਦੋਨਾਂ ਦੀ ਟਿਕਟ ਕਰਵਾਉਣੀ ਹੈ, ਮੈਂ ਜੇ ਮੈਂ ਉਹ ਉਸ ਤੋਂ ਬਾਅਦ ਕਰਦੇ ਉਹਨੂੰ ਕੁਝ ਦਿਨਾਂ ਬਾਅਦ ਉਹਨੇ ਆਪਣਾ ਨੰਬਰ ਬੰਦ ਕਰਤਾ ਜੀ। ਤੁਹਾਡੀ ਜਿਹੜੀ ਗੱਲਬਾਤ ਹੋਈ ਸੀ ਉਹਦੇ ਜਾਣ ਤੋਂ ਕਿੰਨਾ ਟਾਈਮ ਬਾਅਦ ਗੱਲ ਜਿਹੜੀ ਤੁਹਾਡੀ ਮੈਨੂੰ ਉਹਦਾ ਪਹਿਲੀ ਵਾਰੀ ਫੋਨ ਆਇਆ ਜੀ 21 ਸਤੰਬਰ ਨੂੰ ਜੀ 21 ਸਤੰਬਰ ਨੂੰ ਪਹਿਲੀ ਵਾਰ ਫਸਟ ਕਾਲ ਆਈ ਹੈ ਜੀ ਮੈਨੂੰ ਉਹਦੀ ਤੇ ਉਸ ਤੋਂ ਬਾਅਦ ਉਹਨੇ ਮੈਨੂੰ ਗੱਲਾਂ ਕੀਤੀਆਂ ਮੇਰੇ ਨਾਲ ਵੀ ਐਂ ਕਰਕੇ ਬਾਹਰ ਦਾ ਹੋ ਸਕਦਾ ਹੈਗਾ, ਤੂੰ ਆ ਜਾ ਵੀ ਮੈਂ ਤੇਰੀ ਹੈਲਪ ਕਰਨਾ ਚਾਹੁੰਦੀ ਹੈਗੀ, ਤੇਰੇ ਬੱਚੇ ਨਿਆਣੇ ਤੂੰ ਬਹੁਤ ਆਪਣੀ ਲਾਈਫ ਨਾਲ ਸਟਰਗਲ ਕੀਤਾਗਾ ਤੇ ਵੀ ਮੈਂ ਚਾਹੁੰਦੀ ਹਾਂ ਕਿ ਜੇ ਮੈਂ ਆਪਣੇ ਪੈਰਾਂ 'ਤੇ ਖੜੀ ਹੋ ਗਈ ਮੈਂ ਆਪਣੀ ਕਿਸੇ ਫੈਮਿਲੀ ਰਿਸ਼ਤੇਦਾਰ ਨੂੰ ਵੀ ਆਪਣੇ ਨਾਲ ਖੜੀ ਕਰਾਂ ਵੀ ਸਟੈਂਡ ਕਰ ਸਕਾਂ ਉਹਨਾਂ ਨੂੰ ਵੀ। ਤੇ ਚਲੋ ਇੱਦਾਂ ਕਰਦੇ ਜੀ ਮੈਨੂੰ ਉਹਨੇ ਆਪਣੇ ਨਾਲ ਕਰਕੇ ਵੀ ਮੈਥੋਂ ਬੈਲੈਂਸ ਪਾਉਣਾ ਸ਼ੁਰੂ ਕੀਤਾ, ਕਹਿੰਦੀ ਮੇਰਾ ਅਕਾਊਂਟ ਨੰਬਰ ਹੈ ਤੇ ਮੈਨੂੰ ਕਾਫੀ ਟਾਈਮ ਬਾਅਦ ਪਤਾ ਲੱਗਿਆ ਵੀ ਰਜੇਸ਼ ਵੀ ਜਾ ਰਹੇ, ਮੇਰੇ ਜੀਜਾ ਜੀ ਵੀ ਜਾ ਰਹੇ ਨੇਗੇ ਤੇ ਮੈਂ ਇਹਨਾਂ ਨਾਲ ਮੈਨੂੰ ਕਹਿੰਦੀ ਤੂੰ ਉਹਨਾਂ ਨੂੰ ਨਹੀਂ ਗੱਲ ਕਰਨੀ ਹਲੇ ਵੀ ਮੈਂ ਆਪਣਾ ਜੇ ਤੇਰਾ ਕੰਮ ਹੋ ਗਿਆ ਮੈਂ ਰਜੇਸ਼ ਨੂੰ ਬਾਅਦ ਵਿੱਚ ਗੱਲ ਕਰਨੀ ਹੈ। ਫਿਰ ਮੈਨੂੰ ਫੋਨ ਕੀਤਾ, ਮੈਂ ਕਿਹਾ ਨਹੀਂ ਰਜੇਸ਼ ਤੂੰ ਮੈਨੂੰ ਦੱਸ ਵੀ ਇੱਦਾਂ ਕਰਕੇ ਗੱਲ ਹੋਏਗੀ ਹੈ, ਕਹਿੰਦਾ ਵੀ ਹਾਂ ਮੈਨੂੰ ਵੀ ਉਹਨੇ ਮਨਾ ਕੀਤਾ ਵੀ ਰਾਜੂ ਨੂੰ ਗੱਲ ਨਹੀਂ ਦੱਸਣੀ ਹੈਗੀ ਵੀ ਮੈਂ ਤੈਨੂੰ ਬੁਲਾ ਰਹੀ ਹੈਗੀ। ਤੇ ਚਲੋ ਜੀ ਮੈਂ ਇਹਨੂੰ ਕਿਹਾ ਮੈਂ ਕਿਹਾ ਚੱਲ ਜੋ ਵੀ ਗੱਲ ਹੈਗੀ ਹੈ ਵੀ ਤੂੰ ਮੈਨੂੰ ਦੱਸਦਾ ਰਹੀ ਮੈਂ ਵੀ ਤੁਹਾਨੂੰ ਦੱਸਦੀ ਰਹੂੰਗੀ। ਤੇ ਉਸ ਤੋਂ ਬਾਅਦ ਹੀ ਚਲੋ ਮੈਂ ਸਾਡੀ ਆਪਸ 'ਚ ਕੰਟੈਕਟ ਹੁੰਦਾ ਰਿਹਾ ਤੇ ਬਾਅਦ 'ਚ ਪਤਾ ਲੱਗੇ ਜੀ ਤੇ ਵੀ ਰਜੇਸ਼ ਨੂੰ ਤਾਂ ਇਹਨੂੰ ਮੂੰਹ ਹੀ ਬੰਨ੍ਹਤਾ ਸੀ, ਇਹਨੇ ਮੈਨੂੰ ਕਿਹਾ ਨਹੀਂ ਹੈਗਾ ਕਿ ਮੈਂ ਵੀ ਜਾ ਰਿਹਾਗਾ, ਇਹਨੂੰ ਕਸਮ ਪਾਤੀ ਵੀ ਤੂੰ ਦੱਸਣਾ ਨਹੀਂ ਹੈਗਾ, ਮੈਨੂੰ ਕਸਮ ਪਾਤੀ ਵੀ ਤੂੰ ਵੀ ਨਹੀਂ ਦੱਸਣਾ ਹੈਗਾ ਰਜੇਸ਼ ਨੂੰ ਵੀ ਆਪਾਂ ਇੱਕ ਦੂਜੇ ਨੂੰ ਤੁਸੀਂ ਆ ਰਹੇ ਹੋਗੇ। ਕਿਉਂ ਰੋਕ ਰਹੇ ਸੀ ਇੱਕ ਦੂਜੇ ਨਾਲ ਗੱਲ ਸੰਪਰਕ ਨਾ ਕਰੋ ਪਤਾ ਨਾ? ਇਹ ਉਹਨੂੰ ਪਤਾ ਜੀ ਕਿਉਂ ਰੋਕ ਰਹੀ ਸੀ, ਸਾਨੂੰ ਨਹੀਂ ਸੀ ਪਤਾ, ਬਸ ਇਹ ਕਿਸੇ ਕਹਿ ਰਹੀ ਸੀ ਮੈਨੂੰ ਤਾਂ ਵੀ ਕਹਿੰਦੀ ਨਹੀਂ ਉਹਨਾਂ ਨੇ ਆ ਹੋ ਜਾਊਗਾ ਪਹਿਲਾਂ ਸਾਨੂੰ ਬੁਲਾ ਕੇ ਫਿਰ ਉਹਨੇ ਕਾਹਲੀ ਕਰਨੀ ਹੈ ਵੀ ਪਹਿਲਾਂ ਮੈਨੂੰ ਬੁਲਾ ਵੀ ਤੂੰ ਉਹਦੇ ਕੋਲ ਗੱਲ ਨਹੀਂ ਕਰਨੀ ਹਲੇ ਵੀ ਪਹਿਲਾਂ ਤਾਂ ਮੈਂ ਤੇਰੀ ਜਲਦੀ ਜੋ ਹੋ ਸਕੀ ਮੈਂ ਤੈਨੂੰ ਪਹਿਲਾਂ ਬੁਲਾਉਣਾਗਾ ਤੇ ਵੀ ਉਹਦਾ ਮੈਂ ਥੋੜਾ ਟਾਈਮ ਰੁੱਕ ਕੇ ਕਰੂੰਗੀ, ਉਹ ਥੋੜਾ ਜਿਹਾ ਜ਼ਿਆਦਾ ਉਹ ਕਰ ਰਿਹਾ ਵੀ ਉਹਦਾ ਘਰ ਠੀਕ ਹੈਗਾ ਵੀ ਤੂੰ ਆਪਣੇ ਲਾਈਫ ਪਹਿਲਾਂ ਤੁਹਾਨੂੰ ਬੁਲਾਵਾਂਗੇ। ਹਾਂ ਮੈਨੂੰ ਇਹ ਗੱਲ ਕਹੀ ਸੀ ਵੀ ਮੈਂ ਪਹਿਲਾਂ ਤੈਨੂੰ ਬੁਲਾਵਾਂਗੀ। ਤੁਹਾਡੀ ਕੀ ਰਿਸ਼ਤੇਦਾਰੀ ਹੈ ਉਹਨਾਂ ਨਾਲ? ਮੇਰੀ ਸਕੀ ਬੂਆ ਦੀ ਕੁੜੀ ਹੈ ਜੀ। ਸਕੀ ਭੂਆ ਦੀ ਕੁੜੀ ਹੈ ਤੇ ਤੁਸੀਂ ਜਿਹੜੀ ਗੱਲਬਾਤ ਤੁਹਾਡੇ ਨਾਲ ਕੀਤੀ ਸੀ ਕਿ ਮੈਨੂੰ ਕੈਨੇਡਾ ਦੀ ਥਾਂ ਕੰਬੋਲੀਆ ਲੈ ਗਏ? ਨਹੀਂ ਜੀ ਨਹੀਂ ਮੈਨੂੰ ਕੀਤੀ ਨਹੀਂ ਹੈਗੀ ਜੀ ਉਹਨੇ ਗੱਲ। ਹੁਣ ਰਜਨੀਵਾਲਾ ਦੱਸ ਰਹੀ ਹੈ ਕਿ ਮੈਂ ਉੱਥੇ ਫਸ ਗਈ ਸੀ, ਮੈਂ ਬੜੇ ਔਖੇ ਤਰੀਕੇ ਉੱਥੋਂ ਨਿਕਲ ਕੇ ਆਈ ਹਾਂ, 1 ਸਾਲ ਹੋ ਗਿਆ ਮੈਂ ਦਰ ਭੜਕਦੀ ਫਿਰਦੀ ਹਾਂ, ਮੈਂ ਘਰੇ ਵੀ ਨਹੀਂ ਜਾ ਪਾਈ, ਮੈਂ ਘਰਦਿਆਂ ਨੂੰ ਨਹੀਂ ਦੱਸ ਪਾਈ। ਹਮਦਰਦ ਤੇ ਉਹਨੇ ਆ ਕੇ ਆਪਣਾ ਜਿਹੜਾ ਦਰਦ ਬਿਆਨ ਕੀਤਾ ਦੱਸਿਆ, ਕਦੇ ਤੁਹਾਡੇ ਨਾਲ ਉਹਨੇ ਗੱਲ ਸਾਂਝੀ ਕੀਤੀ? ਨਹੀਂ ਜੀ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਸੀ ਹੁੰਦੀ ਹੈਗੀ। ਇੱਕ ਵਾਰੀ ਉਹਦੇ ਹਸਬੈਂਡ ਦਾ ਮੈਨੂੰ ਜੀਜਾ ਜੀ ਦਾ ਫੋਨ ਜ਼ਰੂਰ ਆਇਆ ਸੀਗਾ ਤੇ ਉਹਨੇ ਮੈਨੂੰ ਡਰਿੰਕ ਕੀਤੀ ਹੋਈ ਸੀ ਉਹਨਾਂ ਦੀ। ਮੈਂ ਕਿਹਾ ਉਹਨਾਂ ਨੇ ਫੋਨ ਕੀਤਾ, ਮੈਂ ਕਿਹਾ ਹਾਂਜੀ ਜੀ, ਕਹਿੰਦੇ ਰਜਨੀ ਨਾਲ ਗੱਲ ਹੋਈ? ਮੈਂ ਕਿਹਾ ਹਾਂਜੀ ਮੇਰੀ ਡੇਲੀ ਗੱਲ ਹੁੰਦੀ ਹੈ। ਕਹਿੰਦੇ ਜਦੋਂ ਗੱਲ ਕਹਿੰਦੇ ਹੋਈ ਨਾ ਵੀ ਮੇਰੀ ਗੱਲ ਕਰਾ ਦੀ। ਮੈਂ ਕਿਹਾ ਕੀ ਹੋਇਆ? ਕਹਿੰਦੇ ਐਵੇਂ ਮੇਰੇ ਨਾਲ ਗੁੱਸੇ ਹੋ ਗਈ ਹੈ। ਮੈਂ ਕਿਹਾ ਤੁਸੀਂ ਗੱਲ ਗੁੱਸੇ ਨਾ ਹੋਵੋ। ਮੈਂ ਕਿਹਾ ਮੈਨੂੰ ਇਹ ਹੋਇਆ ਵੀ ਚਲੋ ਉਹਦੀ ਵਾਈਫ ਉੱਥੇ ਗਈ ਹੈ, ਬੰਦੇ ਨੂੰ ਹੋ ਹੀ ਜਾਂਦਾ ਥੋੜ੍ਹਾ ਜਿਹਾ। ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਕਾਲ ਕਰਨੀ ਸ਼ੁਰੂ ਕੀਤੀ। ਉਹਨਾਂ ਨੇ ਫਿਰ ਮੈਨੂੰ ਇੱਕ ਦਿਨ ਡਰਿੰਕ ਵਿੱਚ 'ਚ ਬੋਲੇ ਉਹ ਕਹਿੰਦੇ ਕੰਬੋਰੀਆ ਬੈਠੀ ਹੋਈ ਹੈ ਤੇ ਆਪਣਾ ਵਿਨੋਦ ਨਾਲ ਜਿਹੜੇ ਨਾ ਹੈਗਾ ਭਤੀਜਾ ਉਹਦੇ ਨਾਲ ਰਹਿੰਦੀ ਪਈ ਹੈਗੀ, ਇਕੱਠੇ ਆਪਣਾ ਰੂਮਮੇਟ ਨੇਗੇ ਤੇ ਜਿਹੜਾ ਗਹਿਰੀ ਧਾਰੀਵਾਲ ਇਹ ਉਹਦੇ ਨਾਲ ਰਹਿੰਦੀ ਪਈ ਆ। ਮੈਂ ਫਿਰ ਇਹ ਸਾਰੀ ਗੱਲ ਰਜਨੀਵਾਲ ਨੂੰ ਦੱਸੀ। ਮੈਂ ਕਿਹਾ ਰਜਨੀ ਕੋਈ ਗੱਲ ਹੈਗੀ ਆ ਤਾਂ ਮੈਨੂੰ ਦੱਸ ਦੇ, ਅਸੀਂ ਬਾਹਰ ਹੈਗੇ ਹੁਣ ਤਾਂ ਵੀ ਤੇਰੀ ਹੈਲਪ ਕਰਾਂਗੇ ਵੀ ਜੇ ਤੂੰ ਕੋਈ ਕਿਸੇ ਪ੍ਰੋਬਲਮ ਦੇ ਵਿੱਚ ਹੈ। ਕਹਿੰਦੀ ਨਹੀਂ ਮੈਂ ਕਿਸੇ ਪ੍ਰੋਬਲਮ 'ਚ ਨਹੀਂ ਹੈਗੀ, ਜੇ ਕੋਈ ਇੱਦਾਂ ਦੀ ਗੱਲ ਹੋਵੇ ਮੈਂ ਤੁਹਾਨੂੰ ਕੋਈ ਬੁਲਾਵਾਂ ਆਪਣੇ ਕੋਲ ਵੀ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਗੀ, ਮੈਂ ਆਪ ਸੇਫ ਹਾਂ ਇੱਥੇ ਤੇ ਕੰਮ ਕਰ ਰਹੀ ਹਾਂ ਤੇ ਆਪਾਂ ਵੀ ਕੰਮ ਕਰਨਾਗਾ। ਤੇ ਉਸ ਤੋਂ ਬਾਅਦ ਹੀ ਆਪਾਂ ਇਕੱਠਿਆਂ ਨੇ ਕੰਪਨੀ ਦੇ ਵਿੱਚ ਜੇ ਤੂੰ ਇੱਥੇ ਆ ਗਈ ਨਾ ਵੀ ਹੁਣ ਤਾਂ ਮੈਂ ਵੀਰ ਜੀ ਦੇ ਘਰੇ ਰਹਿ ਰਹੀ ਹੈਗੀ ਤੇ ਉਸ ਤੋਂ ਬਾਅਦ ਵੀ ਆਪਾਂ ਦੇ ਕੰਪਨੀ ਦੇ ਵਿੱਚ ਉੱਥੇ ਰੂਮ ਲੈ ਲੈਣਾਗਾ। ਕੋਈ ਤੁਹਾਨੂੰ ਡਾਕੂਮੈਂਟ ਵਗੈਰਾ ਉਹਨਾਂ ਨੇ ਭੇਜਿਆ ਕੁਛ ਜੀ? ਹਾਂਜੀ ਮੈਨੂੰ ਉਹਨੇ ਕੰਪਨੀ ਦਾ ਜੁਆਇਨ ਆਪਣਾ ਲੈਟਰ ਭੇਜਿਆ ਸੀਗਾ ਜੀ, ਆਫਰ ਲੈਟਰ ਭੇਜਿਆ ਸੀ? ਲੈਟਰ ਭੇਜਿਆ ਸੀਗਾ ਜੀ। ਕੋਈ ਪਾਸਪੋਰਟ ਵਗੈਰਾ ਲਿਆ ਤੁਹਾਡੇ ਤੋਂ? ਮੈਂ ਹਾਂਜੀ ਮੈਥੋਂ ਉਹਨੇ WhatsApp ਫੋਟੋ ਮੰਗਵਾਈਆਂ ਸੀ, ਕਰਵਾਈਆਂ ਸੀਗੀਆਂ ਜੀ। ਕਦੋਂ ਫਿਰ ਕਹਿੰਦੇ ਸੀ ਜਿਹੜਾ ਇਹ ਵੀਜ਼ਾ ਤੁਹਾਡਾ ਆ ਜਾਊਗਾ? ਇਹ ਦੀਵਾਲੀ ਵੇਲੇ ਹੀ ਕਹਿ ਰਹੀ ਸੀ ਜੀ, ਦੀਵਾਲੀ ਵੇਲੇ ਸਾਡੇ ਇਕੱਠਿਆਂ ਦੀ ਜੀਜਾ ਜੀ ਤੇ ਮੇਰੀ ਇਕੱਠਿਆਂ ਦੀ ਫਲਾਈਟ ਕਹਿ ਰਹੀ ਸੀ ਕਰਵਾ ਦਾਂਗੇ ਤੁਹਾਡੀ। ਉਹ ਤਾਂ ਕਹਿ ਰਹੀ ਹੈ ਕਿ ਮੈਂ ਖੁਦ ਫਸ ਗਈ ਸੀ ਉੱਥੇ ਜਾ ਕੇ, ਮੈਂ ਬੜੇ ਔਖੇ ਤਰੀਕੇ ਨਿਕਲੀ ਹਾਂ, 1 ਸਾਲ ਹੋ ਗਿਆ ਉਹ ਕਹਿੰਦੀ ਮੈਨੂੰ ਇੱਥੇ ਇੰਡੀਆ ਆਏ ਨੂੰ, ਮੈਂ ਦਰ ਭੜਕਦੀ ਫਿਰਦੀ, ਮੈਂ ਆਪਣੇ ਬੱਚਿਆਂ ਤੇ ਪਰਿਵਾਰ ਨੂੰ ਨਹੀਂ ਮਿਲ ਸਕਦੀ, ਮੈਂ ਬੱਚਿਆਂ ਨੂੰ ਮਿਲਣ ਤੋਂ ਤਰਸ ਰਹੀ ਹਾਂ, ਮੈਨੂੰ ਮੇਰੇ ਰਿਸ਼ਤੇਦਾਰ ਤੰਗ ਕਰ ਰਹੇ ਆ। ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸੀਗੀ, ਮੇਰੇ ਨਾਲ ਵੀ ਗੱਲ ਹੁੰਦੀ ਸੀ, ਬੱਚਿਆਂ ਨਾਲ ਵੀ ਗੱਲ ਹੁੰਦੀ ਸੀ, ਜਦ ਕਿ ਮੈਂ ਕਈ ਵਾਰ ਕਾਲ ਕਰਦੀ ਹੁੰਦੀ ਸੀ ਉਹ ਤੇ ਦੂਸਰੇ ਫੋਨ ਤੇ ਉਹਦੇ ਰਿੰਗ ਵੱਜਣੀ, ਕਹਿੰਦੀ ਮੇਰੇ ਨੇਹਾ ਦਾ ਫੋਨ ਆ ਰਿਹਾ, ਘਰੋਂ ਫੋਨ ਆ ਰਿਹਾ ਤੇ ਜੀਜਾ ਦੀ ਕਾਲ ਆ ਰਹੀ ਹੈ, ਮੈਂ ਉਹਦੇ ਨਾਲ ਗੱਲ ਕਰ ਲਾਂ ਤੇ ਉਹਦੇ ਵਿੱਚੋਂ ਮੈਨੂੰ ਫੋਨ ਕੱਟ ਕੇ ਉਹਨਾਂ ਨਾਲ ਗੱਲ ਕਰਨ ਸ਼ੁਰੂ ਕਰ ਦਿੰਦੀ ਸੀ। ਕਦੇ ਕਹਿੰਦੇ ਸੀ ਰਾਮਪ੍ਰਿਆਲ ਦਾ ਫੋਨ ਹੈ, ਸਭ ਦੇ ਨਾਲ ਗੱਲ ਹੁੰਦੀ ਸੀ ਜੀ, ਇਦਾਂ ਦੀ ਕੋਈ ਗੱਲ ਸੀ, ਕਿਸੇ ਵੀ ਟੈਨਸ਼ਨ ਦੇ ਵਿੱਚ ਨਹੀਂ ਸੀ ਹੈਗੀ ਉਹ। ਤੁਹਾਨੂੰ ਇਹ ਲੱਗਦਾ ਨਹੀਂ ਕਿ ਉਹਦੇ ਨਾਲ ਠੱਗੀ ਹੋਈ ਹੈ? ਨਹੀਂ ਜੀ ਨਹੀਂ, ਬਿਲਕੁਲ ਵੀ ਨਹੀਂ। ਇਹ ਸਾਰੇ ਇਹਦੇ ਫਾਦਰ ਸਾਹਿਬ, ਇਹਦੇ ਆਪਣਾ ਵਿਨੋਦ ਸ਼ਰਮਾ ਤੇ ਇਹ ਆਪਣਾ ਖੁਦ ਰਜਨੀਵਾਲਾ, ਇਹ ਸਾਰੇ ਮਿਲੇ ਹੋਏ, ਫਾਦਰ ਸਾਹਿਬ ਵੀ ਇਹਦੇ ਨਾਲ ਮਿਲੇ ਹੋਏ ਨੇ, ਇਹਦੇ ਬ੍ਰਦਰ ਵੀ। ਲਾਸਟ ਟਾਈਮ ਕਦੋਂ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ? ਹਾਂਜੀ ਮੈਂ ਇਹਨਾਂ ਦੇ ਘਰੇ ਆਈ ਸੀ ਜੀ ਆਪਣਾ ਪੈਸੇ ਕਹਿਣ ਵਾਸਤੇ, ਤੇ ਫੈਮਿਲੀ ਦੇ ਇੱਥੇ ਰਾਮਪੁਰੇ ਆਈ। ਮੈਂ ਕਿਹਾ ਵੀ ਦੱਸੋ ਉਹਨਾਂ ਦਾ ਫੋਨ ਬੰਦ ਹੋ ਗਿਆ, ਵੀ ਤੁਸੀਂ ਦੱਸੋ ਵੀ ਸਾਨੂੰ ਕਦੋਂ ਤੱਕ ਬੁਲਾਉਣਾ, ਜੇ ਨਹੀਂ ਬੁਲਾਉਣਾ ਸਾਡੇ ਪੈਸੇ ਵਾਪਸ ਕਰ ਦਿਓ, ਵੀ ਮੈਨੂੰ ਵਿਆਜ ਭਰਨਾ ਔਖਾ ਹੋ ਰਿਹਾ ਹੈਗਾ। ਤੇ ਉਸ ਤੋਂ ਬਾਅਦ ਹੀ ਉਹਨੇ ਆਪਣਾ ਮੈਨੂੰ ਸਿੱਧਾ ਇਹ ਕਿਹਾ, ਕਹਿੰਦੇ ਵੀ ਜਦੋਂ ਫੈਮਿਲੀ ਬੱਚਿਆਂ ਨੇ ਕਿਹਾ ਵੀ ਹੁਣ ਸਾਡੇ ਘਰੇ ਤੰਗ ਆਦੀ ਫੈਮਿਲੀ, ਮੰਮੀ ਨੂੰ ਫੋਨ ਕਰਕੇ ਕਿਹਾ ਵੀ ਮੰਮੀ ਮਾਸੀ ਆਏ ਸੀ ਪੈਸੇ ਲੈਣ ਵਾਸਤੇ ਤੇ ਇਹਦੇ ਨਾਨਾ ਜੀ ਨੇ, ਇਹਦੇ ਫਾਦਰ ਸਾਹਿਬ ਨੇ, ਖੁਦ ਰਾਮ ਕੁਮਾਰ ਜੀ ਨੇ
ਸਾਡੇ ਤੇ ਐਲੀਗੇਸ਼ਨ ਲਾਇਆ ਜੀ ਕਿ ਸਾਡੇ ਘਰੇ ਆਏ, ਸਾਡੇ ਤੋਂ ਲੱਖ ਰੁਪਈਆ ਚੱਕ ਕੇ ਘਰੋਂ ਸਾਡੇ ਲੈ ਗਏ। ਇੱਥੇ ਥਾਣਾ ਰਿਪੋਰਟ ਵੀ ਦਿੱਤੀ ਹੈ ਜੀ, ਸਾਡੇ ਘਰੇ ਨਾ ਆਉਣ ਜੀ। ਉਲਟਾ ਤੁਹਾਡੇ ਤੇ ਰਿਪੋਰਟ ਦੇ ਉਲਟਾ ਸਾਡੇ ਤੇ ਰਿਪੋਰਟ ਦੇਤੀ ਜੀ ਜਾ ਕੇ ਇਹਨਾਂ ਨੇ। ਪਰਿਵਾਰ ਸਾਥ ਨਹੀਂ ਦੇ ਰਿਹਾ ਤੁਹਾਡਾ? ਨਹੀਂ ਜੀ ਇਹਦਾ ਉਹਨਾਂ ਦਾ ਪਰਿਵਾਰ ਤੁਹਾਡਾ ਸਾਥ ਦੇ ਰਿਹਾ ਕਰੀ? ਨਹੀਂ ਜੀ ਦੇ ਨਹੀਂ ਰਿਹਾ। ਜੇ ਅਸੀਂ ਘਰੇ ਵੀ ਜਾਂਦੇ ਸਾਡੇ ਤੇ ਦੋਸ਼ ਲਾ ਦਿੰਦੇ ਵੀ ਸਾਡੇ ਘਰੇ ਪੈਸੇ ਚੱਕ ਕੇ ਲੈ ਗਏ, ਸਾਡੇ ਘਰੇ ਇਹ ਹੈ। ਜੇ ਅਗਲੇ ਦੇ ਘਰੇ ਇੰਨੇ ਪੈਸੇ ਆ ਗਏ ਸਾਡੇ ਪੈਸੇ ਵਾਪਸ ਕਰ ਦਿਓ ਸੀ। ਉਹ ਤਾਂ ਖੁਦ ਕਹਿ ਰਹੀ ਹੈ, ਕਹਿੰਦੀ ਰਿਸ਼ਤੇਦਾਰ ਮੈਨੂੰ ਜਾ ਕੇ ਘਰੇ ਧਮਕਾਉਂਦੇ ਆ, ਮੈਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਆ, ਮੇਰੇ ਘਰਦਿਆਂ ਪਰਿਵਾਰ ਨੂੰ ਧਮਕੀ ਦੇ। ਤੁਹਾਡੇ ਤੇ ਦੋਸ਼ ਲਾ ਰਹੀ ਨਹੀਂ ਸਾਰਿਆਂ ਜੀ ਨਹੀਂ ਜੀ, ਉਹਦੇ ਕੋਈ ਐਵੇਂ ਦਾ ਕੁਝ ਨਹੀਂ ਹੈ। ਉਲਟਾ ਅਸੀਂ ਗਏ ਸੀਗੇ ਜੀ ਥਾਣੇ 'ਚ, ਤੁਸੀਂ ਪੁੱਛ ਸਕਦੇ ਹੋਗੇ। ਉਹਨਾਂ ਉਲਟਾ ਸਾਡੇ ਤੇ ਰਿਪੋਰਟ ਲਿਖਾਤੀ ਜੀ। ਜੇ ਅਸੀਂ ਕਹਿਣ ਗਏ ਵੀ ਸਾਡੇ ਪੈਸੇ ਵਾਪਸ ਕਰ ਦਿਓ, ਨਹੀਂ ਜਾਂ ਸਾਨੂੰ ਦੱਸੋ ਵੀ ਉਹਨੇ ਬੁਲਾਉਣਾ ਕਿ ਨਹੀਂ ਬੁਲਾਉਣਾ। ਉਲਟਾ ਉਹਨੇ ਸਾਡੇ ਤੇ ਐਲੀਗੇਸ਼ਨ ਲਾਇਆ ਕਿ ਉਹ ਸਾਡੇ ਘਰੇ ਆਏ ਤੇ ਉਹਦੇ ਬੇਟਾ ਸੁਮਿਤ ਕੁਮਾਰ ਸ਼ਰਮਾ ਜੀ ਉਹ ਜਾ ਕੇ ਥਾਣੇ 'ਚ ਰਿਪੋਰਟ ਲਿਖਾ ਕੇ ਵੀ ਸਾਡੇ ਘਰੇ ਮਾਸੀ ਆਈ ਤੇ ਲੱਖ ਰੁਪਏ ਚੱਕ ਕੇ ਲੈ ਗਈ। ਤੇ ਫਿਰ ਉਸ ਤੋਂ ਜੇ ਲੱਖ ਰੁਪਏ ਚੱਕਿਆ ਹੁੰਦਾ ਸਾਡੇ ਤੇ ਦੁਬਾਰਾ ਕਾਰਵਾਈ ਕਿਉਂ ਨਹੀਂ ਕਰਵਾਈ? ਜੇ ਲੱਖ ਰੁਪਏ ਝੂਠੇ ਸੀ, ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਨਹੀਂ ਪਤਾ ਸੀ ਵੀ ਇਹਨਾਂ ਦੇ ਸਾਨੂੰ ਘਰੇ ਨਾ ਬੁਲਾਉਣ ਦਾ ਤਰੀਕੇ ਕਿ ਵੀ ਇਹ ਸਾਡੇ ਘਰੇ ਨਾ ਆਉਣ। ਉਹ ਕਹਿੰਦੀ ਕਿ ਰਿਸ਼ਤੇਦਾਰ ਮੈਨੂੰ ਆਤਮ ਹੱਤਿਆ ਲਈ ਮਜਬੂਰ ਕਰਦੇ ਆ, ਤੁਸੀਂ ਉਹਨਾਂ ਨੂੰ ਧਮਕੀਆਂ ਦਿੰਦੇ ਹੋ? ਨਹੀਂ ਜੀ ਬਿਲਕੁਲ ਨਹੀਂ। ਸਾਨੂੰ ਜੋ ਕਿ ਐਦਾਂ ਦਾ ਕੋਈ ਪ੍ਰੂਫ ਹੈਗਾ ਉਹਦੇ ਕੋਲ ਕੋਈ ਰਿਕਾਰਡਿੰਗ ਵੀ ਹੋਊਗੀ ਇਸ ਗੱਲ ਦੀ। ਜਿਸ ਧਮਕੀ ਉਲਟਾ ਮੈਂ ਉਹਨੂੰ ਇਹ ਗੱਲ ਕਹੀ ਹੈ ਵੀ ਜੇ ਤੈਨੂੰ ਇੱਥੇ ਕੋਈ ਪ੍ਰੋਬਲਮ ਹੈਗੀ ਹੈ ਸਾਨੂੰ ਦੱਸ। ਕਹਿੰਦੀ ਨਹੀਂ ਕੋਈ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਤੁਸੀਂ ਇੱਥੇ ਆਵੋ, ਮੈਂ ਤੁਹਾਨੂੰ ਸੈੱਟ ਕਰਨੇ, ਆਪਾਂ ਇਕੱਠੇ ਰਵਾਂਗੇ, ਇੱਥੇ ਇਕੱਠੇ ਕੰਮ ਕਰਾਂਗੇ, ਇਕੱਠੇ ਆਪਾਂ ਇੱਥੇ ਕਮਰਾ ਲਵਾਂਗੇ। ਉਹਨੇ ਸਾਨੂੰ ਉਲਟਾ ਇਹ ਕਿਹਾ ਜੀ। ਤੁਹਾਡੀ ਟੋਟਲ ਕਿੰਨੀ ਰਕਮ ਹੈ, ਕਿੰਨੇ ਪੈਸੇ ਗਏ ਜੀ ਮੈਂ ਤਾਂ ਉਹਨੇ 570 ਲੱਤਾ ਜੀ। 5,70,000। ਇਹ ਪੇਮੈਂਟ ਕੈਸ਼ ਵੀ ਦਿੱਤਾ ਜਾਂ ਫਿਰ ਸਾਰਾ? ਦਿੱਤਾ ਹਾਂਜੀ, 2 ਲੱਖ ਕੈਸ਼ ਦਾ, 3,60,000 ਰੁਪਏ ਮੇਰੇ ਅਕਾਊਂਟ 'ਚ ਪਾਏ। ਜਿਹੜਾ ਕੈਸ਼ ਦਿੱਤਾ ਉਹ ਕਿਹਨਾਂ ਨੂੰ ਦਿੱਤਾ ਜੀ? ਉਹਦੇ ਫੈਮਿਲੀ ਨੂੰ ਦਿੱਤਾ। ਜਦੋਂ ਉਹਨੇ ਸਾਨੂੰ ਕਿਹਾ ਹੀ ਕਹਿੰਦੇ ਐਂ ਕਰਕੇ ਵੀ ਵਕੀਲ ਨਹੀਂ ਮੰਨਦਾ ਪਿਆ ਇੰਨੇ ਪੈਸਿਆਂ ਦੇ ਵਿੱਚ, ਵੀ ਸਾਡਾ ਕੰਮ ਨਹੀਂ ਹੋ ਰਿਹਾ ਹੈਗਾ, ਵੀ ਨਹੀਂ ਤੁਹਾਡੇ ਇਹ ਵੀ ਪੈਸੇ ਜਾਣਗੇ, ਵੀ ਇੰਨਾ ਨਾ ਤੁਹਾਨੂੰ ਹੋਰ ਕਰਨਾ ਪੈਣਾਗਾ। ਫਿਰ ਮੈਨੂੰ ਇਹ ਹੋ ਗਿਆ ਜੀ ਮੇਰੇ ਵੀ 3,60,000 ਰੁਪਏ ਵੀ ਗਿਆ। ਮੈਂ ਜਾ ਹੁਣ ਵੀ ਨਾ ਮੈਂ ਉੱਧਰ ਨਾ ਉੱਧਰ, ਤੇ ਮੈਂ ਬਾਕੀ ਜਿਹੜਾ 2 ਲੱਖ ਸੀ ਫਿਰ ਇਹਦੇ ਮੈਂ ਘਰੇ ਮਤਲਬ ਦੇਣ ਆਈ। ਹਾਂਜੀ। ਕਿਹਨਾਂ ਨੂੰ ਦਿੱਤਾ ਤੁਸੀਂ ਜਿਹੜੇ ਕੈਸ਼? ਫਾਦਰ ਸਾਹਿਬ ਸੀਗੇ ਨਾਲ ਤਾਂ ਜੀ, ਤੇ ਇਹਨਾਂ ਦੇ ਹਸਬੈਂਡ ਸੀਗੇ ਜੀ। ਹੁਣ ਪਰਿਵਾਰ ਕੀ ਕਹਿ ਰਿਹਾ? ਰਜਨੀ ਬਾਲਾ ਕਹਿ ਰਹੀ ਹੈ ਕਿ ਮੈਂ ਘਰ ਵੀ ਨਹੀਂ ਜਾ ਸਕਦੀ, ਬੜੀ ਔਖੀ ਜਿਹੜੇ ਹਾਲਾਤਾਂ 'ਚ ਫਸੀ ਹੋਈ ਆ। ਪਰਿਵਾਰ ਕੀ ਕਹਿ ਰਿਹਾ ਉਹਨਾਂ ਦਾ? ਪਰਿਵਾਰ ਤਾਂ ਜੀ ਹੁਣ ਅਸੀਂ ਘਰੇ ਜਾਂਦੇ, ਸਾਨੂੰ ਤੱਕ ਪਰਿਵਾਰ ਘਰੇ ਵੜਨ ਨਹੀਂ ਦੇ ਰਿਹਾ। ਅਸੀਂ ਉਲਟਾ ਘਰੇ ਜਾਂਦੇ, ਸਾਡੇ ਤੇ ਦੋਸ਼ ਲਾ ਰਹੇ ਨੇ ਜੀ ਉਹ ਵੀ ਸਾਡੇ ਘਰੇ ਆਏ, ਬੱਚਿਆਂ ਨੂੰ ਡਰਾ ਕੇ ਜਾਂਦੇ ਨੇ, ਸਾਡੇ ਕੋਲ ਪੈਸੇ ਚੱਕ ਕੇ ਲੈ ਕੇ ਜਾਂਦੇ ਨੇ। ਅਸੀਂ ਤਾਂ ਘਰੇ ਜਾ ਹੀ ਨਹੀਂ ਸਕਦੇ ਜੀ। ਕੀ ਲੱਗਦਾ ਹੈ ਆਖਰ ਤੁਹਾਡੇ ਨਾਲ ਉਹਨੇ ਇਸ ਤਰ੍ਹਾਂ ਕਿਉਂ ਕੀਤਾ ਜੀ? ਹੁਣ ਉਹਨੂੰ ਪਤਾ ਹੀ, ਅਸੀਂ ਤਾਂ ਵਿਸ਼ਵਾਸ ਕੀਤਾ ਸੀ ਵੀ ਚਲੋ ਸਾਡੀ ਬੂਆ ਦੀ ਕੁੜੀ ਹੈ, ਵੀ ਚੱਲ ਸਾਡੇ ਨਾਲ, ਸਾਡੇ ਤਾਂ ਦਿਮਾਗ 'ਚ ਵੀ ਐਵੇਂ ਦੀ ਕੋਈ ਗੱਲ ਹੈ ਹੀ ਨਹੀਂ ਸੀ ਵੀ ਇਹ ਸਾਡੇ ਨਾਲ ਇੱਦਾਂ ਕਰੂਗੀ। ਹੁਣ ਉਹਨੂੰ ਉਹਦੇ ਦਿਮਾਗ 'ਚ ਕੀ ਸੀ ਸਾਨੂੰ ਨਹੀਂ ਪਤਾ। ਉਹ ਕਹਿੰਦੀ ਸੀ ਜਦੋਂ ਮੈਂ ਇੱਥੇ ਸੀ ਮੇਰੇ ਰਿਸ਼ਤੇਦਾਰ ਮੈਨੂੰ ਬੁਲਾਉਂਦੇ ਨਹੀਂ ਸੀ, ਸਾਡੇ ਆਉਂਦੇ ਜਾਂਦੇ ਨਹੀਂ ਸੀ, ਜਦੋਂ ਮੈਂ ਬਾਹਰ ਚਲੀ ਗਈ ਉੱਥੇ ਮੈਨੂੰ। ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਸਾਡੇ ਪਹਿਲਾਂ ਵੀ ਸਹੀ ਮਤਲਬ ਆਉਂਦੇ ਜਾਂਦੇ ਸੀਗੇ, ਤੇ ਆਪਣਾ ਮੇਰੇ ਮੰਮੀ ਹੋਰੇ ਵੀ ਸਾਡੇ ਤੇ ਮੇਰੇ ਨਾਨਕੇ ਮਤਲਬ ਰਜਨੀ ਬਾਲਾ ਦੇ ਮੇਰੇ ਘਰ ਨਾਨਕੇ ਨਹੀਂ, ਉੱਥੇ ਇਹ ਵੀ ਜਾਂਦੇ ਸੀਗੇ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ। ਜੀ ਤਾਂ ਦਰਸ਼ਕੋ ਇਸ ਭੈਣ ਵੀ ਦੱਸ ਰਹੀ ਹੈ ਕਿ 5,70,000 ਰਜਨੀ ਬਾਲਾ ਨੂੰ ਮੈਂ ਕੈਨੇਡਾ ਜਾਣ ਲਈ ਦਿੱਤਾ ਸੀ। ਇਹਨਾਂ ਨੂੰ ਕੈਨੇਡਾ ਬੁਲਾਉਣ ਦੀਆਂ ਗੱਲਾਂ ਰਜਨੀ ਬਾਲਾ। ਕਾਇਦਾ ਪ੍ਰੂਫ ਆ ਦੇਖੋ ਜੀ, ਸਾਰੀਆਂ ਡਿਟੇਲਸ ਬੈਂਕ ਦੀਆਂ ਐਂਟਰੀਆਂ ਸਾਰੀਆਂ ਮੇਰੇ ਕੋਲ ਪਈਆਂ। ਜਿਹੜੇ ਰਜਨੀ ਬਾਲੇ ਦੇ ਅਕਾਊਂਟ ਦੇ ਵਿੱਚ ICICI ਬੈਂਕ ਦਾ ਅਕਾਊਂਟ ਹੈ ਉਹਦੇ ਅਕਾਊਂਟ ਦੇ ਵਿੱਚ ਪਵਾਈਆਂ ਗਈਆਂ ਸਾਰੀਆਂ ਜੀ। ਜੀ ਬਿਲਕੁਲ ਜੀ, ਤੁਹਾਡੀ ਟੀਵੀ ਸਕਰੀਨ ਤੇ ਉਹ ਸਾਰੀਆਂ ਸਟੇਟਮੈਂਟਾਂ ਜਿਹੜੀਆਂ ਫਲੈਸ਼ ਹੋ ਰਹੀਆਂ, ਜੋ ਆਫਰ ਲੈਟਰ ਵਗੈਰਾ ਰਜਨੀ ਬਾਲਾ ਵੱਲੋਂ ਭੇਜੇ ਗਏ, ਉਹ ਵੀ ਤੁਹਾਡੀ ਟੀਵੀ ਸਕਰੀਨ ਤੇ ਸਭ ਫਲੈਸ਼ ਹੋ ਰਿਹਾ। ਅਸੀਂ ਹੋਰ ਵੀ ਪਰਿਵਾਰਕ ਮੈਂਬਰ ਹੈਗੇ ਆ ਜਿਨ੍ਹਾਂ ਨਾਲ ਰਜਨੀ ਬਾਲਾ ਦੀ ਰਿਸ਼ਤੇਦਾਰੀ ਸੀ ਜਾਂ ਰਜਨੀ ਬਾਲਾ ਦੇ ਆਂਢ ਗੁਆਂਢ ਦੇ ਵਿੱਚ ਰਹਿਣ ਵਾਲੇ ਸੀ, ਜਿਨ੍ਹਾਂ ਨੇ ਕੈਨੇਡਾ ਜਾਣ ਲਈ ਲੱਖਾਂ ਰੁਪਏ ਦਿੱਤਾ। 32 ਲੱਖ ਤੋਂ ਵਧੇਰੀ ਰਕਮ ਇਹਨਾਂ ਨੇ ਦਿੱਤੀ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਖਰ ਇਹ ਫਿਰ ਐਡੇ ਵੱਡੇ ਚਾਂਸਸ ਕਿਵੇਂ ਆਏ, ਕਿਵੇਂ ਇਹਨਾਂ ਨਾਲ ਜਿਹੜੀ ਠੱਗੀ ਵੱਜੀ ਆ। ਰਜਨੀ ਬਾਲਾ ਖੁਦ ਕਹਿ ਰਹੀ ਹੈ ਕਿ ਮੇਰੇ ਨਾਲ ਠੱਗੀ ਵੱਜੀ ਆ। ਬਹੁਤ ਸਾਰੇ ਲੋਕਾਂ ਨਾਲ ਠੱਗੀ ਵੱਜ ਜਾਂਦੀ ਹੈ, ਬਹੁਤ ਸਾਰੇ ਲੋਕ ਠੱਗੀ ਦਾ ਸ਼ਿਕਾਰ ਹੁੰਦੇ ਨੇ ਕਿਉਂਕਿ ਬਾਹਰ ਜਾਣ ਦੀ ਲਲਸਾ ਹੁੰਦੀ ਹੈ ਕਿ ਅਸੀਂ ਵਿਦੇਸ਼ ਦੀ ਧਰਤੀ ਤੇ ਚਲੇ ਜਾਈਏ, ਸਾਡੀ ਜ਼ਿੰਦਗੀ ਚੰਗੀ ਬਸਰ ਹੋਵੇਗੀ, ਸਾਡੇ ਪਰਿਵਾਰ ਦਾ ਪਾਲਣ ਪੋਸ਼ਣ ਚੰਗਾ ਹੋਵੇਗਾ। ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰ ਹੁੰਦੇ ਨੇ ਜਿਹੜੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ। ਤਾਂ ਦਰਸ਼ਕੋ ਹੋਰ ਵੀ ਪਰਿਵਾਰ ਸਾਡੇ ਨਾਲ ਨੇ। ਵੀਰ ਹੈ ਇੱਕ, 32 ਲੱਖ ਰੁਪਏ ਇਹ ਕਹਿੰਦੇ ਅਸੀਂ ਰਜਨੀ ਬਾਲਾ ਦੇ ਅਕਾਊਂਟ 'ਚ ਪਾਇਆ। ਇਹਨਾਂ ਦਾ ਬ੍ਰਦਰ ਦੋਹਾ ਕਤਰ 'ਚ ਸੀ ਔਰ ਉਸਦੇ 2 ਸਾਥੀ ਹੋਰ ਸੀ ਜਿਹੜੇ ਉਹਦੇ ਨਾਲ ਉੱਥੇ ਰਹਿੰਦੇ ਸੀ। ਉੱਥੋਂ ਕੈਨੇਡਾ ਲੈ ਕੇ ਜਾਣਾ ਸੀ। ਇਹਨਾਂ ਨਾਲ ਕਿਵੇਂ ਗੱਲਬਾਤ ਹੋਈ, ਤੁਹਾਡੇ ਨਾਲ ਕਿਵੇਂ ਗੱਲਬਾਤ ਹੋਈ ਵੀਰੇ ਰਜਨੀ ਬਾਲਾ ਦੇ ਨਾਲ, ਔਰ ਤੁਸੀਂ ਐਡਾ ਵੱਡਾ ਭਰੋਸਾ ਕਿਵੇਂ ਕੀਤਾ, ਯਕੀਨ ਕਿਵੇਂ ਕੀਤਾ, ਐਡੀ ਵੱਡੀ ਰਕਮ ਤੁਸੀਂ ਕਿਵੇਂ ਉਹਦੇ ਅਕਾਊਂਟ 'ਚ ਟ੍ਰਾਂਸਫਰ ਕਰਤੀ? ਇਹ ਹੈਗੇ ਆ ਜੀ ਇੱਥੇ ਰਾਮਪੁਰੇ ਦੇ ਲੇਡੀਜ਼ ਆ ਬੈਠੇ ਆ ਸਾਡੇ ਪਿੰਡ ਤੋਂ, ਜਿਹੜਾ ਬਲਾਪੁਰ ਤੋਂ ਦੋਸਤ ਆ ਮੇਰੇ ਬ੍ਰਦਰ ਦਾ, ਉਹਨਾਂ ਦੀ ਮਾਸੀ ਜੀ ਆਈ। ਇਹਨਾਂ ਨੂੰ ਉਹਨਾਂ ਨੇ ਫੋਰਸ ਕੀਤਾ ਵੀ ਇਦਾਂ ਕਰਕੇ ਤੁਸੀਂ ਦੁਬਈ ਦੇ ਉੱਥੇ ਦੋਹਾ ਕਤਰ ਦੇ ਵਿੱਚ ਲੇਬਰ ਕਰ ਰਹੇ ਆ ਜਾਂ ਡਰਾਈਵਰੀ ਕਰ ਰਹੇ ਆ, ਵੀ ਤੁਹਾਨੂੰ ਅਸੀਂ ਕੈਨੇਡਾ ਪਹੁੰਚਾ ਦਿੰਦੇ ਆ ਵਰਕ ਪਰਮਿਟ ਦਵਾ ਕੇ। ਇਹਨਾਂ ਨੇ ਉਹਨਾਂ ਨਾਲ ਗੱਲ ਕੀਤੀ। ਉਹ ਫਿਰ ਦੋਸਤ ਨੇ ਉਹ ਸਾਡੇ ਨਾਲ ਗੱਲ ਕੀਤੀ ਵੀ ਇਦਾਂ ਕਰਕੇ ਤੁਸੀਂ ਵੀ ਸਾਡੇ ਨਾਲ ਜੁੜ ਜਾਓ, ਵੀ ਉਹਨਾਂ ਨੂੰ 4 ਬੰਦੇ ਚਾਹੀਦੇ 4 ਲੈਫਟ ਦੇ ਲਈ, ਵੀ ਸ਼ੋਰੂਮ ਦੇ ਵਿੱਚ 4 ਲੈਫਟ ਦਾ ਕੰਮ ਹੈਗਾ, ਵਰਕ ਪਰਮਿਟ ਹੋਊਗਾ 2 ਸਾਲ ਦਾ, ਇਦਾਂ ਕਰਕੇ ਸਾਰਾ ਕੁਝ ਦੱਸਿਆ। ਤੇ ਉਹਨਾਂ ਨੇ ਚਲੋ ਉਹਨਾਂ ਨੂੰ ਵੀ ਵਿੱਚ ਰਲਾ ਲਿਆ। ਫਿਰ ਇਹਨਾਂ ਦਾ 3 ਲੱਖ ਰੁਪਇਆ ਕਿਹਾ ਸੀ ਉਹ ਦੋਸਤ ਦਾ,
ਜਿਹੜਾ ਬਿਲਾਸਪੁਰ ਤੋਂ ਸੀਗਾ ਜਸਵੀਰ ਸਿੰਘ, ਉਹਨਾਂ ਦਾ 3 ਲੱਖ ਗਿਆ ਸੀ। ਉਹ ਤੋਂ ਚਲੋ ਉਹਨੇ ਇਦਾਂ ਕਿਹਾ ਵੀ ਇਦਾਂ ਕਰਕੇ ਵੀ ਮੇਰੇ ਬ੍ਰਦਰ ਨੂੰ ਕਿਹਾ ਵੀ ਸੁਖਵਿੰਦਰ ਵੀ ਇਦਾਂ ਕਰਕੇ ਵੀ ਵਰਕ ਪਰਮਿਟ ਮਿਲਦਾ ਆਪਾਂ ਨੂੰ ਮਹੀਨੇ 1.5 ਮਹੀਨੇ 'ਚ ਮਿਲ ਜੂਗਾ ਵੀ ਤੂੰ ਦੇਖ ਲੈ ਵੀ ਜੇ ਬਣਦਾ ਤਾਂ ਕੁਛ। ਇਹਨੇ ਮੇਰੇ ਬ੍ਰਦਰ ਨੇ ਉਹਨੂੰ ਜਾਣੀ ਉਹਨਾਂ ਦੀਆਂ ਗੱਲਾਂ 'ਚ ਆ ਗਿਆ, ਉਹਨੇ ਕਹਿਤਾ ਵੀ ਚਲੋ ਕੋਈ ਗੱਲ ਨਹੀਂ, ਗੱਲ ਕਰ ਲੈਂਦੇ ਆ। ਤੇ ਇਹਨਾਂ ਨੇ 2 ਬੰਦੇ ਇੱਕ ਹੋਰ ਪੱਟ ਲਏ, ਇੱਕ ਅੰਮ੍ਰਿਤਸਰ ਤੋਂ ਸੀਗਾ, ਉਹਨਾਂ ਨੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਆਇਆ ਨਹੀਂ। ਇਹ 3 ਬੰਦੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਤੇ ਇਹਨਾਂ ਨੇ ਜਾਣੀ ਕਿ ਸਾਥੋਂ 26 ਜੁਲਾਈ ਤੋਂ ਐਂਟਰੀਆਂ ਪਵਾਉਣੀਆਂ, ਅਕਾਊਂਟ ਦੇ ਵਿੱਚ ਪੈਸੇ ਪਾਉਣੇ ਸ਼ੁਰੂ ਕਰ ਦਿੱਤੇ ਤੇ 14 ਸਤੰਬਰ ਤੱਕ ਖਤਮ ਕਰਤੇ। 14 ਸਤੰਬਰ ਤੱਕ ਲਾਸਟ ਪੈਸੇ ਪਵਾ ਲਏ ਸੀ। ਟੋਟਲ ਕਿੰਨੀ ਰਕਮ ਜਿਹੜੀ ਗਈ ਹੈ ਤੁਹਾਡੀ? ਸਾਡੀ ਜਿਹੜੀ ਹੈਗੀ ਆ ਬੈਂਕ ਦੀ ਸਟੇਟਮੈਂਟ ਉਹ ਹੈਗੀ ਆ 27 ਲੱਖ ਦੀ ਕਰੀਬ, ਤੇ ਜਿਹੜੇ ਬਾਕੀ ਪੈਸੇ ਆ ਉਹ ਹੈਗੇ ਆ ਬਾਈ ਹੈਂਡ ਦਿੱਤੇ ਵੇ ਇਹਨਾਂ ਨੂੰ। ਕਿੰਨੀ ਰਕਮ ਟੋਟਲ? 32 ਲੱਖ ਰੁਪਏ ਜੀ। ਬਾਈ ਹੈਂਡ ਤੁਸੀਂ ਕਿਹਨਾਂ ਨੂੰ ਦਿੱਤਾ ਕੈਸ਼? ਉਹ ਇਹਨਾਂ ਨੂੰ ਦਿੱਤਾ ਜੀ ਜਿਹੜੇ ਇੱਥੇ ਰਜਨੀਵਾਲਾਂ ਦੀ ਫੈਮਿਲੀ ਸੀਗੀ, ਜਾਂ ਇਹਨਾਂ ਦੇ ਜਿਵੇਂ ਹਸਬੈਂਡ ਸੀਗੇ, ਜਾਂ ਇਹਨਾਂ ਦੀ ਫੈਮਿਲੀ ਸੀ ਜਿਹੜੇ ਇਹਨਾਂ ਦੇ ਪੇਕੇ ਘਰ ਆ ਗਏ, ਉਹਨਾਂ ਨੂੰ ਦਿੱਤੇ ਆ। ਬਾਕੀ ਪੈਸੇ ਆ ਸਾਰੀਆਂ ਸਟੇਟਮੈਂਟਾਂ ਮੇਰੇ ਕੋਲ ਕਿਹਾ ਬੈਂਕ ਕੀ ਗਿਆ ਸੀ ਵੀ ਕਿੰਨੇ ਟਾਈਮ 'ਚ ਲੈ ਜਾਾਂਗੇ ਤੁਹਾਨੂੰ, ਕਿੰਨੇ ਟਾਈਮ ਦਾ ਪਰਮਿਟ ਹੋਊਗਾ? ਉਹ 2 ਸਾਲ ਦਾ ਕਿਹਾ ਸੀਗਾ ਜੀ। ਇਹਨਾਂ ਨੇ 5 ਦਿਨਾਂ ਦੇ ਵਿੱਚ ਤਾਂ ਸਾਨੂੰ ਆਫਰ ਲੈਟਰ ਪਾਤੀ ਸੀਗੀ। ਉਹ ਇਹ ਨਹੀਂ ਪਤਾ ਕੀ ਕੀਤਾ ਸੀ, ਆਫਰ ਲੈਟਰਾਂ ਪਾਤੀਆਂ ਤਿੰਨਾਂ ਦੀਆਂ ਇਹਨਾਂ ਦੀਆਂ। 10 ਕੁ ਦਿਨਾਂ ਬਾਅਦ ਹੀ LMI ਆਈ ਆ। ਉਹ ਇਹਨਾਂ ਨੇ ਦਿਖਾਤੀ ਸਾਨੂੰ ਵੀ ਜਿੱਥੇ ਮਰਜ਼ੀ ਤੁਸੀਂ ਚੈੱਕ ਕਰਵਾ ਲਓ, ਜਿੱਥੇ ਮਰਜ਼ੀ ਕੁਛ ਕਰਾ ਲਓ ਵੀ ਸਹੀ ਹੈ ਇਹ। ਉਸ ਤੋਂ 20 ਕੁ ਦਿਨਾਂ ਬਾਅਦ ਹੀ ICL ਆ ਗਈ, ਉਹ ਵੀ ਭੇਜਤੀ। ਉਸ ਤੋਂ ਬਾਅਦ 'ਚ ਇਹ ਕਹਿੰਦੇ ਵੀ ਇਦਾਂ ਕਰਕੇ ਹੁਣ ਤੁਹਾਡੇ ਵੀਜ਼ੇ ਸਟੈਂਪ ਹੀ ਹੋਣੇ ਹੈਗੇ ਪਾਸਪੋਰਟ 'ਤੇ, ਵੀ ਅਸੀਂ ਤੁਹਾਨੂੰ ਇੱਕ ਫਾਈਲ ਉੱਥੋਂ ਕੋਰੀਅਰ ਕਰਾਂਗੇ ਕੈਨੇਡਾ ਦੇ ਵਿੱਚੋਂ, ਤੁਹਾਡੇ ਦੋਹਾ ਕਤਰ ਪਹੁੰਚ ਜਾਣਗੀਆਂ ਉਹ ਫਾਈਲਾਂ, ਮਾਸਕਾਰਡ ਪਹੁੰਚ ਜਾਣਗੀਆਂ, ਤੁਸੀਂ ਉਹ ਐਮਬੈਸੀ ਦੇ ਵਿੱਚ ਕੈਨੇਡਾ ਐਮਬੈਸੀ ਦੇ ਵਿੱਚ ਜਮ੍ਹਾਂ ਕਰਵਾਉਣੀਆਂ, ਉੱਥੋਂ ਵੀਜ਼ਾ ਤੁਹਾਡੇ ਪਾਸਪੋਰਟ 'ਤੇ ਸਟੈਂਪ ਹੋ ਜਾਊਗਾ ਵੀ ਉੱਥੋਂ ਤੁਸੀਂ ਡਾਇਰੈਕਟ ਟਿਕਟ ਉੱਥੋਂ ਦੀ ਕੈਨੇਡਾ ਦੀ ਲੈ ਕੇ ਆ ਜਾਓ, ਜਾਂ ਤੁਸੀਂ ਇੰਡੀਆ ਘਰਦਿਆਂ ਨੂੰ ਮਿਲ ਕੇ ਆਉਣਾ, ਮਹੀਨੇ 1.5 ਮਹੀਨੇ ਦੀ ਖਾਤਰ ਮਿਲ ਆਇਓ। ਆਹ ਗੱਲਾਂ ਹੋਈਆਂ ਜਿਹੜੀ ਜੀ। ਫਾਈਲ ਫਿਰ ਕੈਨੇਡਾ ਤੋਂ ਚੱਲ ਕੇ ਦੋਹਾ ਕਤਰ ਆਉਣੀ ਸੀ, ਆਈ ਫਾਈਲ ਜੀ? ਨਹੀਂ ਉਹ ਨਹੀਂ ਆਈ ਜੀ। ਜਦੋਂ ਉਹਨਾਂ ਨੇ ਇਦਾਂ ਕਿਹਾ, ਜਿਹੜਾ ਉਹ ਚੌਥੇ ਬੰਦੇ ਦੇ ਇਹਨਾਂ ਨੇ ਪੈਸੇ ਸਾਰੇ ਕਾਗਜ਼ੀ ਕਾਰਵਾਈ ਪੂਰੀ ਕਰਤੀ ਸੀ ਅੰਬਰਸਰ ਵਾਲੇ ਦੀ, ਉਹਨੇ 1 ਰੁਪਿਆ ਨਹੀਂ ਭਰਿਆ ਸੀਗਾ। ਉਹ ਫਿਰ ਸਾਨੂੰ ਇਦਾਂ, ਉਹ ਜਿਹੜਾ ਗੈਰੀ ਢਾਲੀਵਾਲ ਸੀ ਉਹ ਕਹਿੰਦਾ ਵੀ ਇਦਾਂ ਕਰਕੇ ਵੀ ਉਹਦਾ ਕਰਕੇ ਵੀ ਆਪਣੇ ਨਾਲ ਵੀ ਵਕੀਲ ਗਲਤ ਚੱਲ ਰਿਹਾ ਹੈਗਾ, ਵੀ ਉਹਦੇ ਪੈਸੇ ਆਪਾਂ ਨੂੰ ਦੇਣੇ ਪੈਣਗੇ। ਜਿਹੜੇ ਉਹਨੇ ਪੈਸੇ ਰਹਿੰਦੇ ਸੀ ਕਹਿੰਦਾ ਵੀ ਆਪਾਂ ਉਹ ਵਕੀਲ ਦੀ ਫੀਸ ਭਰਨੀ ਹੈ, ਵੀ ਜਿਹੜਾ ਤੁਹਾਡੇ ਲਈ 12 ਲੱਖ ਰਹਿੰਦਾ ਹੈਗਾ ਤੁਸੀਂ ਉਹ ਵੀ ਦੇ ਦਿਓ ਮੈਨੂੰ, ਤੇ ਆਪਾਂ ਵੀ ਉਹ ਵਕੀਲ ਨਾਲ ਕਲੀਅਰ ਕਰਕੇ ਵੀ ਆਪਾਂ ਉਹ ਤੋਂ ਫਾਈਲਾਂ ਫੜਦੇ ਹੋ ਜਾਈਏ। ਤੇ ਉਹਨਾਂ ਨੇ ਉਹ ਫਾਈਲਾਂ ਫੜੀਆਂ, ਸਾਨੂੰ ਉੱਥੇ ਫੋਟੋ ਵੀ ਖਿੱਚ ਕੇ ਉਹਨਾਂ ਨੇ ਲੋਕੇਸ਼ਨ ਦੀ ਪਾਈ ਵੀ ਆ, ਮੈਂ ਉੱਥੇ ਐਮਬੈਸੀ ਦੇ ਮੂਹਰੇ ਖੜਾਂਗਾ, ਫਾਈਲਾਂ ਵਕੀਲ ਤੋਂ ਫੜ ਲਈਆਂ ਗਈਆਂ, ਹੁਣ ਕੈਨੇਡਾ ਐਮਬੈਸੀ ਦੇ ਵਿੱਚ ਦਾਖਲ ਹੋ ਗਿਆਗਾ, ਵੀ ਫਾਈਲਾਂ ਜਮ੍ਹਾਂ ਹੋ ਗਈਆਂ, ਵੀ ਇਹਨਾਂ ਨੇ ਆਪਾਂ ਨੂੰ ਇੱਕ ਪੇਪਰ ਦੇਣਾਗਾ, ਵੀ ਪੇਪਰ ਦੇਣ ਤੇ ਬਾਅਦ ਤੁਹਾਨੂੰ ਮੈਂ ਪੇਪਰ ਉਹ ਕੋਰੀਅਰ ਕਰ ਦੂੰਗਾ, ਜਾਂ ਵੀ ਤੁਹਾਨੂੰ WhatsApp ਕਰ ਦੂੰਗਾ, ਵੀ ਤੁਸੀਂ ਉੱਤੇ ਜਾ ਕੇ ਐਮਬੈਸੀ 'ਚ ਜਮ੍ਹਾਂ ਕਰਵਾ ਦਿਓ ਕੈਨੇਡਾ ਐਮਬੈਸੀ 'ਚ, ਵੀ ਉਸ ਤੋਂ ਬਾਅਦ 'ਚ ਵੀਜ਼ਾ ਸਟੈਂਪ ਹੋ ਜਾਊਗਾ ਤੁਹਾਡਾ। ਤੇ ਪਰ ਉਸ ਤੋਂ ਬਾਅਦ 'ਚ ਉਹਨੇ ਇਹ ਗੱਲ ਕਹੀ ਆ ਲਾਸਟ ਤੇ, ਜਦੋਂ ਲਾਸਟ ਕਾਲ ਹੋਈ ਹੈ ਸਾਡੀ, ਕਹਿੰਦਾ ਵੀ ਜਿੰਨੇ ਵੀ ਤੁਸੀਂ ਸਾਨੂੰ ਪੈਸੇ ਪਾਏ ਆ। ਗੈਰੀ ਧਾਲੀਵਾਲ ਨਾਲ ਵੀ ਗੱਲ ਕਰਦੇ ਸੀ? ਹਾਂਜੀ, ਮੇਰੇ ਬ੍ਰਦਰ ਕਰਦੇ ਸੀਗੇ ਗੈਰੀ ਜੀ। ਧਾਲੀਵਾਲ, ਠੀਕ। ਵੀ ਉਹ ਕਹਿੰਦੇ ਵੀ ਜਿੱਦਾਂ ਵੀ ਤੁਹਾਡੀ ਗੱਲਬਾਤ ਹੋਈ ਹੈ ਸਾਰੀ, ਜਿੰਨੇ ਤੁਸੀਂ ਸਾਨੂੰ ਪੈਸੇ ਪਾਏ ਆ, ਤੁਹਾਨੂੰ ਅਸੀਂ ਵੀਜ਼ਾ ਵੀ ਦੇਵਾਂਗੇ, ਵਰਕ ਪਰਮਿਟ ਵੀ ਦੇਵਾਂਗੇ, ਤੇ ਤੁਹਾਡੇ ਪੈਸੇ ਵੀ ਵਾਪਸ ਕਰਾਂਗੇ ਜੇ ਸਾਡੇ 'ਚ ਕੋਈ ਵੀ ਪ੍ਰੋਬਲਮ ਹੋਈ ਤਾਂ। ਆਖੇ ਮੈਸੇਜ ਆ ਸਾਂਭ ਕੇ ਵੀ ਰੱਖ ਲਿਓ ਤੁਸੀਂ, ਤੁਹਾਡੇ ਕੰਮ ਆਊਗਾ। ਆਹ ਲਾਸਟ ਉਹਨੇ ਇਦਾਂ ਗੈਰੀ ਧਾਲੀਵਾਲ ਨੇ ਕਿਹਾ? ਹਾਂਜੀ ਵੀ ਇਸ ਹੁਣ ਲਾਸਟ ਟਾਈਮ ਤੁਹਾਡੀ ਜਿਹੜੀ ਰਜਨੀਵਾਲਾ ਨਾਲ ਕਦੋਂ ਗੱਲ ਹੋਈ? ਰਜਨੀਵਾਲਾ ਨਾਲ ਤਾਂ ਉੱਥੇ ਹੀ ਹੁੰਦੀ ਸੀਗੀ, ਜੋ ਵੀ ਬ੍ਰਦਰ ਦੀ ਹੁੰਦੀ ਸੀ। ਇਹ ਦੱਸਦੇ ਹੁੰਦੇ ਸੀਗੇ ਵੀ ਬਸ ਤੁਹਾਡਾ ਕੰਮ ਬਣ ਰਿਹਾ ਹੈਗਾ, ਬਸ ਤੁਸੀਂ ਪੈਸੇ ਪਾ ਦਿਓ ਜਿੰਨੇ ਰਹਿੰਦੇ ਆ, ਬਸ ਹੋ ਗਿਆ ਕੰਮ, ਮੈਂ ਇੱਥੇ ਬੈਠੀ ਆ। ਉਹ ਵੀ ਸਾਨੂੰ ਕਹਿੰਦਾ ਹੁੰਦਾ ਸੀਗਾ ਕਿ ਮੈਂ ਆਪਣੇ ਟਰਾਲੇ ਲਊਂਗਾ, ਤੁਸੀਂ ਡਰਾਈਵਰੀ ਕਰੋ ਇਹਨਾਂ ਤੇ ਆ ਕੇ, ਵੀ ਇਦਾਂ ਕਰਕੇ ਆਪਣਾ ਸਰਕਲ ਵਧੀਆ ਭਰਾਵਾਂ ਦਾ ਚੱਲ ਪਊਗਾ, ਆਪਣਾ ਇੱਕ ਇਕੱਠ ਬਣ ਜਾਊਗਾ, ਸਾਰਿਆਂ ਦਾ ਇੱਕਾ ਬਣ ਜਾਊਗਾ। ਕਿ ਰਜਨੀਵਾਲਾ ਗਈ ਇਹ ਮੇਰੇ ਬੀਅਰ ਬਾਰ 'ਚ ਕੰਮ ਕਰਦੀ ਆ, ਇਦਾਂ ਗੱਲਾਂ ਕਰਦਾ ਹੁੰਦਾ ਜੀ। ਤੁਹਾਨੂੰ ਇਹ ਸਾਰੀਆਂ ਗੱਲਾਂ ਦੇ ਵਿੱਚ ਕਿਤੇ ਸ਼ੱਕ ਨਹੀਂ ਹੋਇਆ ਕਿ ਸਾਡੇ ਨਾਲ ਫਰਾਡ ਹੋ ਰਿਹਾ? ਸ਼ੱਕ ਸਾਨੂੰ ਇਦਾਂ ਹੋਇਆ ਸੀਗਾ ਜੀ, ਜਦੋਂ ਇਹਨਾਂ ਨੇ ਥਾਈਲੈਂਡ ਦਾ ਅਕਾਊਂਟ ਭੇਜਿਆ ਮੈਨੂੰ ਕਹਿੰਦੇ ਵੀ ਥਾਈਲੈਂਡ ਦਾ ਅਕਾਊਂਟ ਆ, ਵੀ ਇਹਦੇ 'ਚ ਪੈਸੇ ਪਾ ਦੇ। ਤੇ ਜਦੋਂ ਮੈਂ ਬੈਂਕ ਦੇ ਵਿੱਚ ਗਿਆ, SBI ਬੈਂਕ 'ਚ, ਉਹਨਾਂ ਦੇ ਨਾਲ ਮੇਰੀ ਮੈਨੇਜਰ ਨਾਲ ਵਧੀਆ ਬਣਦੀ ਸੀਗੀ ਜੀ। ਤੇ ਉਹ ਮੈਨੇਜਰ ਨੇ ਮੈਨੂੰ ਕਿਹਾ ਵੀ ਇਹ ਗਲਤ ਹੋ ਰਿਹਾ ਹੈਗਾ, ਵੀ ਥਾਈਲੈਂਡ ਦੇ ਜਿੰਨੇ ਵੀ ਅਕਾਊਂਟ ਆ ਵੀ ਉਹਨਾਂ 'ਚ ਫਰਾਡ ਹੈਗਾ, ਵੀ ਤੁਸੀਂ ਇਹਦੇ 'ਚ ਨਾ ਪਾਓ ਪੈਸੇ। ਉਹਨਾਂ ਨੇ ਮਨਾ ਕਰਤਾ, ਤੇ ਮੈਂ ਉੱਥੇ ਇਹਨਾਂ ਨੂੰ ਝੂਠ ਬੋਲਤਾ ਫੋਨ ਤੇ ਵੀ ਮੈਂ ਥਾਈਲੈਂਡ ਦੇ ਅਕਾਊਂਟ 'ਚ ਇੱਥੋਂ ਪੈਂਦੇ ਨਹੀਂ ਪਏ ਇੰਡੀਆ ਤੋਂ ਪੈਸੇ, ਵੀ ਤੁਸੀਂ ਹੋਰ ਅਕਾਊਂਟ ਦੇ ਦਿਓ ਆਪਦਾ। ਇਹਨਾਂ ਨੇ ਫਿਰ ਉਹ 2 ਖਾਤੇ, ਇੱਕ ਬਨੋਦ ਸ਼ਰਮਾ ਦਾ ਤੇ ਇੱਕ ਇਹਦਾ ਰਜਨੀਵਾਲਾ ਦਾ, 3 ਖਾਤੇ ਸੀ ਇਹਨਾਂ ਦੇ। ਬਨੋਦ ਸ਼ਰਮਾ ਦੇ 2 ਸੀ, ਰਜਨੀਵਾਲਾ ਦੇ ਵੀ 2 ਸੀ। ਉਹਨਾਂ ਖਾਤਿਆਂ 'ਚ ਹੀ ਸਾਰੇ ਪੈਸੇ ਪਵਾਏ ਹੈਗੇ। ਇੱਕ ਰਾਮਪੁਰੇ ਦਾ ਖਾਤਾ ਸੀ ਮੰਨ ਕੇ, ਤੇ ਇੱਕ ਜਗਰਾਉਂ ਦਾ। ਬਸ ਤੁਸੀਂ ਇੰਡੀਆ 'ਚ ਵੀ ਇੱਥੇ ਵੀ ਪਾਏ ਉਹਨਾਂ ਦੇ ਅਕਾਊਂਟ 'ਚ ਪੈਸੇ? ਇੰਡੀਆ ਦੇ ਖਾਤੇ ਸੀਗੇ ਜੀ ਸਾਰੇ ਉਹਨਾਂ ਦੇ। ਅੱਛਾ।
ਕੋਈ ਵੀ ਖਾਤਾ ਬਾਹਰਲਾ ਨਹੀਂ ਸੀ। ਕੈਨੇਡਾ ਦੇ ਖਾਤੇ 'ਚ ਵੀ ਪਾਇਆ? ਨਹੀਂ, ਕੈਨੇਡਾ ਦੇ ਖਾਤੇ 'ਚ ਕਿਸੇ 'ਚ ਗੈਰੀ ਨਹੀਂ। ਧਾਲੀਵਾਲ ਨਾਲ ਗੱਲਬਾਤ ਹੁੰਦੀ ਸੀ ਕਿ ਰਜਨੀ ਇੰਨੇ ਪੈਸੇ ਮੰਗਦੀ ਹੈ, ਇੰਨੇ ਅਸੀਂ ਜਮ੍ਹਾਂ ਕਰਵਾਉਣ ਲੱਗੇ? ਇਹਨਾਂ ਦੇ ਕਹਿਣ ਤੀ ਉਹ ਜਦੋਂ ਉਹ ਕਹਿੰਦਾ ਸੀ, ਇਹ ਫਿਰ ਪਹਿਲਾਂ ਇਹ ਕਹਿੰਦੇ ਸੀ ਰਜਨੀ ਵਾਲਾ ਜਾਂ ਵਿਨੋਦ ਸ਼ਰਮਾ ਵੀ ਇਦਾਂ ਕਰਕੇ ਤੁਸੀਂ ਭਾਜੀ ਇੰਨੇ ਪੈਸੇ ਪਾ ਦਿਓ। ਇਹ ਰਜਨੀ ਵਾਲਾ ਉਹਨਾਂ ਨੂੰ ਕਹਿੰਦੀ ਸਾਡੇ ਦੋਸਤ ਮੇਰੇ ਬ੍ਰਦਰ ਨੂੰ ਵੀ ਇਦਾਂ ਕਰਕੇ ਤੁਸੀਂ ਇੰਨੇ ਪੈਸੇ ਪਾ ਦਿਓ ਹੁਣ ਵੀ ਹੁਣ ਉਹ ਕੰਮ ਆਪਣਾ ਨੇੜ ਆਇਆ ਵਾ, ਬਸ ਉਹਨੂੰ ਦੀਵਾਲੀ ਤੇ ਚੜਾ ਦੇਣਾਗਾ, ਦੀਵਾਲੀ ਨੂੰ ਟਿਕਟ ਹੋ ਜੂਗੀ ਤੁਹਾਡੀ, ਆਹ ਹੋ ਜੂਗੀ। ਪਹਿਲਾਂ ਦੁਸਹਿਰਾ ਕਹਿੰਦੇ ਰਹੇ, ਦੁਸਹਿਰੇ ਤੋਂ ਬਾਅਦ ਦੀਵਾਲੀ ਕਹਿੰਦੇ ਰਹੇ, ਮੁੜ ਕੇ ਕਹਿੰਦੇ ਨਵੇਂ ਸਾਲ ਤੇ ਭੇਜਾਂਗੇ, ਬਸ ਮੁੜ ਕੇ ਇਹਨਾਂ ਨੇ ਫੋਨ ਬੰਦ ਕਰਤੇ। 1 ਸਾਲ ਦੇ ਲਗਭਗ ਹੋ ਗਿਆ ਉਹਨੂੰ ਵਾਪਸ ਆਈ ਨੂੰ ਇੰਡੀਆ 'ਚ। ਤੁਹਾਨੂੰ ਕਦੇ ਭਿਣਕ ਪਈ, ਪਤਾ ਲੱਗਿਆ ਵੀ ਉਹ ਵਾਪਸ ਆਈ? ਸਾਨੂੰ ਜਦੋਂ ਵੀ ਅਸੀਂ ਇਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਦੇ ਆਂ ਵੀ ਪੁੱਛਦੇ ਆਂ ਵੀ ਇੱਥੇ ਹੈਗੇ ਕਿ ਨਹੀਂ, ਉਹ ਪਤਾ ਹੀ ਨਹੀਂ ਲੱਗ ਰਿਹਾ ਵੀ ਇੱਥੇ ਆ ਕਿ ਬਾਹਰ ਆ, ਕਿੱਥੇ ਹੈਗੇ। ਸਾਨੂੰ ਤਾਂ ਜਿਹੜੀ ਆਪਣੀ ਉਹ ਤੁਸੀਂ ਖਬਰ ਸੀਗੀ ਉਹ ਤੋਂ ਪਤਾ ਲੱਗਿਆ ਵੀ ਇੱਥੇ ਆਈ ਵੀ ਉਹਦੇ ਤੋਂ ਪਤਾ ਲੱਗਿਆ। ਉਹ ਖੁਦ ਕਹਿ ਰਹੀ ਹੈ ਕਿ ਮੇਰੇ ਨਾਲ ਠੱਗੀ ਵੱਜੀ ਆ, ਤੁਸੀਂ ਕਹਿ ਰਹੇ ਉਹ ਠੱਗੀ ਮਾਰ ਗਈ, ਫਿਰ ਹੁਣ ਸਮਝਿਆ ਕੀ ਜਾਵੇ? ਠੱਗੀ ਤਾਂ ਜੀ ਤੁਸੀਂ ਦੇਖੋ ਕਿ ਉਹ ਇਦਾਂ ਕਹਿ ਰਹੀ ਆ ਕਿ ਮੇਰੇ ਨਾਲ ਮੈਂ ਮੰਗ ਕੇ ਰੋਟੀ ਖਾਂਦੀ ਆ ਲੋਕਾਂ ਤੋਂ, ਚੰਡੀਗੜ੍ਹ ਖਾਂਦੀ ਆ, ਦਿੱਲੀ ਖਾਂਦੀ ਆ, ਮੈਂ ਰਹਿ ਰਹੀ ਆ ਇਦਾਂ। ਉਹਦੀ ਰੈਪੋ ਨੂੰ ਤੇ ਉਹਦੀ ਪਰਸਨੈਲਿਟੀ ਨੂੰ ਦੇਖ ਕੇ ਲੱਗਦਾ ਗਾ ਵੀ ਉਹ ਮੰਗ ਕੇ ਖਾਂਦੀ ਹੋਊ। ਸਾਲ ਹੋ ਗਿਆ ਉਹਨੂੰ ਰਹਿੰਦਿਆਂ ਨੂੰ, ਉਹ ਕਿੱਥੋਂ ਪੈਸੇ ਆਉਂਦੇ ਉਹਦੇ ਕੋਲੇ ਸਾਲ ਰਹਿਣ ਦੀ ਖਾਤਰ? ਦਿੱਲੀ 'ਚ ਕਿਹੜਾ ਕਿਤੇ ਉੱਦਾਂ ਹੀ ਰਹਿ ਜਾਂਦਾ ਗਾ ਜਾਂ ਅੰਮ੍ਰਿਤਸਰ ਰਹਿ ਜਾਂਦਾ ਗਾ। ਜੀ ਬਿਲਕੁਲ। ਤਾਂ ਇਹਨਾਂ ਨੇ ਜਾਨੀ ਤੁਹਾਡੀ ਗੱਲਬਾਤ ਕਰਵਾਈ ਸੀ ਰਜਨੀ? ਹਾਂਜੀ, ਇਹਨਾਂ ਨੇ। ਅੱਛਾ, ਤੁਹਾਡੀ ਗੱਲਬਾਤ ਕਿਵੇਂ ਹੋਈ ਸੀ ਰਜਨੀ ਬਾਲਾ ਦੇ ਨਾਲ? ਰਜਨੀ ਤੁਹਾਡੇ ਗੁਆਂਢ ਰਹਿੰਦੀ ਸੀ ਜੀ? ਹਾਂਜੀ ਸਰ, ਉਹ ਸਾਡੀ ਗਲੀ ਵਿੱਚ ਰਹਿੰਦੀ ਸੀ ਇੱਕ ਰੈਂਟ ਤੇ। ਠੀਕ ਹੈ, 2 ਸਾਲ ਹੋ ਗਏ ਸੀ ਉਹਨਾਂ ਨੂੰ ਰਹਿੰਦਿਆਂ ਨੂੰ। ਤੁਸੀਂ ਰਾਮਪੁਰਾ ਦੇ ਰਹਿਣ ਵਾਲੇ ਹੋ? ਹਾਂਜੀ, ਅਸੀਂ ਰਾਮਪੁਰਾ ਦੇ ਰਹਿਣ ਵਾਲੇ ਹਾਂ ਜੀ। ਹਾਂਜੀ, ਤੇ ਉਹ 2 ਸਾਲ ਹੋ ਗਏ ਸੀ ਉਹਨਾਂ ਨੇ ਇੱਥੇ ਰਹਿੰਦਿਆਂ ਨੂੰ। ਉਹਨਾਂ ਨੇ ਪਹਿਲੀ ਵਾਰ ਮੈਨੂੰ ਝਾਂਸੇ 'ਚ ਲਿਆ ਜਦੋਂ ਕਿ ਉਹਨਾਂ ਨੇ ਮੈਨੂੰ ਕਿਹਾ ਵੀ ਮੇਰਾ ਭਾਂਜਾ ਆਇਆ ਹੋਇਆ ਤੇ ਉੱਥੇ ਉਹਨਾਂ ਨੇ ਬਾਹਰ ਲਿਜਾਣ ਵਾਸਤੇ ਕਿਸੇ ਮੁੰਡੇ ਦੀ ਲੋੜ ਹੈ। ਠੀਕ ਹੈ, ਤੇ ਉਹਨੂੰ ਪਤਾ ਸੀਗਾ ਵੀ ਮੇਰੇ ਘਰੇ ਉਹਦੀ 2 ਸਾਲ ਦੀ ਆਉਣੀ ਜਾਣੀ ਸੀ, ਵੀ ਇਹਨਾਂ ਦੇ ਰਿਸ਼ਤੇਦਾਰ ਬਾਹਰ ਹੈਗੇ ਆ, ਵੀ ਤਕੜੇ ਹੈਗੇ ਆ, ਪੈਸੇ ਧੇਲੇ ਹੈਗੇ ਇਹਨਾਂ ਕੋਲੇ। ਇਹ ਗੱਲ ਹੋਈ, ਮੈਂ ਗੱਲ ਕੀਤੀ ਸਾਡੀ ਕੁੜੀ ਕੋਲੇ, ਠੀਕ ਹੈ, ਮੇਰੀ ਭਾਂਜੀ ਕੋਲੇ। ਉਹਨਾਂ ਨੇ ਆਪਣੇ ਹਸਬੰਡ ਕੋਲ ਗੱਲ ਕੀਤੀ ਵੀ ਕਿਹਾ ਇਸ ਤਰ੍ਹਾਂ ਕਰਕੇ ਵੀ ਕੋਈ ਮੁੰਡਾ ਹੈਗਾ, ਤੁਸੀਂ ਦੱਸੋ ਸਾਨੂੰ। ਵੀ ਉਹ ਕਹਿੰਦੀ ਵੀ 15 ਦਿਨਾਂ ਦੇ ਵਿੱਚ ਹੀ ਮੈਂ ਕੈਨੇਡਾ ਲੈ ਜੂੰਗੀ ਉਹਨੂੰ। ਮੈਂ ਕਿਹਾ ਚਲੋ ਠੀਕ ਹੈ, ਵੀ ਪਹਿਲਾਂ ਤੁਸੀਂ ਇਹ ਨੋਟ ਕਰੋ ਵੀ 15 ਦਿਨਾਂ ਦੇ ਵਿੱਚ ਕੈਨੇਡਾ ਕਿਵੇਂ ਚਲਾ ਜਾਊਗਾ। ਠੀਕ ਹੈ। ਨੰਬਰ 2 ਇਹ ਗੱਲ ਹੋਈ ਬਾਅਦ ਵਿੱਚੋਂ ਵੀ ਮੈਂ ਨੰਬਰ ਉਹਨਾਂ ਨੂੰ ਮੈਂ ਦੇਤਾ ਮੇਰੇ ਭਾਣਜੇ ਜਮਾਈ ਦਾ, ਉਹ ਸਾਡਾ ਭਾਣਜੇ ਜਮਾਈ ਹੈ ਜੀ। ਠੀਕ ਹੈ, ਮੈਂ ਕਿਹਾ ਵੀ ਮੈਨੂੰ ਤਾਂ ਇਹਨਾਂ ਨਹੀਂ ਪਤਾ ਹੈਗਾ ਸਰ, ਇੰਨੀ ਨੌਲੇਜ ਨਹੀਂ ਹੈਗੀ। ਉਹਨਾਂ ਨੂੰ ਨੰਬਰ ਦਿੱਤਾ ਮੈਂ, ਉਹਨਾਂ ਨੇ ਸਾਰੀ ਗੱਲ ਆਪਣੇ ਆਪ ਕੀਤੀ ਹੈ ਸਰ। ਜਸਵੀਰ ਸਿੰਘ ਉਹਨਾਂ ਦਾ ਨਾਮ ਹੈ, ਸਾਡਾ ਭਾਣਜੇ ਜਮਾਈ ਹੈ ਜੀ ਖੁਦ ਉਹ। ਠੀਕ ਹੈ, ਸਾਰੀ ਗੱਲਬਾਤ ਕਰਕੇ ਉਹਨਾਂ ਨੇ ਪੇਮੈਂਟ ਦੀ ਗੱਲ ਮੇਰੇ ਨਾਲ ਹੋਈ ਹੈ ਸਰ। ਦੀਪੂ ਨੇ, ਰਜਨੀ ਨੇ ਘਰੇ ਬੈਠ ਕੇ ਕੀਤੀ ਹੈ ਫੇਸ ਟੂ ਫੇਸ ਸਰ, ਘਰੇ ਵੀ 12 ਲੱਖ ਰੁਪਇਆ ਲੱਗੂਗਾ, ਇਸ ਤਰ੍ਹਾਂ ਗੱਲਾਂ ਹੋਈਆਂ ਨੇ। ਮੈਂ ਕਿਹਾ ਚਲੋ ਠੀਕ ਹੈ ਸਰ, ਵੀ ਪੇਮੈਂਟ ਦੇ ਵਿੱਚ ਕੋਈ 2 ਨੰਬਰ ਦਾ ਕੰਮ ਨਾ ਆਵੇ, ਆਪਾਂ ਉਹਨਾਂ ਦੀ ਫੇਸ ਟੂ ਫੇਸ ਗੱਲ ਕਰਾਈ ਹੈ। ਠੀਕ ਹੈ, ਉਸ ਤੋਂ ਬਾਅਦ ਕੀ ਹੋਇਆ, ਇਹ ਗੱਲ ਹੋਈ ਸੀ ਸ਼ਿਫਟਾਂ 'ਚ ਸਰ। ਦੀਪੂ ਨੇ ਕਿਹਾ, ਰਜਨੀ ਨੇ ਵੀ ਕਿਹਾ ਚਲੋ ਸ਼ਿਫਟਾਂ 'ਚ ਤੁਸੀਂ ਪੈਸੇ ਦੇਣੇ ਆ 4-4 ਲੱਖ ਰੁਪਇਆ, ਜਿਵੇਂ ਆਪਣੇ ਕੋਲੇ ਕਾਗਜ਼ੀ ਕਾਰਵਾਈ ਆਈ ਜਾਊਗੀ। ਠੀਕ ਹੈ, ਉਸ ਟਾਈਮ ਦਾ ਦੀਪੂ ਨੇ ਸਰ ਹਾਂ ਕਹਿਤੀ ਸੀ। ਉਸ ਤੋਂ ਬਾਅਦ ਉਹਨਾਂ ਨੂੰ ਧਮਕੀਆਂ ਦੇਣ ਲੱਗ ਗਏ ਵੀ ਹਾਲਾਂਕਿ ਪੇਮੈਂਟ ਸਾਰੀ ਕਰਨੀ ਪਊਗੀ। ਇਹ ਫੋਨਾਂ ਤੇ ਗਾਲੋ ਗਾਲੀ ਵੀ ਹੁੰਦੇ ਰਹੇ ਆ ਸਰ। ਠੀਕ ਹੈ, ਰਜਨੀ ਵਾਲਾ ਇਹ ਕਹਿੰਦੀ ਰਹੀ ਵੀ ਅਸੀਂ 5 ਜਣੇ ਆ, 5 ਫਾਈਲਾਂ ਇਕੱਠੀਆਂ ਜਾਣੀਆਂ, ਵੀ ਤੁਸੀਂ ਇਕੱਲੇ ਨਹੀਂ ਹੈਗੇ, ਉਹ ਠੱਗੀ ਨਹੀਂ ਵੱਜੂਗੀ, ਵੀ ਮੇਰੇ ਤੇ ਭਰੋਸਾ ਕਰੋ। ਅਸੀਂ ਉਹਦੇ ਝਾਂਸੇ 'ਚ ਆਏ ਆ, ਅਸੀਂ ਉਹਨਾਂ ਤੋਂ ਕੋਈ ਆਈਡੀ ਪ੍ਰੂਫ ਨਹੀਂ ਲਿਆ, ਕੋਈ ਚੈੱਕ ਵਗੈਰਾ, ਜਿਵੇਂ ਕਿ ਉਹ ਸਾਡੇ ਕੋਲ ਸੀ। ਅਸੀਂ ਤਾਂ ਇਹ ਸੋਚਦੇ ਵੀ ਸਾਰਾ ਪਰਿਵਾਰ ਹੈ। ਠੀਕ ਹੈ, ਅਸੀਂ ਬਹੁਤ ਜ਼ਿਆਦਾ ਵਿਸ਼ਵਾਸ ਕੀਤਾ ਸਰ ਉਹਨਾਂ ਤੇ ਕਿ ਉਹਨਾਂ ਨੇ ਸਾਡੇ ਨਾਲ ਜਿਹੜੀ ਠੱਗੀ ਮਾਰੀ ਹੈ ਇਹ ਬਹੁਤ ਵੱਡੀ ਠੱਗੀ ਹੈ ਸਰ, ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਹੈ। ਵੀ ਤੁਸੀਂ ਸਾਡੇ ਸਾਰਿਆਂ ਦੇ ਉੱਤੇ ਧਿਆਨ ਦਿਓ ਤੇ ਉਹਦੀਆਂ ਗੱਲਾਂ ਵਿੱਚ ਨਾ ਆਓ। ਜੀ ਬਿਲਕੁਲ, ਚਲੋ ਜਿੰਨੇ ਵੀ ਹੈਗੇ ਆ ਬਹੁਤ ਮਾੜੀ ਗੱਲ ਹੈ। ਪਰ ਜਦੋਂ ਰਜਨੀ ਬਾਲਾ ਤੁਹਾਡੇ ਗੁਆਂਢ ਆ ਕੇ ਰੈਂਟ ਤੇ ਰਹਿੰਦੀ ਸੀ, ਇਸ ਤੋਂ ਪਹਿਲਾਂ ਕਿੱਥੇ ਰਹਿੰਦੀ ਸੀ? ਉਹਦਾ ਵੈਸੇ ਪਿੰਡ ਕਿਹੜਾ ਜੀ? ਇੱਥੇ ਹੀ ਰਹਿ ਰਹੀ ਹੈ ਸਰ, ਉਹ ਪੇਕੇ ਘਰ ਹੀ ਰਹਿ ਰਹੀ ਹੈ ਆਪਦੇ, ਬਹੁਤ ਟਾਈਮ ਦੀ ਇੱਥੇ ਹੀ ਰਹਿ ਰਹੀ ਹੈ ਆਪਣਾ ਸਰ। ਉਹਨਾਂ ਦਾ ਘਰ ਹੈ ਨਹੀਂ ਕੋਈ? ਨਹੀਂ ਸਰ, ਆਪਣਾ ਹੈਗਾ ਤਾਂ ਹੈ, ਪਰ ਉਹਨਾਂ ਦਾ ਪਤਾ ਨਹੀਂ ਆਪਾਂ ਨੂੰ ਬੰਦੀ ਕਿ ਨਹੀਂ, ਪਰ ਜਿੰਨਾਂ ਦੀ ਟਾਈਮ ਦੀ ਸਾਡੇ ਨਾਲ ਜੁੜੀ ਹੋਈ ਆ 5-6 ਸਾਲ ਦੀ, ਪਰ ਉਹ ਇੱਥੇ ਹੀ ਰਹਿ ਰਹੀ ਹੈ। ਜਿਵੇਂ ਕਿ ਕਹਿੰਦੇ ਵੀ ਇੱਥੇ ਘਰ ਜਵਾਈ ਰੱਖਿਆ ਲਾ ਲਓ, ਵੀ ਅਸੀਂ ਆਪਣਾ ਮਕਾਨ ਆਪਦਾ ਲਾ ਲਓ। ਕਹਿ ਰਹੀ ਸੀ ਵੀ ਮੈਂ ਥੋੜੇ ਕੁ ਟਾਈਮ ਬਾਅਦ ਸਾਡੀ ਜਗ੍ਹਾ ਲਈ ਹੋਈ ਰਾਮਪੁਰੇ ਪਿੰਡ, ਅਸੀਂ ਉੱਥੇ ਕੋਠੀ ਬਣਾ ਲੈਣੀ ਹੈ। ਇਸ ਤਰ੍ਹਾਂ ਉਹ ਸਾਨੂੰ ਕਹਿੰਦੀ ਰਹਿੰਦੀ ਸੀਗੀ, ਪਰ ਕੁਝ ਵੀ ਨਹੀਂ ਸੀ ਸਰ ਉਹਦੇ ਕੋਲ। ਬੱਚੇ ਤੇ ਪਰਿਵਾਰ ਇੱਥੇ ਰਹਿ ਰਹੇ? ਹਾਂਜੀ ਸਰ, ਬੱਚੇ ਤੇ ਪਰਿਵਾਰ ਇੱਥੇ ਰਹਿ ਰਹੇ, ਪਰ ਹੁਣ ਤਕਰੀਬਨ ਕੋਈ ਵੀ ਨਹੀਂ ਹੈਗਾ ਇੱਥੇ। ਜਿਹੜਾ ਇੱਥੇ ਸਮਾਨ ਪਿਆ ਸੀ ਸਾਡੀ ਦੀ ਗਲੀ ਦੇ ਵਿੱਚ, ਉਹ ਵੀ ਉਹ ਲਿਜਾ ਚੁੱਕੇ ਨੇ, ਵੀ ਸਾਨੂੰ ਰੈਂਟ ਪੈ ਰਿਹਾ। ਹਾਂਜੀ, ਤੁਸੀਂ ਤਾਂ ਗੁਆਂਢ ਰਹਿੰਦੇ ਹੋ, ਨੇੜੇ ਰਹਿੰਦੇ ਹੋ, ਪਰਿਵਾਰ ਨੂੰ ਮਿਲਦੇ ਹੋਣਗੇ, ਪਰਿਵਾਰ ਕੀ ਕਹਿ ਰਿਹਾ? ਪਰਿਵਾਰ ਨੂੰ ਸਰ ਕਿਤੇ 3 ਮਹੀਨੇ ਤੋਂ ਜਾਈਦਾ ਉਹਨਾਂ ਦੇ ਘਰ, ਫੋਨ ਤੇ ਤਕਰੀਬਨ ਗੱਲ 2 ਮਹੀਨਿਆਂ ਤੋਂ ਹੁੰਦੀ ਹੈ। ਉਹਦਾ ਪਿਓ ਉਹਨੂੰ ਕਹਿ ਦਿੰਦਾ ਹੈ ਵੀ ਸਾਡੀ ਕੁੜੀ ਦਾ ਸਾਨੂੰ ਖੁਦ ਨਹੀਂ ਪਤਾ, ਮਾਂ ਉਹਦੀ ਕਹਿੰਦੀ ਸਾਡੀ ਕੁੜੀ ਤਾਂ ਮਾਰਤੀ ਬਾਹਰ। ਇਸ ਤਰ੍ਹਾਂ ਕਰਕੇ ਕਹਿ ਰਹੀ ਹੈ ਵੀ ਸਾਨੂੰ, ਜਦੋਂ ਅਸੀਂ ਜਾਣਦੇ ਹਾਂ ਸਾਨੂੰ ਝੂਠ ਹੀ ਬੋਲਦੇ ਨੇ। ਉਸ ਦਾ ਭਰਾ ਹੈਗਾ ਨਿੱਕਾ, ਉਹ ਕਹਿ ਰਿਹਾ ਹੈ ਵੀ ਸਾਨੂੰ ਤੁਸੀਂ ਵਿਨੋਦ ਸ਼ਰਮਾ ਦਾ ਨੰਬਰ ਦੇ ਦਿਓ, ਵੀ ਉਸ ਤੋਂ ਬਾਅਦ ਵੀ ਮੈਂ ਜਾਣਾ, ਮੇਰਾ ਕੰਮ ਜਾਣਾ। ਵੀ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਤੁਹਾਡੀ ਕੁੜੀ ਹੈ, ਤੁਸੀਂ ਕਿਉਂ ਨਹੀਂ ਪਤਾ ਕਰਦੇ? ਠੀਕ ਹੈ ਨਾ, ਪਰ ਇਹਦੇ ਵਿੱਚ ਤੁਸੀਂ ਦੇਖੋ ਸਰ ਸਾਡੀ ਕਿੱਥੇ ਗਲਤੀ ਹੈ। ਵਿਨੋਦ ਕੁਮਾਰ ਦਾ ਨਾਮ ਲੈ ਰਹੀ ਆ ਉਹ, ਗੈਰੀ ਧਾਲੀਵਾਲ ਦਾ ਨਾਮ ਲੈ ਰਹੀ ਹੈ ਕਿ ਇਹਨਾਂ ਨੇ ਠੱਗੀ ਮਾਰੀ ਆ, ਤੁਸੀਂ ਉਹਦਾ ਨਾਮ ਲੈ ਰਹੇ ਹੋ।
ਕੀ ਸਮਝਿਆ ਜਾਵੇ ਕਿ ਉਹਦੇ ਨਾਲ ਵਾਕਈ ਠੱਗੀ ਵੱਜੀ ਆ ਜਾਂ ਤੁਹਾਡੇ ਨਾਲ? ਨਹੀਂ ਸਰ, ਬਿਲਕੁਲ ਵੀ ਨਾ ਸਮਝਿਆ ਜਾਵੇ, 1% ਵੀ ਤੁਸੀਂ ਨਾ ਉਸ ਤੇ ਯਕੀਨ ਕਰੋ, ਉਹ ਸਭ ਤੋਂ ਵੱਡੀ ਫਰਾਡ ਹੈ ਸਰ। ਜੀ ਤੁਸੀਂ ਕੀ ਕਹਿ ਰਹੇ ਸੀ? ਮੈਂ ਤੁਹਾਨੂੰ ਇਦਾਂ ਕਹਿ ਰਿਹਾ ਜੀ ਵੀ ਜਿਹੜੀ ਰਜਨੀ ਬਾਲਾ ਕਹਿ ਰਹੀ ਹੈ ਕਿ ਮੇਰੇ ਨਾਲ ਠੱਗੀ ਹੋਈ ਆ, ਉਹਨਾਂ ਦੀਆਂ ਮੇਰੇ ਕੋਲੇ ਆਡੀਓ ਰਿਕਾਰਡਿੰਗਾਂ ਵੀ ਪਈਆਂ ਗਈਆਂ। ਜਿਹੜਾ ਵਿਨੋਦ ਸ਼ਰਮਾ ਗਾ ਤੇ ਇੱਕ ਇਹ ਰਜਨੀ ਬਾਲਾ ਆਪਸ ਵਿੱਚ ਤਿੰਨੇ ਇਹ ਇਦਾਂ ਗੱਲਾਂ ਕਰਦੇ ਹੁੰਦੇ ਵੀ 2 ਮੁਰਗੇ ਹੋਰ ਫਸਾਲੇ ਅੱਜ, 3 ਮੁਰਗੇ ਹੋਰ ਵਸਾਲੇ ਅੱਜ, ਵੀ ਉਹਨਾਂ ਤੋਂ ਆਪਾਂ ਪਾਰਟੀ ਤੋਂ ਪੈਸੇ ਇਦਾਂ ਕਢਾਉਣੇ ਆ। ਉਹ ਰਿਕਾਰਡਿੰਗਾਂ ਕਿਹਦੀਆਂ ਜੀ? ਉਹ ਇਹਨਾਂ ਦੀਆਂ ਜੀ, ਵਿਨੋਦ ਸ਼ਰਮਾ ਦੀਆਂ, ਰਜਨੀ ਬਾਲਾ ਦੀਆਂ ਤੇ ਉਹ ਗੈਰੀ ਢਾਲੀਵਾਲ ਤੁਹਾਨੂੰ ਕਿੱਥੋਂ ਮਿਲੀਆਂ ਇਹ? ਉਹਨਾਂ ਦੇ ਜਿਹੜਾ ਵਿਨੋਦ ਸ਼ਰਮਾ ਜੀ, ਉਹਨਾਂ ਦਾ ਫੋਨ ਫੜਿਆ ਸੀ ਅਸੀਂ ਇੱਕ ਦਿਨ, ਉਹਨਾਂ ਦੇ ਫੋਨ 'ਚੋਂ ਕੱਢੀਆਂ ਜੀ ਜਿੰਨੀਆਂ ਰਿਕਾਰਡਿੰਗਾਂ ਸੀ। ਵਿਨੋਦ ਸ਼ਰਮਾ ਹੁਣ ਕਿੱਥੇ ਰਹਿ ਰਿਹਾ ਜੀ? ਹੁਣ ਉਹ ਜਗਰਾਉਂ ਆ ਜੀ। ਮਿਲੇ ਹੋ ਕਦੇ ਉਹਨੂੰ? ਉਹਨਾਂ ਨੂੰ ਮਿਲਿਆ ਨੂੰ ਮੈਨੂੰ ਹੋ ਗਿਆ ਜੀ ਤਕਰੀਬਨ 7-8 ਮਹੀਨੇ, ਉਸ ਤੋਂ ਬਾਅਦ 'ਚ ਨਹੀਂ ਮਿਲਿਆ। ਉਹ ਹੁਣ ਉਹ ਫੋਨ ਨਹੀਂ ਚੱਕਦਾ ਗਾ, ਫੋਨ ਉਹਨਾਂ ਦੇ ਪਤਾ ਨਹੀਂ ਬੰਦ ਆ ਕਿਵੇਂ ਆ ਕਿਵੇਂ ਨਹੀਂ, ਉਸ ਤੋਂ ਬਾਅਦ 'ਚ ਨਹੀਂ ਕੀ ਕਹਿ ਰਿਹਾ ਕੰਟੈਕਟ। ਸੀ ਵਿਨੋਦ ਉਦੋਂ ਤੁਹਾਨੂੰ ਫਿਰ? ਉਦੋਂ ਸਾਨੂੰ ਇਦਾਂ ਕਹਿ ਰਿਹਾ ਸੀ ਵੀ ਰਜਨੀ ਬਾਲਾ ਵੀ ਉਹ ਤਾਂ ਕੈਨੇਡਾ ਦੇ ਵਿੱਚ ਹੀ ਆ, ਵੀ ਉਹ ਸੈੱਟ ਹੋ ਗਈ, ਮੈਨੂੰ ਉਹਨਾਂ ਨੇ ਰਿਪੋਰਟ ਕਰਤਾ, ਇਦਾਂ ਕਰਤਾ, ਬਸ ਆਹ ਗੱਲਾਂ ਕਹਿ ਕੇ ਸਾਥੋਂ ਨਿਕਲ ਗਿਆ। ਕਹਿੰਦਾ ਮੇਰੇ ਕੋਲ ਤਾਂ ਕੁਛ ਨਹੀਂ ਗਾ, ਸਾਰੇ ਪੈਸੇ ਉਹਨਾਂ ਨੇ ਖਾ ਲਏ, ਰਜਨੀ ਬਾਲਾ ਨੇ ਖਾ ਲਏ ਸਾਰੇ ਪੈਸੇ, ਰਜਨੀ ਬਾਲਾ ਕੋਲੇ ਸਾਰੇ ਪੈਸੇ, ਮੇਰੇ ਕੋਲੇ ਕੁਛ ਨਹੀਂ। ਰਜਨੀ ਬਾਲਾ ਕਹਿ ਰਹੀ ਹੈ ਕਿ ਇਹਦੇ ਕੋਲੇ ਪੈਸੇ ਆ, ਉਹ ਕਹਿ ਰਹੀ ਹੈ ਉਹਦੇ ਕੋਲੇ ਆ, ਗੈਰੀ ਕੋਲੇ, ਇਦਾਂ ਹੀ ਭੁਚਾਲ ਪਈ ਫਿਰਦੀ ਹੈ। ਜ਼ਿੰਮੇਵਾਰ ਕੌਣ ਆ? ਰਜਨੀ ਬਾਲਾ ਜਾਂ ਉਹ ਵਿਨੋਦ ਕੁਮਾਰ ਹੋਣੇ ਆ ਜਾਂ ਗੈਰੀ ਢਾਲੀਵਾਲ ਜ਼ਿੰਮੇਵਾਰ? ਸਾਡੇ ਪੈਣ ਦੀ ਤਾਂ ਜ਼ਿੰਮੇਵਾਰ ਇਹੀ ਹੈ ਜੀ, ਕਿਉਂਕਿ ਸਾਡਾ ਇਹਦੇ ਨਾਲ ਹੀ ਕੰਟੈਕਟ ਹੋਇਆ ਰਜਨੀ ਬਾਲਾ ਨਾਲ। ਹੁਣ ਤਾਲਮੇਲ ਹੋ ਰਿਹਾ ਰਜਨੀ ਬਾਲਾ ਨਾਲ ਕਿ ਨਹੀਂ ਜੀ? ਨਹੀਂ, ਸਾਡਾ ਨਹੀਂ ਹੋ ਰਿਹਾ। ਕੋਈ ਕੰਪਲੇਂਟ ਵਗੈਰਾ ਦਰਜ ਕਰਾਈ ਹੈ ਕਿਤੇ? ਕੰਪਲੇਂਟ ਮੈਂ ਬਠਿੰਡਾ ਐਸਐਸਪੀ ਨੂੰ ਵੀ ਕਰਵਾਈ ਸੀਗੀ ਜੀ, ਨਾਨਕ ਸਰਾਗੇ, ਤੇ ਮੋਗੇ ਵੀ ਕਰਵਾਈ ਹੈ, ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਇੱਥੇ ਡਿਪਟੀ ਹੈਗਾ ਗਾ ਹਰਦੀਪ ਸਿੰਘ, ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ, ਉਹਨਾਂ ਨੇ ਵੀ ਇਦਾਂ ਕਹਿਤਾ ਵੀ ਇਹ ਤਾਂ ਫਰਾਡ ਸੀ ਰਜਨੀ ਬਾਲਾ, ਤੁਹਾਨੂੰ ਪਹਿਲਾਂ ਨਹੀਂ ਪਤਾ ਸੀ, ਇਦਾਂ ਸੀ, ਆਹ ਕੁਛ ਹੋਇਆ। ਜੀ, ਤੇ ਚਾਹੁੰਦੇ ਕੀ ਹੋ, ਹੋਣਾ ਕੀ ਚਾਹੀਦਾ? ਸਾਨੂੰ ਤਾਂ ਹੀ ਸਾਡਾ ਇਨਸਾਫ ਹੋਣਾ ਚਾਹੀਦਾ ਗਾ। ਸਾਨੂੰ ਜਿਹੜੇ ਪੈਸੇ ਭਰੇ ਆ ਜਾਂ ਤਾਂ ਉਹ ਮਿਲਣੇ ਚਾਹੀਦੇ ਆ ਪੂਰੇ, ਕਿਉਂਕਿ ਅਸੀਂ ਕਿਸੇ ਨੇ ਕੁਛ ਕਰਕੇ ਦਿੱਤਾ, ਕਿਸੇ ਨੇ ਕੁਛ ਕਰਕੇ ਦਿੱਤਾ ਗਾ, ਸਾਰਿਆਂ ਨੇ ਬੇਘਰ ਹੋਏ ਬੈਠੇ ਆ ਸਾਰੇ ਜੀ। ਬਿਲਕੁਲ ਜੀ, ਇਨਸਾਫ ਮਿਲਣਾ ਚਾਹੀਦਾ। ਜੋ ਪੈਸੇ ਦਿੱਤੇ ਆ ਉਹ ਇਹਨਾਂ ਨੂੰ ਮਿਲਣੇ ਚਾਹੀਦੇ ਆ। ਤੁਹਾਡੇ ਰਜਨੀ ਬਾਲਾ ਗੁਆਂਢ ਰਹਿੰਦੀ ਸੀ, ਪਹਿਲਾਂ ਕਿਸ ਤਰ੍ਹਾਂ ਦਾ ਵਿਵਹਾਰ ਸੀ ਉਹਨਾਂ ਦਾ ਜੀ? ਪਹਿਲਾਂ ਦਾ ਵਿਹਾਰ ਬਿਲਕੁਲ ਸਹੀ ਸੀ ਸਰ ਉਹਨਾਂ ਦਾ, ਠੀਕ ਹੈ, ਜਿਵੇਂ ਆਮ ਘਰਾਂ 'ਚ ਚੱਲਦਾ ਉਸ ਤਰ੍ਹਾਂ ਦਾ ਹੀ ਸੀ ਜੀ। ਜਦੋਂ ਦਾ ਉਹਨਾਂ ਨੇ ਕੈਨੇਡਾ ਦਾ ਝਾਂਸਾ ਦਿੱਤਾ, ਸੁਪਨੇ ਪਹਿਲਾਂ ਦਿਖਾਏ। ਤੁਹਾਡੇ ਨਾਲ ਕੋਈ ਪੈਸੇ ਦਾ ਲੈਣ ਦੇਣ ਕਰਦੇ ਸੀ ਜੀ? ਹਾਂਜੀ ਸਰ, ਪਹਿਲਾਂ ਬਹੁਤ ਵਧੀਆ ਸੀ ਜੀ, ਥੋੜਾ ਬਹੁਤਾ ਜਿਵੇਂ 4-500 ਦਾ ਚੱਲ ਜਾਂਦਾ ਆਸ ਪੜੋਸ 'ਚ, ਜਿਵੇਂ ਘਰਾਂ 'ਚ ਹੁੰਦਾ ਆਮ ਨਾਰਮਲ, ਉਸ ਤਰ੍ਹਾਂ ਦਾ ਹੀ ਸੀਗਾ ਜੀ। ਹਾਂਜੀ, ਪਹਿਲਾਂ ਮੋੜ ਦਿੰਦੇ ਸੀ ਲੈ ਦੇ? ਹਾਂਜੀ, ਲੈਣ ਦੇਣ ਪੂਰਾ ਵਧੀਆ ਸੀ ਜੀ, ਇਸ ਤਰ੍ਹਾਂ ਦੀ ਗੱਲ ਨਹੀਂ ਸੀ। ਸਾਡੀ ਪੂਰੀ ਜ਼ਿੰਮੇਵਾਰੀ ਸੀ ਜੀ, ਉਹ ਇਸ ਗਲੀ ਦੇ ਵਿੱਚ ਆਈ ਸੀ, ਜਿਵੇਂ ਕਿ ਅਸੀਂ ਉਹਨਾਂ ਨੂੰ ਰੈਂਟ ਤੇ ਮਕਾਨ ਦਿਵਾਇਆ ਸੀ, ਉਹ ਸਾਡੀ ਜ਼ਿੰਮੇਵਾਰੀ ਤੇ ਸੀ ਸਰ। ਤੁਸੀਂ ਜਿਵੇਂ ਦੱਸ ਰਹੇ ਹੋ ਰਜਨੀ ਬਾਲਾ ਝੂਠ ਬੋਲ ਰਹੀ, ਫਿਰ ਝੂਠ ਬੋਲਦੀ ਕਿਉਂ ਰਹੀ ਰਜਨੀ ਬਾਲਾ? ਜਦੋਂ ਖੁਦ ਉੱਥੇ ਜਾ ਕੇ ਉਹ ਫਸ ਗਈ, ਉਹ ਕਹਿੰਦੀ ਮੈਂ ਮਸਾਂ ਵਾਪਸ ਆਈ ਹਾਂ, ਫਿਰ ਉਹ ਕਿਉਂ ਝੂਠ ਬੋਲਦੀ ਰਹੀ ਤੁਹਾਡੇ ਠੀਕ ਹੈ ਨਾਲ? ਸਰ, ਹੁਣ ਉਹ ਤੁਸੀਂ ਜਾਣਦੇ, ਕਦੇ ਗੱਲ ਨਹੀਂ ਕੀਤੀ ਉਹਦੇ ਨਾਲ? ਸਾਡੀ ਗੱਲ ਨਹੀਂ ਹੋਈ ਸਰ ਉਹਨਾਂ ਨਾਲ, ਕਦੇ ਵੀ ਨਹੀਂ ਕਦੇ ਹੋਈ। ਵੀ ਨਹੀਂ ਦੱਸਿਆ ਕਿ ਮੈਂ ਬਸ ਕਿੱਥੇ? ਕੈਨੇਡਾ ਜਾ ਕੇ ਸਰ ਉਹਨੇ ਸਾਡੇ ਨਾਲ 1 ਮਹੀਨਾ ਗੱਲ ਕੀਤੀ ਆ, ਮੈਂ ਬਹੁਤ ਵਧੀਆ ਰਹਿ ਰਹੀ ਹਾਂ। ਸਭ ਤੋਂ ਪਹਿਲਾਂ ਕਹਿੰਦੀ ਜਸਵੀਰ ਦਾ ਕੰਮ ਹੋਇਆ ਪਿਆ, ਇਸ ਤਰ੍ਹਾਂ ਵੀ ਕਹਿ ਰਹੀ ਸੀ ਵੀ 2 ਬੰਦਿਆਂ ਦਾ ਕੰਮ ਚਲੋ ਬਾਅਦ ਚੋਂ ਹੋਊਗਾ, ਪਰ ਤੁਹਾਡਾ ਕੰਮ ਹੋਇਆ ਪਿਆ। ਕਦੇ ਕਿਸੇ ਏਜੰਟ ਤੋਂ, ਕਿਸੇ ਇਮੀਗ੍ਰੇਸ਼ਨ ਤੋਂ ਜਾ ਕੇ ਪੁੱਛਿਆ ਸੀ ਕਿ ਇਸ ਤਰ੍ਹਾਂ ਕੋਈ ਕੈਨੇਡਾ ਜਾ ਸਕਦਾ, ਇੰਨੇ ਟਾਈਮ 'ਚ ਜਾ ਸਕਦਾ? ਨਹੀਂ ਸਰ, ਅਸੀਂ ਨਹੀਂ ਪੁੱਛਿਆ, ਬਟ ਇੰਨਾ ਜ਼ਰੂਰ ਹੈ ਸਰ, ਜਦੋਂ ਉਹਨੇ ਜਾਣਾ ਸੀ ਕੈਨੇਡਾ, ਮੈਨੂੰ ਵੀ ਨਹੀਂ ਦੱਸਿਆ ਵੀ ਤੁਸੀਂ ਚਿੰਤਾ ਨਾ ਕਰੋ, ਮੈਂ ਪਹਿਲਾਂ ਜਾ ਰਹੀ ਹਾਂ। ਜਦੋਂ ਮੈਂ ਐਨ ਮੌਕੇ ਤੇ ਗੱਡੀ ਬਾਹਰ ਜਾ ਕੇ ਖੜਾਤੀ, ਠੀਕ, ਮੈਂ ਉਸ ਟਾਈਮ ਗਈ ਹਾਂ, ਮੇਰੇ ਬੇਟੇ ਨੇ ਮੈਨੂੰ ਦੱਸਿਆ, ਕਹਿੰਦਾ ਵੀ ਮੰਮੀ ਤੈਨੂੰ ਪਤਾ ਨਹੀਂ ਲੱਗਦਾ ਵੀ ਕੀ ਗਲੀ 'ਚ ਹੋ ਰਿਹਾ? ਮੈਂ ਕਿਹਾ ਕੀ ਹੋਈ ਜਾਂਦਾ? ਕਹਿੰਦਾ ਆਂਟੀ ਤਾਂ ਕੈਨੇਡਾ ਜਾਈ ਜਾਂਦੀ। ਜਦੋਂ ਮੈਂ ਉਹਨੂੰ ਜਾ ਕੇ ਪੁੱਛਿਆ, ਮੈਂ ਰਜਨੀ ਤੂੰ ਕੀ ਕੀਤਾ ਸਾਡੇ ਨਾਲ? ਇਹ ਧੋਖਾ ਹੀ ਹੈ, ਤੂੰ ਇਕੱਲੀ ਕਿਉਂ ਜਾ ਰਹੀ ਹੈ? ਜਸਵੀਰ ਕਦੋਂ ਜਾਊਗਾ? ਮੈਂ ਉਹਨਾਂ ਨੂੰ ਇਹੀ ਗੱਲ ਕਹੀ, ਠੀਕ ਹੈ। ਜਿਸ ਦਿਨ ਜਾਣ ਲੱਗੀ? ਹਾਂਜੀ, ਜਿਸ ਦਿਨ ਸ਼ਾਮ ਨੂੰ 6 ਵਜੇ। ਤੁਹਾਨੂੰ ਦੱਸ ਕੇ ਨਹੀਂ ਚੱਲੀ ਸੀ? ਨਹੀਂ, ਸਾਨੂੰ ਦੱਸ ਕੇ ਨਹੀਂ ਗਈ ਸਰ। ਉਹ ਕਹਿੰਦੀ ਨੇਹਾ ਮੇਰੀ ਟਿਕਟ ਪਹਿਲਾਂ ਦੀ ਕਰਾਈ ਹੋਈ ਸੀ, ਮੈਨੂੰ ਪਹਿਲਾਂ ਆਫਰ ਆ ਗਈ ਵੀ ਇਸ ਕਰਕੇ ਮੈਨੂੰ ਜਾਣਾ ਪਿਆ। ਅੱਜ ਤੋਂ 10 ਦਿਨ ਬਾਅਦ ਇਹਨਾਂ ਦੀਆਂ ਟਿਕਟਾਂ ਇਹਨਾਂ ਨੂੰ ਮਿਲ ਜਾਣੀਆਂ। ਹਾਲਾਂਕਿ ਇਹਨਾਂ ਦਾ ਡਾਕਟਰੀ ਮਾਇਨਾ ਉਸ ਤਰ੍ਹਾਂ ਉਹ ਵੀ ਹੋ ਚੁੱਕਿਆ ਸੀ ਜੀ, ਜਸਵੀਰ ਦਾ ਟਿਕਟ ਲੈਣੀ ਹੀ ਬਾਕੀ ਸੀਗੀ। ਤੇ ਉਸ ਤੋਂ ਬਾਅਦ ਇਹ ਕਹਿਣ ਲੱਗੀ ਵੀ ਗੈਰੀ ਤੇ ਕੁਛ ਇਹੋ ਜਿਹੇ ਬਲੇਮ ਆ ਗਏ ਆ, ਕੋਈ ਰੌਲਾ ਪੈ ਚੁੱਕਿਆ ਹੈ ਵੀ ਨੇਹਾ ਵੋਟਾਂ ਪੈ ਰਹੀਆਂ ਨੇ ਇੱਧਰ, ਤੇ ਵੀ ਵੋਟਾਂ ਤੋਂ ਬਾਅਦ ਕੰਮ ਹੋਊਗਾ, ਵੀ ਇਸ ਤਰ੍ਹਾਂ ਕਰਕੇ ਉਹਨਾਂ ਨੇ ਕਹਾਣੀਆਂ ਬਣਾਈ ਤੁਰੇ ਗਏ ਸਰ। ਮਹੀਨਾ ਲਗਾਤਾ ਉਹਨਾਂ ਨੇ। ਉਸ ਤੋਂ ਬਾਅਦ ਤਾਂ ਦੇਖੋ ਸਰ, ਫਿਰ ਉਹਨਾਂ ਦੇ ਫੋਨ ਆਉਣੋਂ ਹਟ ਗਏ, ਬੰਦ ਹੋ ਗਏ ਫੋਨ। ਫਿਰ ਸਾਨੂੰ ਉਸ ਤੋਂ ਬਾਅਦ ਕੁਝ ਵੀ ਨਹੀਂ ਪਤਾ ਚੱਲਿਆ। ਫਿਰ ਉਸ ਦੇ ਹਸਬੈਂਡ ਨਾਲ ਉਹਨਾਂ ਦੀਆਂ ਗੱਲਾਂ ਚੋਰੀ ਹੁੰਦੀਆਂ ਸੀ, ਬੱਚੇ ਦੱਸ ਦਿੰਦੇ ਸੀ ਆ ਕੇ ਸਾਡੀ ਮੰਮੀ ਬਿਲਕੁਲ ਸੇਫ ਹੈ, ਸਾਡੀ ਮੰਮੀ ਬਿਲਕੁਲ ਸੇਫ ਹੈ। ਜਦੋਂ ਮੈਂ ਜਾਂਦੀ, ਮੈਂ ਵੀਰੇ ਤੁਹਾਡੇ ਨਾਲ ਗੱਲ ਹੁੰਦੀ, ਤੁਸੀਂ ਤਾਂ ਸਾਨੂੰ ਰਸਤਾ ਪਾਓ, ਜਿੱਦਾਂ ਕਿ ਸਾਡੇ 32 ਲੱਖ ਰੁਪਇਆ ਗਿਆ ਹੋਇਆ 3 ਜਣਿਆਂ ਦਾ। ਉਹ ਕਹਿਣ ਲੱਗਿਆ ਤੁਸੀਂ ਚਿੰਤਾ ਨਾ ਕਰੋ, ਤੁਹਾਡਾ ਪੈਸਾ ਸੇਫ ਹੈ, ਤੁਹਾਡਾ ਕੰਮ ਵੀ ਹੋਇਆ ਪਿਆ, ਬਸ ਤੁਸੀਂ ਹੁਣ ਇੰਦਾ ਕਰੋ ਵੀ ਤੁਸੀਂ ਮੈਨੂੰ ਨਵੇਂ ਤੋਂ ਨਵਾਂ ਕੇਸ ਦਿਓ, ਆਪਾਂ ਨੋਟ ਛਾਪਿਆ ਕਰਾਂਗੇ। ਉਹਨਾਂ ਦੇ ਘਰ ਵਾਲੇ ਨੇ ਵੀ ਇਹੀ ਗੱਲ ਕਹੀ ਹੈ। ਹੁਣ ਉਹ ਕਹਿ ਰਹੇ ਨੇ ਵੀ ਇਹਨਾਂ ਦਾ ਪਿਓ ਇਹਨਾਂ ਨੂੰ ਛੱਡ ਕੇ ਚਲਿਆ ਗਿਆ, ਵੀ ਸਾਨੂੰ ਉਹਦਾ ਵੀ ਨਹੀਂ ਕੁਝ ਪਤਾ। ਕੌਣ ਛੱਡ ਕੇ ਚਲਾ ਗਿਆ ਜੀ? ਵੀ ਰਜਨੀ ਦਾ ਹਸਬੈਂਡ, ਰਜਨੀ ਦਾ ਡੈਡੀ ਕਹਿ ਰਿਹਾ, ਰਾਮਾ ਕਹਿ ਰਿਹਾ ਵੀ ਸਾਡਾ ਬੱਚਿਆਂ ਨੂੰ ਛੱਡ ਕੇ, ਉਹਨਾਂ ਦਾ ਜਵਾਈ ਕਹਿ ਰਿਹਾ ਵੀ ਸਾਡੇ ਬੱਚਿਆਂ ਨੂੰ ਛੱਡ ਕੇ ਉਹ ਚਲਿਆ ਗਿਆ। ਕੀ ਕਹਿੰਦੇ ਸੀ ਕੰਮ ਕਿਸ ਤਰ੍ਹਾਂ ਚਲਾਈਏ ਜਿਹੜੇ ਨੋਟ ਛਾਪਿਆ ਕਰਾਂਗੇ?
ਹੁਣ ਇਹ ਤਾਂ ਸਰ ਉਹਨਾਂ ਨੂੰ ਹੀ ਪਤਾ, ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਬੰਦੇ ਦਿਓ ਹੋਰ ਬਾਹਰ ਜਾਣ ਵਾਸਤੇ, ਵੀ ਹੁਣ ਆਪਾਂ ਨੋਟ ਕਮਾਉਣੇ ਆ, ਨੋਟ ਛਾਪਣੇ ਆ, ਵੀ ਇਹ ਮੈਂ ਪੁਆਇੰਟ ਉਹਦਾ ਸਮਝ ਨਹੀਂ ਸਕੀ ਉਸ ਟਾਈਮ ਸਰ। ਉਸ ਟਾਈਮ ਉਹਨਾਂ ਨੂੰ ਸਵਾਲ ਨਹੀਂ ਕੀਤਾ ਕਿ ਆਪਾਂ ਨੋਟ ਛਾਪਾਂਗੇ, ਲੋਕਾਂ ਨੂੰ ਫਸਾਵਾਂਗੇ, ਪਹਿਲਾਂ ਜਿਹੜੇ ਸਾਡੇ ਇੰਨੇ ਜਿਹੜੇ ਕੇਸ ਅਪਲਾਈ ਕੀਤੇ ਪਹਿਲਾਂ ਇਹ ਤਾਂ ਕਲੀਅਰ ਕਰ ਲਓ। ਹਾਂਜੀ, ਮੈਂ ਇਹ ਵੀ ਗੱਲ ਉਹਨਾਂ ਨੂੰ ਬਾਅਦ ਚੋਂ ਕਹੀ, ਜਦੋਂ ਮੇਰੀ ਰਜਨੀ ਨਾਲ ਗੱਲ ਹੋਈ। ਮੈਂ ਕਿਹਾ ਰਜਨੀ, ਤੇਰੇ ਘਰ ਵਾਲਾ ਤਾਂ ਮੈਨੂੰ ਐਂ ਕਹਿੰਦਾ, ਇਹ ਕਹਿੰਦੀ ਕੱਲ ਕੋਈ ਗੱਲ ਨਹੀਂ, ਤੇਰੇ ਨਾਲ ਮਜ਼ਾਕ 'ਚ ਗੱਲ ਕਰ ਲਈ, ਵੀ ਤੇਰੇ ਵੀਰੇ ਦੀ ਆਦਤ ਹੈ ਮਜ਼ਾਕ 'ਚ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਮੈਂ ਕਿਹਾ ਸਾਡੇ ਨਾਲ ਧੋਖਾ ਨਹੀਂ ਹੋਣਾ ਚਾਹੀਦਾ, ਠੀਕ ਹੈ, ਹੋਰ ਤੂੰ ਭਾਵੇਂ ਜਿਹਦੇ ਨਾਲ ਮਰਜ਼ੀ ਕਰ ਧੋਖਾ, ਪਰ ਸਾਡੇ ਨਾਲ ਧੋਖਾ ਨਹੀਂ ਹੋਣਾ ਚਾਹੀਦਾ, ਵੀ ਅਸੀਂ ਤੈਨੂੰ ਹੀ ਜਾਣਦੇ ਹਾਂ। ਉਸ ਦਿਨ ਫਿਰ ਮੈਨੂੰ ਕਹਿਣ ਲੱਗੀ, ਹਾਂ ਤੇਰੀ ਮੈਂ ਗੈਰੀ ਨਾਲ ਗੱਲ ਕਰਾ ਦਿੰਦੀ। ਉਸ ਦਿਨ ਤਾਂ ਮੇਰੇ ਹਸਬੈਂਡ ਨੇ ਵੀ ਉਹਨੂੰ ਕਿਹਾ ਵੀ ਤੂੰ ਸਾਨੂੰ ਧੋਖਾ ਦੇ ਕੇ ਖੁਦ ਚਲੀ ਗਈ ਆ ਸਾਡੇ ਪੈਸਿਆਂ ਤੇ, ਤੂੰ ਤਾਂ ਕਿਰਾਏ ਤੇ ਫਿਰਦੀ ਸੀਗੀ, ਠੀਕ ਹੈ ਕਿ ਨਹੀਂ। ਤੇ ਫਿਰ ਉਸ ਤੋਂ ਬਾਅਦ ਉਹ ਕਹਿੰਦੀ ਨਹੀਂ ਵੀਰੇ ਗਲਤੀਆਂ ਮੰਨਣ ਲੱਗੀ, ਵੀ ਮੈਥੋਂ ਗਲਤੀ ਹੋ ਗਈ, ਵੀ ਤੁਸੀਂ ਗੈਰੀ ਨਾਲ ਗੱਲ ਕਰ ਲਓ। ਮੈਂ ਕਿਹਾ ਅੱਜ ਅਸੀਂ ਗੈਰੀ ਨੂੰ ਨਹੀਂ ਜਾਣਦੇ, ਅਸੀਂ ਤੈਨੂੰ ਹੀ ਜਾਣਦੇ ਹਾਂ, ਵੀ ਅਸੀਂ ਰੁਪਏ ਤੈਨੂੰ ਦਿੱਤੇ ਆ, ਵੀ ਸਾਡਾ ਗੈਰੀ ਨਾਲ ਕੋਈ ਲਿੰਕ ਨਹੀਂ। ਜੀ, ਤੁਸੀਂ ਕਦੇ ਵੀਡੀਓ ਕਾਲ ਵਗੈਰਾ ਨਹੀਂ ਕੀਤੀ, ਕਿੱਥੇ ਕੰਮ ਕਰ ਰਹੀ ਹੈ, ਕਿੱਥੇ ਰਹਿ ਰਹੀ ਹੈ, ਹਾਂਜੀ ਸਰ, ਵੀ ਸਾਨੂੰ ਘੱਟੋ ਘੱਟ ਉਹ ਦਿਖਾਓ ਤਾਂ ਸਹੀ ਕਿੱਥੇ ਹੋ ਤੁਸੀਂ। ਥੋੜੀ ਬਹੁਤੀ ਹੁੰਦੀ ਸੀ ਸਰ ਵੀਡੀਓ ਕਾਲ। ਇੱਕ ਦਿਨ ਮੇਰੇ ਬੇਟੇ ਨਾਲ ਹੋਈ ਆ, ਉਸ ਦਿਨ ਉਹ ਰੂ ਕੇ ਗੱਲਾਂ ਕਰ ਰਹੀ ਸੀ ਵੀ ਮੈਂ ਇੱਥੇ ਫਸ ਚੁੱਕੀ ਆ, ਵੀ ਅਸੀਂ ਉਹਦੇ ਤੇ ਕੋਈ ਯਕੀਨ ਨਹੀਂ ਕੀਤਾਗਾ। ਕੀ ਤੁਹਾਨੂੰ ਉਹਦੇ ਤੇ ਕੋਈ ਸ਼ੱਕ ਸੀ ਜਦੋਂ ਗੱਲ ਕਰਦੇ ਸੀ ਕਿ ਸਾਡੇ ਨਾਲ ਫਰਾਡ ਨਾ ਹੋਵੇ, ਹੋਰ ਕਿਸੇ ਨਾਲ ਕੁਝ ਮਰਜ਼ੀ ਹੋ ਜੇ, ਸਾਡੇ ਨਾਲ ਫਰਾਡ ਨਾ ਹੋਵੇ? ਤੁਹਾਨੂੰ ਸ਼ੱਕ ਸੀ ਉਹਨਾਂ ਤੇ? ਸਰ ਸ਼ੱਕ ਤਾਂ ਫਿਰ ਬਣਦਾ ਹੀ ਜਾਂਦਾ ਸੀ, ਜਦੋਂ ਉਹ ਕਹਿ ਰਹੀ ਸੀ ਵੀ ਇਹਨਾਂ ਦੀ ਤਰੀਕ 10 ਤਰੀਕ ਦਿੱਤੀ ਸੀ ਸਰ ਇਹਨਾਂ ਨੂੰ, ਆਪ 19 ਤਰੀਕ ਨੂੰ ਕੋਈ ਅਗਲੇ ਮਹੀਨੇ ਦੀ ਦੱਸ ਦਿੱਤੀ ਸੀ ਵੀ 10 ਤਰੀਕ ਤੱਕ ਇਹ ਸਾਰੇ ਚਲੇ ਜਾਣਗੇ। ਫਿਰ ਮੈਨੂੰ ਕਹਿ ਰਹੀ ਹੈ ਵੀ ਤੂੰ ਆਪਣੇ ਬੇਟੇ ਨੂੰ ਭੇਜ ਦੇ, 3 ਲੱਖ ਰੁਪਏ ਦਾ ਇੰਤਜ਼ਾਮ ਕਰੋ। ਮੇਰੇ ਬੇਟੇ ਨਾਲ ਵੀ 2-3 ਦਿਨ ਉਹਨਾਂ ਨੇ ਗੱਲਾਂ ਪੂਰੀਆਂ ਮਾਰੀਆਂ। ਫਿਰ ਮੈਂ ਉਹਨਾਂ ਦੇ ਘਰ ਜਾ ਕੇ ਲਾਂਭਾ ਦੇ ਕੇ ਆਈ ਹਾਂ ਵੀ ਮੈਂ ਕਿਹਾ ਮੇਰੇ ਬੇਟੇ ਨਾਲ ਇਸ ਤਰ੍ਹਾਂ ਦੀ ਕੋਈ ਗੱਲ ਨਾ ਕੀਤੀ ਜਾਵੇ, ਵੀ ਜਦੋਂ ਮੈਂ ਭਾਣਜ ਜਮਾਈ ਨੂੰ ਖੁਦ ਕਹਿ ਕੇ ਅੱਗੇ ਕਰਵਾਇਆ ਵੀ ਮੈਂ ਆਪਣੇ ਬੇਟੇ ਦੀ ਜ਼ਿੰਮੇਵਾਰੀ ਵੀ ਮੈਂ ਲਊਂਗੀ, ਮੇਰੇ ਨਾਲ ਗੱਲ ਕੀਤੀ ਜਾਵੇ। ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਹੋ ਗਿਆ ਵੀ ਅੱਜ ਤੋਂ ਬਾਅਦ ਉਹਨਾਂ ਦੇ ਘਰੇ ਨਹੀਂ ਤੁਸੀਂ ਆਓਗੇ, ਸਾਡਾ ਜਾਣਾ ਆਉਣਾ ਬੰਦ ਹੋ ਗਿਆ ਸਰ ਉਸ ਤੋਂ ਬਾਅਦ। ਤੇ ਫਿਰ ਮੇਰੇ ਬੇਟੇ ਨੇ ਵੀ ਮੇਰੇ ਨਾਲ ਇਹੀ ਗੱਲ ਕਹੀ, ਕਹਿੰਦਾ ਮੰਮੀ ਵੀ ਮੈਂ ਤੈਨੂੰ ਕਹਿੰਦਾ ਸੀ ਵੀ ਮੈਂ ਤਾਂ ਉਹਨਾਂ ਦੀ ਖੋਜ ਕਰਨੀ ਚਾਹੁੰਦਾ ਸੀ, ਤੂੰ ਇਸ ਤਰ੍ਹਾਂ ਦਾ ਕਿਉਂ ਡਿਸੀਜਨ ਲਿਆ, ਤੂੰ ਕਿਉਂ ਮੈਨੂੰ ਮਨਾ ਕੀਤਾ। ਮੈਂ ਤੈਨੂੰ ਕਿਵੇਂ, ਤੂੰ ਤਾਂ ਬੱਚਾ ਹੈ ਹਜੇ, ਕਿੱਡੀ ਕੁ ਉਮਰ ਹੁੰਦੀ ਹੈ ਸਰ, 22-23 ਸਾਲ ਦਾ ਬੇਟਾ ਹੈ, ਠੀਕ। ਤੁਸੀਂ ਐਡਾ ਵੱਡਾ ਯਕੀਨ ਭਰੋਸਾ ਕਿਵੇਂ ਕੀਤਾ? ਤੁਸੀਂ ਇੱਕ ਨਹੀਂ 3 ਜਣੇ ਫਸਾਏ, ਪਹਿਲਾਂ ਘੱਟੋ ਘੱਟ ਇੱਕ ਜਣੇ ਦਾ ਤਾਂ ਦੇਖ ਲੈਂਦੇ, ਕੇਸ ਕਲੀਅਰ ਹੁੰਦਾ ਕਿ ਨਹੀਂ? ਸਰ ਉਹ ਤਾਂ ਦੇਖੋ ਮੈਂ ਇਕੱਲੇ ਜਮਾਈ ਦੀ ਗੱਲ ਕੀਤੀ ਸੀਗੀ, ਠੀਕ ਹੈ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਗੈਰੀ ਨੇ ਸਾਡੇ ਜਸਵੀਰ ਭਾਜੀ ਗੱਲ ਹੋਣ ਲੱਗੀ ਸਾਡੇ ਜਮਾਈ ਨਾਲ, ਉਹਨਾਂ ਨੇ ਕਿਹਾ ਹੋਣਾ ਉਹਨਾਂ ਨੂੰ ਵੀ ਇੱਥੇ ਹੋਰ ਵੀ 2 ਬੰਦਿਆਂ ਦੀ ਲੋੜ ਪੈ ਰਹੀ ਹੈ ਤੇ ਵੀ ਜ਼ਰੂਰਤ ਹੈ, ਵੀ ਉਹਨਾਂ ਨੇ ਚਲੋ ਇਹਨਾਂ ਦੀ ਸਿੱਧੀ ਕੰਟੈਕਟ 'ਚ ਗੱਲ ਕਰਾਈ ਤਾਂ ਉਹਨਾਂ ਦੇ ਪੈਸੇ ਡਾਇਰੈਕਟ ਗਏ। ਜੀ, ਤੁਸੀਂ ਹੁਣ ਕਿਤੇ ਕੰਪਲੇਂਟ ਵਗੈਰਾ ਦਰਜ ਕਰਵਾਈ ਹੈ ਜੀ? ਨਹੀਂ ਸਰ, ਕਿਉਂਕਿ ਮੇਰਾ ਤਾਂ ਕੋਈ ਬਣਦਾ ਨਹੀਂ ਨਾ, ਦੇਖੋ ਮੇਰੇ ਕੋਲੇ ਕੋਈ ਉਹਨਾਂ ਦੀ ਮੇਰੇ ਖਾਤੇ 'ਚ ਕੋਈ ਟ੍ਰੇਸ ਸਟੇਟਮੈਂਟ ਨਹੀਂ ਗਈ। ਹਾਂਜੀ, ਪਰ ਨਾਲ ਜ਼ਰੂਰ ਖੜੇ ਆ ਵੀ ਸਾਡੇ ਰਿਸ਼ਤੇਦਾਰ ਹੈ। ਜੀ, ਤਾਂ ਦਰਸ਼ਕੋ, ਰਾਮਪੁਰਾ ਤੋਂ ਹੀ ਇੱਕ ਹੋਰ ਨੌਜਵਾਨ ਸਾਡੇ ਨਾਲ ਆ, ਹਰਿੰਦਰ ਸਿੰਘ। ਇਹਨਾਂ ਨਾਲ ਵੀ ਲੱਖਾਂ ਰੁਪਏ ਦੀ ਇਹ ਜਿਹੜੀ ਠੱਗੀ ਵੱਜੀ ਦੱਸਦੇ ਆ। ਤੁਸੀਂ ਕਿਵੇਂ ਵੀਰੇ ਰਜਨੀ ਬਾਲਾ ਦੇ ਸੰਪਰਕ 'ਚ ਆਏ? ਰਜਨੀ ਬਾਲਾ ਦੇ ਜੋ ਪਿਤਾ ਜੀ ਨੇ ਰਾਮ ਸਿੰਘ ਜੀ, ਉਹ ਸਾਡੇ ਘਰੇ ਆਉਂਦੇ ਜਾਂਦੇ ਰਹੇ ਆ ਜੀ। ਪਹਿਲਾਂ ਉਹਨਾਂ ਦੇ ਡੈਡੀ ਨਾਲ ਜਿਵੇਂ ਦੋਸਤ ਸੀਗੇ ਜੀ, ਟਰਾਂਸਪੋਰਟ ਦਾ ਕੰਮ ਸੀ ਇਕੱਠਿਆਂ ਦਾ ਆਪਣਾ। ਉਹ ਸਾਡੇ ਘਰੇ ਆ ਕੇ ਕਹਿੰਦੇ ਰਹੇ ਵੀ ਮੇਰੀ ਕੁੜੀ ਮਹੀਨੇ ਦੇ ਵਿੱਚ ਬਾਹਰ ਚਲੀ ਗਈ ਆ, ਕਿ ਅਸੀਂ ਤੁਹਾਡੇ ਮੁੰਡੇ ਨੂੰ ਵੀ ਬਾਹਰ ਭੇਜ ਦਿੰਦੇ ਆਂਗੇ, ਵੀ 8 ਲੱਖ ਰੁਪਈਆ ਵੀ ਪਹਿਲਾਂ ਲੱਗੂਗਾ, ਵੀ ਸਾਰਾ 17 ਲੱਖ ਰੁਪਈਆ ਹੈਗਾ। ਸਾਰੀ 17 ਲੱਖ ਦੀ ਗੱਲ ਹੋਈ? ਸਾਰੇ 17 ਲੱਖ 'ਚ ਗੱਲ ਹੋਈ ਸੀ। ਤੇ ਉਹਨੇ ਸਾਡੀ ਗੱਲ ਵੀ ਕਰਵਾਈ ਸੀ, ਜੋ ਬਾਹਰ ਗੈਰੀ ਹੈ ਜੀ, ਉਹਨੇ ਸਾਨੂੰ ਸਮਝਾਇਆ ਵੀ ਐਂ ਕਰਕੇ ਵੀ ਆਹ ਫਾਰਮ ਆ, ਵੀ ਐਂ ਕਰਕੇ ਸਾਰਾ ਪ੍ਰੋਸੈਸ ਆ, 3 ਲੱਖ ਤੁਹਾਨੂੰ ਪਹਿਲਾਂ ਦੇਣਾ ਪਊਗਾ, 460 ਫੇਰ ਦੇਣਾ ਪਊਗਾ। ਅਸੀਂ ਯਕੀਨ ਨਹੀਂ ਕੀਤਾ ਜੀ। ਮੈਂ ਜਵਾਬ ਦਿੱਤਾ ਸੀ ਉਸਨੂੰ ਵੀ ਮੈਂ ਪਹਿਲਾਂ ਪੈਸੇ 1 ਰੁਪਈਆ ਵੀ ਨਹੀਂ ਦੇਣਾ, ਵੀ ਤੁਸੀਂ ਮੇਰਾ ਕੰਮ ਕਰਵਾ ਦਿਓ, ਮੈਂ ਤੁਹਾਨੂੰ ਸਾਰੇ ਪੈਸੇ ਬਾਅਦ ਚੋਂ ਦੇ ਦੇਵਾਂਗੇ। ਤੇ ਚਲੋ ਉਹ ਚਲਾ ਗਿਆ ਜੀ। ਫਿਰ ਉਹ 15 ਦਿਨਾਂ ਬਾਅਦ ਵਾਪਸ ਘਰੇ ਆ ਗਏ ਤੇ ਉਹਨਾਂ ਨੇ ਸਾਨੂੰ ਕਿਹਾ ਜੀ ਵੀ ਤੁਸੀਂ ਐਂ ਕਰਕੇ ਵੀ ਕਰ ਲਓ, ਵੀ ਤੁਸੀਂ ਚਲੇ ਜਾਓਗੇ ਬਾਹਰ, ਵੀ ਮੇਰੀ ਕੁੜੀ ਬਾਹਰ ਆ, ਵੀ ਕੰਮ ਕਰਵਾ ਦੂਗੀ ਤੁਹਾਡਾ। ਤਾਂ ਮੈਂ ਵੀ ਯਕੀਨ ਨਹੀਂ ਕੀਤਾ ਜੀ। ਮੁੜ ਕੇ ਚਲੋ ਡੈਡੀ ਜੀ ਨਾਲ ਗੱਲ ਕਰਦੇ ਰਹੇ ਜੀ, ਉਹਨਾਂ ਦੀ ਕੁੜੀ ਦਾ ਰਜਨੀ ਬਾਲਾ ਗਈ, ਡੈਡੀ ਜੀ ਨੂੰ ਫੋਨ ਆਇਆ ਜੀ ਉਹਨਾਂ ਦਾ, ਵੀ ਐਂ ਕਰਕੇ ਵੀ ਅੰਕਲ ਜੀ ਵੀ ਅਸੀਂ ਤੁਹਾਡੇ ਮੁੰਡੇ ਦਾ ਕੰਮ ਕਰਵਾ ਦਾਂਗੇ, ਵੀ ਮੈਂ ਬਾਹਰ ਹੀ ਹਾਂ, ਵੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਕੋਈ ਰਿਸਕ ਵਾਲੀ ਗੱਲ ਨਹੀਂ ਹੈਗੀ। ਜਿਹੜਾ ਫੋਨ ਤੁਹਾਨੂੰ ਆਉਂਦਾ ਸੀ WhatsApp ਤੇ ਆਉਂਦਾ ਸੀ, ਕਿਹੜੇ ਨੰਬਰ ਤੋਂ ਆਉਂਦਾ ਸੀ? WhatsApp ਤੇ ਆਉਂਦਾ ਸੀ, ਕੈਨੇਡਾ ਦੇ ਨੰਬਰ ਤੋਂ ਆਉਂਦਾ ਸੀਗਾ ਜੀ, ਜੀ, ਰਜਨੀ ਬਾਲਾ ਦਾ ਜੀ। ਜੀ, ਕੀ ਕਹਿੰਦੇ ਸੀ ਕਿੰਨੇ ਟਾਈਮ 'ਚ ਤੁਹਾਨੂੰ ਲੈ ਜਾਾਂਗੇ? 1 ਮਹੀਨਾ ਕਹਿੰਦੇ ਸੀਗੇ ਜੀ ਉਹ। ਸਾਰੀ 17 ਲੱਖ 'ਚ ਗੱਲ ਹੋਈ ਸੀ। ਜਿਹੜੀ ਤੁਸੀਂ ਪੇਮੈਂਟ 8 ਲੱਖ ਦਿੱਤੀ, ਉਹ ਕਿਵੇਂ ਦਿੱਤੀ ਹੈ ਜੀ? ਪਹਿਲਾਂ ਉਹਨਾਂ ਨੇ ਆਫਰ ਲੈਟਰ ਭੇਜਿਆ ਜੀ ਸਮੁੱਚੀ ਫਾਰਮ ਦਾ ਜੀ, 3 ਲੱਖ ਉਦੋਂ ਪਾਇਆ ਜੀ। ਮੁੜ ਕੇ ਉਹਨਾਂ ਨੇ 10 ਦਿਨਾਂ ਬਾਅਦ ਸਾਨੂੰ LMIA ਭੇਜੀ ਜੋ ਕੈਨੇਡਾ ਦੀ, 460 ਉਦੋਂ ਪਾਇਆ ਜੀ। ਜਿਹੜਾ ਆਫਰ ਲੈਟਰ ਭੇਜਿਆ ਤੁਸੀਂ ਉਸ ਟਾਈਮ ਕਿਤੋਂ ਚੈੱਕ ਕਰਵਾਇਆ ਵੀ ਰੀਜਨਲ ਆ, ਡੁਪਲੀਕੇਟ ਹੈ, ਕੀ ਹੈ? ਸਰ ਮੈਂ ਸਾਈਟ 'ਤੇ ਚੈੱਕ ਕੀਤਾ ਸੀ ਵੀ ਫਾਰਮ ਹੈਗਾ ਜੀ ਉੱਥੇ, ਬਸ ਇਸ ਤਰ੍ਹਾਂ ਹੀ ਆਪ ਹੀ ਚੈੱਕ ਨਹੀਂ ਕਰਵਾਇਆ ਜੀ ਕਿਸੇ ਤੋਂ ਜੀ। ਸਭ ਵਿਸ਼ਵਾਸ ਤੌਰ 'ਤੇ ਵੀ ਰਾਮਾ ਜੀ ਕਹਿੰਦੇ ਸੀ ਮੇਰੀ ਜ਼ਿੰਮੇਵਾਰੀ ਹੈਗੀ, ਵੀ ਮੇਰੀ ਕੁੜੀ ਆ ਗਈ ਉੱਥੇ, ਬਸ ਉਸ ਕਰਕੇ ਅਸੀਂ ਵਿਸ਼ਵਾਸ ਤੌਰ 'ਤੇ ਪੈਸੇ ਲਗਾਤੇ ਜੀ। ਲਾਸਟ ਟਾਈਮ ਜਦੋਂ ਤੁਹਾਡੀ ਰਜਨੀ ਬਾਲਾ ਨਾਲ ਜਾਂ ਗੈਰੀ ਧਾਲੀਵਾਲ ਨਾਲ ਗੱਲਬਾਤ ਹੋਈ, ਉਹਨਾਂ ਨੇ ਕੀ ਕਿਹਾ ਜੀ? ਸਰ ਗੈਰੀ ਧਾਲੀਵਾਲ ਨਾਲ ਤਾਂ ਰਾਮ ਸਿੰਘ ਜੀ ਨੇ ਸਾਡੀ ਗੱਲ ਕਰਵਾਈ ਸੀ, ਦੁਬਾਰਾ ਗੱਲ ਨਹੀਂ ਹੋਈ ਸਾਡੀ। ਗੱਲ ਰਜਨੀ ਬਾਲਾ ਜੀ ਨਾਲ ਹੁੰਦੀ ਰਹੀ, ਉਹਦਾ ਫੋਨ ਵੀ ਆਉਂਦਾ ਰਿਹਾ ਜਦੋਂ ਅਸੀਂ 460 ਦੀ
ਪੈਸੇ ਪਾਉਣੇ ਸੀਗੇ ਉਦੋਂ ਪਹਿਲਾਂ ਸਾਨੂੰ ਉਹਨੇ ਕਿਹਾ ਵੀ ਮੇਰੇ ਸਾਡੇ ਕੋਲ 2 LMI ਹੋਰ ਨੇ ਵੀ ਤੁਸੀਂ ਹੋਰ 2 ਦੇਖ ਲਓ। ਡੈਡੀ ਜੀ ਨੇ ਕਿਹਾ ਜੀ ਵੀ ਨਹੀਂ ਪਹਿਲਾਂ ਵੀ ਤੁਸੀਂ ਵੀ ਸਾਡੇ ਬੇਟੇ ਨੂੰ ਲੈ ਜਾਓ, ਮੁੜ ਕੇ ਅਸੀਂ ਹੋਰ ਨਾਲ ਗੱਲਬਾਤ ਕਰ ਲਾਂਗੇ। ਚਲੋ ਜਦੋਂ 4,60,000 ਰੁਪਏ ਪਾਤਾ ਜੀ ਅਸੀਂ, ਮੁੜ ਕੇ 2 ਦਿਨਾਂ ਬਾਅਦ ਉਸਨੇ ਫੋਨ ਬੰਦ ਕਰਤਾ, ਮੁੜ ਕੇ ਗੱਲ ਨਹੀਂ ਹੋਈ ਸਾਡੀ ਉਹਦੇ ਨਾਲ ਇਹ ਸਾਰੇ ਲੋਕ ਤੁਸੀਂ ਰਜਨੀ ਬਾਲਾ ਦੇ ਸੰਪਰਕ ਸੀਗੇ? ਜੀ ਸਰ। ਫਿਰ ਤੁਸੀਂ ਸਾਰੇ ਆਪਸ ਦੇ ਵਿੱਚ ਕਿਵੇਂ ਸੰਪਰਕ ਹੋਇਆ ਤੁਹਾਡਾ? ਸਰ ਬਾਅਦ ਚੋਂ ਜਦੋਂ ਪਤਾ ਲੱਗਿਆ ਜੀ ਇਹਦੇ ਘਰੇ ਜਾਂਦੇ ਰਹੇ ਰਾਮ ਸਿੰਘ ਦੇ ਜੀ, ਉਹ ਮੇਰਾ ਦੋਸਤ ਸਰ ਜੇ ਸੀ, ਉਹਦੇ ਨਾਲ ਗੱਲਬਾਤ ਹੋਈ। ਉਹ ਕਹਿੰਦਾ ਮੈਂ ਵੀ, ਮੇਰੀ ਸਾਲੀ ਆ ਉਹ, ਵੀ ਮੈਂ ਇੰਨੇ ਪੈਸੇ ਦੇਈ ਬੈਠਾ। ਮੈਂ ਕਿਹਾ ਮੈਂ ਵੀ ਇੰਨੇ ਪੈਸੇ ਦੇਈ ਬੈਠਾ। ਇਹ ਤੋਂ ਬਾਅਦ ਸਾਡਾ ਮਿਲਾਪ ਹੋਇਆ ਸਰ ਹੁੰਦਾ ਜੀ। ਹਾਂਜੀ। ਇੰਨੇ ਪੈਸੇ ਤੁਸੀਂ ਦੇ ਕੇ ਵਿਦੇਸ਼ 'ਚ ਜਾਣ ਦੀ ਚਾਹਤ ਰੱਖਦੇ ਸੀ, ਇੱਥੇ ਕਿਉਂ ਨਹੀਂ ਕੋਈ ਕਾਰੋਬਾਰ ਕਰ ਲੈਂਦੇ ਸੀ? ਇੱਥੇ ਕੋਈ ਕੰਮ ਧੰਦਾ ਕਰ ਲੈਂਦੇ। ਪੰਜਾਬ ਬੜਾ ਖੁਸ਼ਹਾਲ ਆ, ਪੰਜਾਬ 'ਚ ਸਭ ਕੁਝ ਹੈ। ਸਰ ਬਾਹਰ ਜਾਣ ਦਾ ਅੰਦਰੋਂ ਚਾਹਵਾਨ ਸੀ, ਬਾਹਰ ਚਲੇ ਜਾਈਏ ਜੀ, ਇਸ ਕਰਕੇ ਜੀ ਇੱਥੇ ਕੰਮ ਕਰ ਹੈ ਨਹੀਂ ਸੀ ਕੋਈ, ਤੁਰੇ ਫਿਰਦੇ ਨਹੀਂ, ਬਚਦਾ ਕੁਛ ਹੈ ਨਹੀਂਗਾ ਜੀ, ਪਤੀ ਹੈ ਤੁਹਾਨੂੰ ਜੀ। ਪਰ ਬਹੁਤ ਸਾਰੇ ਲੋਕਾਂ ਨਾਲ ਠੱਗੀ ਹੁੰਦੀ ਹੈ, ਜਿਵੇਂ ਅੱਜ ਤੁਸੀਂ ਕਹਿੰਦੇ ਆ ਕਿ ਸਾਡੇ ਨਾਲ ਠੱਗੀ ਵੱਜੀ ਆ। ਤੁਸੀਂ ਪਹਿਲਾਂ ਨਹੀਂ ਕਿਤੇ ਤੁਹਾਡੇ ਜ਼ਿਹਨ 'ਚ ਚੱਲਿਆ, ਦਿਮਾਗ 'ਚ ਆਈ ਗੱਲ ਵੀ ਯਾਰ ਸਾਡੇ ਨਾਲ ਠੱਗੀ ਵੱਜੂ? ਨਹੀਂ ਸਰ ਪਹਿਲਾਂ ਤਾਂ ਨਹੀਂ ਆਇਆ ਜੀ। ਰਾਮ ਸਿੰਘ ਜੀ ਜੋ ਕਿ ਮੇਰੇ ਡੈਡੀ ਦੇ ਬਹੁਤ ਚੰਗੇ ਦੋਸਤ ਨੇ, ਉਹਨਾਂ ਦੀ ਚਲੋ ਕਹਿੰਦੇ ਜੀ ਮੇਰੀ ਜ਼ਿੰਮੇਵਾਰੀ ਹੈ, ਮੇਰੀ ਗੁੜੀਆ ਬਾਹਰ ਆ, ਇਸ ਕਰਕੇ ਅਸੀਂ ਵਿਸ਼ਵਾਸ ਤੌਰ ਤੇ ਅਸੀਂ ਪੈਸੇ ਦਿੱਤੇ ਜੀ। ਹਾਂਜੀ। ਹੁਣ ਕੋਈ ਕੰਪਲੇਂਟ ਵਗੈਰਾ ਦਰਜ ਕਰਵਾਈ ਹੈ? ਕੰਪਲੀਟ ਫੁੱਲ ਕਰਵਾਈ ਵੀ ਹੈ ਜੀ ਡਿਪਟੀ ਦੇ ਜੀ। ਕੀ ਹੋਇਆ ਜੀ ਉਹਦਾ? ਕੁਛ ਨਹੀਂ, ਉਹ ਕਹਿੰਦੇ ਜੀ ਫਾਈਲ ਭੇਜੀ ਵੀ SSP ਦੇ ਜੀ, ਕਾਰਵਾਈ ਹੁਣ ਕਰਨੀ ਹੈ ਜੀ। ਉਹ ਖੁਦ 2 ਬੰਦਿਆਂ ਤੇ ਲਾ ਰਹੀ ਹੈ ਦੋਸ਼ ਕਿ ਮੇਰੇ ਨਾਲ ਉਹਨਾਂ ਲੋਕਾਂ ਨੇ ਠੱਗੀ ਮਾਰੀ ਹੈ, ਤੁਸੀਂ ਉਹਦੇ ਤੇ ਲਾ ਰਹੇ ਹੋ। ਤੁਹਾਨੂੰ ਉਹਦੇ ਤੇ ਯਕੀਨ ਨਹੀਂ ਆ ਰਿਹਾ? ਨਹੀਂ ਸਰ ਆਪਣਾ ਰਜਨੀ ਬਾਲਾ ਨਾਲ ਹੀ ਹੈ ਜੀ, ਆਪਾਂ ਨਾ ਤਾਂ ਗੈਰੀ ਨੂੰ ਜਾਣਦੇ ਹਾਂ ਜੀ, ਨਾ ਦੀਪੂ ਨੂੰ ਜਾਣਦੇ ਹਾਂ ਜੀ। ਸਾਡਾ ਰਜਨੀ ਬਾਲਾ ਜੀ ਵੀ ਉਹਨਾਂ ਨਾਲ ਗੱਲ ਹੁੰਦੀ ਰਹੀ ਆ। ਰਾਮ ਸਿੰਘ ਨੇ ਗੱਲ ਕਰਵਾਈ ਸਾਡੀ ਗੈਰੀ ਨਾਲ ਇੱਕ ਵਾਰੀ, ਉਹ ਵੀ ਉਹਨੇ ਆਪਦੇ ਫੋਨ ਤੋਂ ਕਰਵਾਈ ਸੀ, ਅਸੀਂ ਆਪ ਨਹੀਂ ਕੀਤੀ ਜੀ। ਹਾਂਜੀ। ਤਾਂ ਦਰਸ਼ਕੋ ਇਹ ਸਾਰੇ ਲੋਕ ਰਜਨੀ ਬਾਲਾ ਤੇ ਦੋਸ਼ ਲਾ ਰਹੇ ਨੇ ਕਿ ਰਜਨੀ ਬਾਲਾ ਨੇ ਸਾਡੇ ਨਾਲ ਠੱਗੀ ਮਾਰੀ ਆ, ਲੱਖਾਂ ਰੁਪਏ ਆਪਣੇ ਅਕਾਊਂਟ 'ਚ ਪਵਾਏ ਆ। ਇਸ ਵੀਰ ਨਾਲ 17 ਲੱਖ ਦੀ ਗੱਲ ਹੋਈ ਸੀ, 8 ਲੱਖ ਰੁਪਏ ਇਹਨਾਂ ਤੋਂ ਪਵਾਇਆ। ਕੁਝ ਸਮੇਂ 'ਚ ਕੈਨੇਡਾ ਲੈ ਕੇ ਜਾਣ ਦੀ ਗੱਲ ਕੀਤੀ ਸੀ। ਪਰ ਰਜਨੀ ਬਾਲਾ ਗੈਰੀ ਧਾਲੀਵਾਲ ਤੇ ਵਿਨੋਦ ਕੁਮਾਰ ਹੋਣਾ ਤੇ ਦੋਸ਼ ਲਾ ਰਹੀ ਹੈ। ਵਿਨੋਦ ਕੁਮਾਰ ਦੀ ਮਾਤਾ ਸਾਡੇ ਨਾਲ ਹੈ। ਇਹ ਕੀ ਕਹਿੰਦੇ ਆ? ਮਾਤਾ ਤੁਹਾਡੇ ਪੁੱਤਰ ਤੇ ਦੋਸ਼ ਲਾਏ ਜਾ ਰਹੇ ਆ, ਕਹਿੰਦੇ ਤੁਹਾਡੇ ਪੁੱਤਰ ਨੇ ਰਜਨੀ ਬਾਲਾ ਨੂੰ ਫਸਾਇਆ, ਬਾਹਰ ਕੈਨੇਡਾ ਲਿਜਾਣ ਦੀ ਥਾਂ ਹੋਰ ਕੰਟਰੀ 'ਚ ਭੇਜਿਆ, ਉੱਥੇ ਲੱਖਾਂ ਰੁਪਏ ਦੀ ਠੱਗੀ ਮਾਰੀ, ਮੈਨੂੰ ਝਾਂਸੇ 'ਚ ਰੱਖਿਆ, ਦੇ ਜਿਹੜਾ ਜੈਸਮੀਨ ਫਰੋਸੀ ਦੇ ਧੰਦੇ 'ਚ ਵੀ ਜਬਰੀ ਪਾਉਣ ਦੀ ਕੋਸ਼ਿਸ਼ ਕੀਤੀ। ਤੁਹਾਡੇ ਬੇਟੇ ਤੇ ਸਾਰੇ ਦੋਸ਼ ਲਾ ਰਹੀ ਰਜਨੀ ਬਾਲਾ। ਸਰ ਜੇ ਮੇਰਾ ਬੇਟਾ ਸ਼ੁਰੂ ਤੋਂ ਹੀ ਗਲਤ ਸੀ, ਮੈਂ ਉਹਨੂੰ ਬੇਦਖਲ ਕਰਤਾ, ਸਾਰੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ, ਮੈਂ ਉਹਨੂੰ ਛੱਡਤਾ। ਜਦੋਂ ਰਜਨੀ ਬਾਲਾ ਨੂੰ ਵੀ ਇਸ ਗੱਲ ਦਾ ਪਤਾ ਸੀ ਮੇਰਾ ਮੁੰਡਾ ਗਲਤ ਸੀ, ਫਿਰ ਰਜਨੀ ਬਾਲਾ ਨੇ ਉਹਦੇ ਨਾਲ ਰਿਲੇਸ਼ਨ ਕਿਉਂ ਬਣਾਈ? ਉਹਨੂੰ ਘਰੇ ਕਿਉਂ ਆਪਦੇ ਵਾੜਦੀ ਰਹੀ? ਉਹਦੇ ਕੋਲੇ ਹਰ ਵਕਤ ਰਹਿੰਦਾ ਰਿਹਾ, ਘਰੇ ਉਹਦੇ ਰੋਟੀ ਖਾਣੀ, ਉਹਨੂੰ ਦਵਾਈ ਦਵਾ ਕੇ ਲਿਆਉਣੀ, ਉਹਦੇ ਕੋਲੇ ਹੀ ਪਏ ਰਹਿਣਾ। ਫਿਰ ਇਹਨੂੰ ਇਹ ਨਹੀਂ ਪਤਾ ਲੱਗਿਆ ਜੇ ਸੁਮਨ ਦਾ ਮੁੰਡਾ ਗਲਤ ਹੈ ਤੇ ਫਿਰ ਮੈਂ ਉਹਨੂੰ ਉਹਦੇ ਘਰੇ ਕਿਉਂ ਵਾੜਦੀ? ਤੇ ਅੱਜ ਉਹ ਕਹਿੰਦੀ ਜੇ ਗਲਤ ਹੈ, ਇਹ ਸਾਰੇ ਇੱਕੋ ਹੀ ਆ। ਨਾ ਮੇਰਾ ਮੁੰਡਾ ਘੱਟ ਹੈ, ਨਾ ਰਜਨੀ ਬਾਲਾ ਘੱਟ ਹੈ। ਗਹਿਰੀ ਨੂੰ ਤਾਂ ਆਪਾਂ ਜਾਣਦੇ ਹੀ ਨਹੀਂ, ਗਹਿਰੀ ਹੈ ਕੌਣ ਹੈ? ਇਹਨਾਂ ਨੇ ਗਾਂ ਸਾਡੀ ਜਾਣ ਪਛਾਣ ਕਰਾਈ। ਫਿਰ ਉਸ ਤੋਂ ਬਾਅਦ ਇਹ ਮੈਨੂੰ ਆਪ ਫੋਨ ਕਰਨ ਲੱਗ ਗਈ ਜਦੋਂ ਬਾਹਰ ਗਈ। 10 ਕੁ ਦਿਨਾਂ ਬਾਅਦ ਇਹਨੇ ਮੈਨੂੰ ਫੋਨ ਕੀਤਾ, ਕਹਿੰਦੀ ਜੇ ਤੇਰਾ ਮੁੰਡਾ ਗਲਤ ਹੈ ਨਾ ਕੋਈ ਗੱਲ ਨਹੀਂ, ਪਰ ਮੈਂ ਗਲਤ ਨਹੀਂ ਹੈਗੀ, ਮੈਂ ਤੇਰੇ ਚਾਚੇ ਦੀ ਕੁੜੀ ਆ, ਤਾਂ ਮੈਂ ਤੇਰੇ ਦੋਨੋਂ ਬੱਚਿਆਂ ਨੂੰ ਬਾਹਰ ਸੱਦੂਗੀ, ਕੋਈ ਗੱਲ ਨਹੀਂ। ਕਹਿੰਦੀ ਤੂੰ ਮੈਨੂੰ ਪੈਸੇ ਪਾ ਦੀ, ਮੇਰੇ ਖਾਤੇ 'ਚ ਪੈਸੇ ਪਾ ਦੀ, ਥੋੜ੍ਹੇ ਥੋੜ੍ਹੇ ਕਰਕੇ ਪਾ ਦੀ, ਤੇ ਪਰ ਤੂੰ ਕੇਸ ਤਿਆਰ ਕਰ, ਜਿੰਨੇ ਤੂੰ ਕੇਸ ਤਿਆਰ ਕਰੇਂਗੀ ਉਨੀ ਆਪਣੀ ਕਮਿਸ਼ਨ ਬਣੂਗੀ। ਤੇਰੇ ਮੁੰਡੇ ਨੂੰ ਕਹਿੰਦੀ ਕੁਝ ਦੇਣ ਦੀ ਲੋੜ ਨਹੀਂ ਹੈਗੀ, ਇੱਥੇ ਆ ਕੇ ਉਹਦੇ ਪੈਸੇ ਪੂਰੇ ਹੋ ਜਾਣਗੇ। ਜਿਵੇਂ ਇੱਕ ਬੰਦੇ ਵਿੱਚੋਂ ਕਹਿੰਦੀ ਸਾਨੂੰ 3 ਲੱਖ ਰੁਪਈਆ ਬਚਦਾ, ਜਿੰਨੇ ਤੁਸੀਂ ਕੇਸ ਤਿਆਰ ਕਰੋਗੇ ਉਨੇ ਪੈਸੇ ਤੁਹਾਡੇ ਪੂਰੇ ਹੋ ਜਾਣਗੇ। ਤੇ ਕਹਿੰਦੀ ਫੁੱਲ ਵਿਸ਼ਵਾਸ ਕਰ, ਤੇਰੇ ਮੁੰਡੇ ਨੇ ਜਿੱਦਾਂ ਮਰਜ਼ੀ ਕੀਤਾ ਹੋਵੇ, ਪਰ ਮੈਂ ਤੇਰੇ ਨਾਲ ਬੇਈਮਾਨੀ ਨਹੀਂ ਕਰੂੰਗੀ। ਤੁਹਾਡਾ ਬੇਟਾ ਹੁਣ ਕਿੱਥੇ ਰਹਿ ਰਿਹਾ ਵਿਨੋਦ ਕੁਮਾਰ? ਹੁਣ ਤਾਂ ਸਰ ਮੈਨੂੰ ਪਤਾ ਨਹੀਂ ਉਹ ਕਿੱਥੇ ਰਹਿ ਰਿਹਾ, ਕਿਉਂਕਿ ਮੈਂ ਤਾਂ ਜਦੋਂ ਲੜਾਈ ਝਗੜੇ ਕਰਦਾ ਮੈਂ ਕਾਫੀ ਟਾਈਮ ਹੋ ਗਿਆ ਉਹਨੂੰ ਬੇਦਖਲ ਕਰਕੇ ਉਦੋਂ ਹੀ ਛੱਡਤਾ ਸੀ ਉਹਨੂੰ। ਆਪ ਖੁਦ ਬਾਹਰ ਗਿਆ? ਉਹ ਹਾਂਜੀ ਉਹ ਬਾਹਰ ਗਿਆ ਸੀ। ਕੈਨੇਡਾ ਗਿਆ ਜੀ ਉਹ? ਨਹੀਂ ਮੈਨੂੰ ਇਹ ਨਹੀਂ ਪਤਾ ਕੈਨੇਡਾ ਗਿਆ ਜਾਂ ਕਿੱਥੇ ਗਿਆ, ਪਰ ਉਹ ਗਿਆ ਜ਼ਰੂਰ ਸੀ। ਜਾਣ ਤੋਂ ਪਹਿਲਾਂ ਉਹਨੇ ਦੱਸਿਆ ਵੀ ਕਿਹੜੀ ਕੰਟਰੀ ਚੱਲਿਆ ਜਿਵੇਂ? ਨਹੀਂ ਇਹ ਵੀ ਨਹੀਂ ਉਹਨੇ ਦੱਸਿਆ, ਬਸ ਇੱਕ ਵਾਰੀ ਘਰੇ ਆਇਆ, ਕਹਿੰਦਾ ਹੁਣ ਤਾਂ ਮੈਂ ਚਲੇ ਜਾਣਾ, ਹੁਣ ਤਾਂ ਲੜਾਈ ਖਤਮ ਹੋ ਗਈ ਜੀ। ਬਸ ਇੰਨੀ ਗੱਲ ਕਹਿ ਕੇ ਦੁਬਾਰਾ ਨਹੀਂ ਫਿਰ ਉਹ ਜੋ ਕੁਝ ਗੱਲਬਾਤ ਚੱਲ ਰਹੀ ਸੀ ਰਜਨੀ ਬਾਲਾ ਨਾਲ ਜਾਂ ਇਹਨਾਂ ਸਾਰੇ ਲੋਕਾਂ ਨਾਲ ਬਾਹਰ ਲਿਜਾਣ ਦੀ, ਤੁਹਾਨੂੰ ਪਤਾ ਸੀ? ਹਾਂਜੀ। ਤੁਸੀਂ ਇਹਨਾਂ ਲੋਕਾਂ ਨੂੰ ਫਿਰ ਦੱਸ ਕਿਉਂ ਨਾ ਦਿੱਤਾ ਵੀ ਮੇਰਾ ਪੁੱਤਰ ਇਦਾਂ ਦਾ, ਤੁਸੀਂ ਇਹਦੇ ਝਾਂਸੇ 'ਚ ਨਾ ਆਇਓ? ਕਿਉਂਕਿ ਮੇਰੇ ਤੇ ਕੋਈ ਯਕੀਨ ਹੀ ਨਹੀਂ ਕਰਦਾ ਸੀ। ਜਦੋਂ ਮੇਰੀ ਮਾਂ ਨੂੰ ਪਤਾ ਸੀ, ਮੇਰੀਆਂ ਭੈਣਾਂ ਨੂੰ ਪਤਾ ਸੀ, ਮੇਰੇ ਸਾਰੇ ਪੇਕਿਆਂ ਨੂੰ, ਰਿਸ਼ਤੇਦਾਰਾਂ ਨੂੰ ਪਤਾ ਸੀ। ਜਦੋਂ ਇਹਨਾਂ ਨੂੰ ਐ ਹੋ ਗਿਆ ਲੈ ਵੀ ਦੀਪੂ ਕੈਨੇਡਾ ਗਿਆ, ਇਹ ਸਾਰੇ ਬੜੇ ਖੁਸ਼ ਹੋਏ। ਫਿਰ ਲੈ ਵੀ ਦੀਪੂ ਕੈਨੇਡਾ ਚਲਾ ਗਿਆ, ਲੈ ਵੀ ਅਸੀਂ ਹੁਣ ਉਹਨੂੰ ਬੁਲਾ ਕੇ ਨਾ ਆਪਦੇ ਘਰੇ ਰੋਟੀ ਖਵਾਉਂਦੇ, ਉਹਦੀ ਸੇਵਾ ਸੁਵਾ ਕਰਦੇ, ਸ਼ਾਇਦ ਉਹ ਵੀ ਸਾਨੂੰ ਕੈਨੇਡਾ ਲੈ ਜੇ। ਮੇਰੇ ਰੋਕਣ ਦੇ ਬਾਵਜੂਦ ਵੀ ਇਹਨਾਂ ਨੇ ਉਹਨਾਂ ਨੂੰ ਘਰੇ ਵੜਿਆ। ਹੁਣ ਇਹਦੇ ਦੱਸੋ ਮੈਂ ਕੀ ਕਰ ਸਕਦੀ ਹਾਂ? ਤੁਹਾਡਾ ਬੇਟਾ ਬਾਹਰ ਜਾ ਕੇ ਫੋਨ ਕਰਦਾ ਰਿਹਾ ਤੁਹਾਡੇ ਨਾਲ? ਨਹੀਂ ਬਸ ਉਹਨੇ ਇਹੀ ਫੋਨ ਕੀਤਾ ਸੀ, ਕਹਿੰਦਾ ਰਜਨੀ ਦੀਆਂ ਗੱਲਾਂ ਵਿੱਚ ਨਾ ਆਏ, ਗੈਰੀ ਨੂੰ ਭੜਕਾਈ ਜਾਂਦੀ ਆ, ਤੇ ਤੂੰ ਮੰਮੀ ਬਹੁਤ ਵੱਡੀ ਕਹਿੰਦਾ ਜ਼ਿੰਦਗੀ ਦੀ ਗਲਤੀ ਕਰ ਲਈ, ਤੂੰ ਪੈਸੇ ਕਿਉਂ ਪਾਏ? ਕਹਿੰਦਾ ਪੈਸੇ ਸਮਝ ਤੇਰੇ ਮਿੱਟੀ ਹੋ ਚੁੱਕੇ ਆ।
ਬਸ ਉਹਨੇ ਇਹੀ ਗੱਲ ਤੁਹਾਡੀ ਗੈਰੀ ਨਾਲ ਵੀ ਕਦੇ ਗੱਲਬਾਤ ਹੋਈ? ਹਾਂਜੀ ਗੈਰੀ ਕੀ ਕਹਿ ਰਿਹਾ ਸੀ? ਗੈਰੀ ਬਸ ਮੈਨੂੰ ਇਹੀ ਕਹਿ ਰਿਹਾ ਸੀ, ਕਹਿੰਦਾ ਭੈਣੇ ਮੇਰੇ ਨਾ ਮੁੰਡਾ ਬਹੁਤ ਟਾਈਮ ਤੋਂ ਹੋਇਆ ਤੇ ਕਹਿੰਦਾ ਮੈਂ ਤੇਰੀ ਗਰੀਬਣੀ ਦੇ ਪੈਸੇ ਨਹੀਂ ਖਾਊਂਗਾ। ਮੈਂ ਕਿਹਾ ਵੀਰੇ ਮੈਂ ਆਪਦਾ ਮਕਾਨ ਵੇਚ ਚੁੱਕੀ ਆ ਤੇ ਮੈਂ ਕਿਰਾਏ ਤੇ ਰਹਿ ਰਹੀ ਹਾਂ, ਲਈ ਮੈਂ ਤੇ ਮੁੰਡੇ ਨੂੰ ਕਾਮਯਾਬ ਕਰਨ ਵਾਸਤੇ ਮਕਾਨ ਵੇਚਿਆ, ਮੇਰੇ ਨਾਲ ਧੋਖਾ ਨਾ ਕਰਿਓ। ਕਹਿੰਦਾ ਨਹੀਂ ਭੈਣ ਜੀ ਕੋਈ ਧੋਖਾ ਨਹੀਂ ਕਰਦਾ। ਤੇ ਉਸ ਤੋਂ ਥੋੜੇ ਟਾਈਮ ਬਾਅਦ ਹੀ ਮੈਂ ਰਜਨੀ ਨਾਲ ਫੋਨ ਤੇ ਗੱਲ ਕੀਤੀ। ਰਜਨੀ ਕਹਿੰਦੀ ਇਦਾਂ ਕਰਕੇ ਭਾਜੀ ਦੀ ਕੋਈ ਪ੍ਰੋਬਲਮ ਆ ਗਈ, ਉਹਨਾਂ ਨੂੰ ਜੇਲ੍ਹ ਹੋ ਗਈ ਤੇ ਮੈਂ ਬਹੁਤ ਰੋਣ ਲੱਗ ਗਈ। ਮੈਂ ਇਹਦੇ ਹਸਬੈਂਡ ਕੋਲੇ ਗਈ ਰਹੀ ਨਹੀਂ ਦੇ ਕੋਲੇ, ਉਹ ਮੇਰੇ ਨਨਾਣ ਦਾ ਮੁੰਡਾ। ਮੈਂ ਉਹਨੂੰ ਕਿਹਾ ਮੈਂ ਕਿਹਾ ਭੂਸ਼ਣ ਮੇਰੇ ਤਾਂ ਪੈਸੇ ਗਏ। ਕਹਿੰਦਾ ਤੂੰ ਤਾਂ ਐਵੇਂ ਸੁਮਨ ਟੈਨਸ਼ਨ ਲੈਣ ਲੱਗੇ, ਨਹੀਂ ਰਜਨੀ ਹੈਗੀ ਤਾਂ ਹੈ। ਕਹਿੰਦਾ ਤੂੰ ਉਹ ਤੇ ਯਕੀਨ ਕਿਉਂ ਨਹੀਂ ਰੱਖਦੀ, ਪੈਸੇ ਤੇਰੇ ਕਿਤੇ ਨਹੀਂ ਜਾਂਦੇ। ਤੇ ਜੇ ਰਜਨੀ ਨੂੰ ਫੋਨ ਲਾਉਂਦੀ ਰਹੀ ਕਹਿੰਦੀ ਬਸ ਮੇਰੀ ਲੜਾਈ ਹੋ ਗਈ, ਮੈਂ ਕੰਪਨੀ 'ਚ ਜਾਊਂਗੀ ਪਰ ਤੇਰੇ ਮੁੰਡੇ ਨੂੰ ਜ਼ਰੂਰ ਸੱਦਾਂਗੇ। ਬਸ ਇਦਾਂ ਹੀ ਕਹਿੰਦੀ ਰਹੀ। ਮੁੜ ਕੇ ਕੁਝ ਟਾਈਮ ਬਾਅਦ ਇਹਦਾ ਫੋਨ ਬੰਦ ਹੋ ਗਿਆ। ਤੁਹਾਡਾ ਬੇਟਾ ਅਕਸਰ ਤੁਹਾਡੀ ਗੱਲ ਜ਼ਰੂਰ ਮੰਨੂਗਾ, ਤੁਸੀਂ ਉਹਨੂੰ ਕਹੋ ਸਮਝਾਓ ਵੀ ਜਿਹਦੇ ਕੋਲ ਵੀ ਪੈਸੇ ਹੈਗੇ, ਚਾਹੇ ਰਜਨੀ ਬਾਲਾ ਕੋਲੇ ਆ, ਚਾਹੇ ਵਿਨੋਦ ਕੋਲੇ ਆ, ਚਾਹੇ ਗੈਰੀ ਕੋਲੇ ਆ, ਵੀ ਇਹਨਾਂ ਲੋਕਾਂ ਦਾ ਕਸੂਰ ਕੀ ਆ। ਦੇਖੋ ਇਹਨਾਂ ਦਾ ਦਿਲ ਟੁੱਟ ਗਿਆ ਅੱਜ, ਇਹ ਕੁਛ ਕਰ ਨਹੀਂ ਜੋਗੇ ਨਹੀਂ ਰਹੇ। ਕਿਸੇ ਨੇ ਵਿਆਜੂ ਪੈਸੇ ਚੱਕੇ ਆ, ਕਿਸੇ ਨੇ ਆਪਦਾ ਘਰ ਵੇਚਿਆ, ਕਿਸੇ ਨੇ ਗਹਿਣੇ ਕੀਤਾ, ਕਿਸੇ ਨੇ ਕੁਛ ਕੀਤਾ। ਇਹਨਾਂ ਲੋਕਾਂ ਦਾ ਕਸੂਰ ਕੋਈ ਨਹੀਂਗਾ। ਤੁਸੀਂ ਆਪਣੇ ਪੁੱਤਰ ਨੂੰ ਸਮਝਾਓ ਭਾਈ ਇਹਨਾਂ ਦੇ ਪੈਸੇ ਵਾਪਸ ਕਰੀਏ। ਸਰ ਉਹ ਤਾਂ ਮੇਰੇ ਪੈਸੇ ਨਹੀਂ ਮੋੜਦਾ, ਮੈਂ ਇਹਨਾਂ ਦੇ ਕਿਵੇਂ ਮੜਵਾਉਂਗੀ? ਮੈਂ ਉਹਨੂੰ ਬੇਦਖਲ ਕਰਿਆ ਹੋਇਆ। ਉਹ ਗਲਤ ਲਾਈਨ 'ਚ ਪੈ ਚੁੱਕਿਆ, ਸਾਨੂੰ ਸ਼ੁਰੂ ਤੋਂ ਸਾਰਿਆਂ ਨੂੰ ਹੀ ਪਤਾ ਸੀ। ਤੇ ਜਦੋਂ ਉਹਨੂੰ ਇੰਨਾ ਪਤਾ ਮੇਰੀ ਮਾਂ ਨੇ ਮਕਾਨ ਵੇਚ ਕੇ ਪੈਸੇ ਦਿੱਤੇ, ਇਹਦਾ ਮਤਲਬ ਉਹਨੂੰ ਤਾਂ ਪਹਿਲਾਂ ਚਾਹੀਦਾ ਮੈਂ ਦੀ ਮਾਂ ਦੇ ਪੈਸੇ ਮੋੜਾਂ। ਉਹ ਮੇਰੇ ਨਹੀਂ ਮੋੜਦਾ, ਉਹ ਇਹਨਾਂ ਦੇ ਕਿੱਥੋਂ ਮੈਂ ਉਹਨੂੰ ਕਹਿ ਸਕਦੀ ਲੈ ਵੀ ਤੂੰ ਮੋੜ। ਮੈਨੂੰ ਉਹਦਾ ਟਿਕਾਣਾ ਹੀ ਨਹੀਂ ਪਤਾ, ਉਹ ਹੈ ਕਿੱਥੇ ਆ, ਮੈਂ ਉਹਨੂੰ ਕਿੱਥੋਂ ਲੱਭਾਂ? ਤੁਹਾਨੂੰ ਹਾਲ ਚਾਲ ਤਾਂ ਜ਼ਰੂਰ ਦੱਸਦਾ ਹੋਊ, ਪੁੱਛਦਾ ਨਹੀਂ ਹੋਊ। ਸਰ ਬਿਲਕੁਲ ਵੀ ਨਹੀਂ। ਮੈਂ ਇੱਕ ਦੋ ਵਾਰੀ ਜਦੋਂ ਉਹਦਾ ਫੋਨ ਚੱਲਦਾ ਸੀ, ਰਜਨੀ ਤੇ ਇਹ ਦੋਨੋਂ ਦੀਪੂ ਇਕੱਠੇ ਆਏ। ਮੈਂ ਕਿਹਾ ਦੀਪੂ ਮੇਰੇ ਪੈਸਿਆਂ ਦਾ, ਕਹਿੰਦਾ ਬਸ ਹੁਣ ਚੁੱਪ ਕਰਕੇ ਬੈਠੀ ਰਿਹਾ, ਹੈ ਨਹੀਂ ਕਿ ਪੈਸੇ ਪੂਸੇ ਸਾਡੇ ਕੋਲੇ। ਕਹਿੰਦਾ ਅਸਤਾਪ ਕਹਿੰਦਾ ਬਹੁਤ ਔਖੇ ਫਸੇ ਪਏ ਆ। ਬਸ ਇੰਨੀ ਗੱਲ ਕਹਿ ਕੇ ਮੁੜ ਕੇ ਉਹਨੇ ਫੋਨ ਨਹੀਂ ਲਾਇਆ। ਉਸਦੇ ਪਰਿਵਾਰ ਨਾਲ ਗੱਲ ਹੋਈ ਕਿਤੇ ਰਜਨੀ ਬਾਲਾ ਦੇ ਨਾਲ? ਕੀ ਕਹਿ ਰਿਹਾ ਉਹਦਾ ਪਰਿਵਾਰ? ਰਜਨੀ ਬਾਲਾ ਦਾ ਪਰਿਵਾਰ ਤਾਂ ਇਹੀ ਕਹਿ ਰਿਹਾ, ਕਹਿੰਦੀ ਤੇਰੇ ਮੁੰਡੇ ਨੇ ਮੇਰੀ ਕੁੜੀ ਵੇਚਤੀ, ਪਤਾ ਨਹੀਂ ਉਹ ਮਰ ਗਈ ਆ। ਮੈਂ ਕਿਹਾ ਨਾ ਤਾਂ ਉਹ ਮਰੀ ਆ ਨਾ ਉਹ ਵਿਕੀ ਆ। ਮੈਂ ਕਿਹਾ ਮੈਨੂੰ ਤੁਸੀਂ ਇਹ ਗੱਲ ਨਾ ਕਹੋ, ਜਦੋਂ ਮੈਂ ਮੁੰਡਾ ਬੇਦਖਲ ਕਰਿਆ ਤੁਸੀਂ ਆਪਣੇ ਘਰੇ ਕਿਉਂ ਵਾੜਿਆ? ਹੁਣ ਤੁਹਾਨੂੰ ਉਹ ਚੰਗਾ ਕਿਉਂ ਲੱਗਣ ਲੱਗੇ ਤੇ ਹੁਣ ਮਾੜਾ ਵੀ ਕਿਉਂ ਹੋ ਗਿਆ ਉਹ? ਤੇ ਕਹਿੰਦੀ ਬਸ ਸਾਡੀ ਕੁੜੀ ਨੇ ਅੱਗ ਚੱਕੀ ਹੋਈ ਸੀ, ਉਹਨੂੰ ਅੱਗ ਬਾਹਲੀ ਲੱਗੀ ਸੀ। ਫਿਰ ਮੈਂ ਕਿਹਾ ਇਹਦੇ 'ਚ ਮੇਰਾ ਤਾਂ ਕੋਈ ਦੋਸ਼ ਨਹੀਂ। ਜੇ ਮੇਰਾ ਦੋਸ਼ ਹੈ ਤੁਸੀਂ ਮੈਨੂੰ ਦੱਸੋ। ਪਹਿਲਾਂ ਤਾਂ ਮੇਰੇ ਪੈਸੇ ਮੋੜਨੇ ਚਾਹੀਦੇ, ਕਿਉਂਕਿ ਜੇ ਮੇਰਾ ਮੁੰਡੇ ਨੇ ਫਰੋਡ ਕੀਤਾ ਨਾ, ਇੰਨੇ ਪੈਸੇ ਉਹਦੇ ਕੋਲੇ ਗਏ, ਉਹ ਪਹਿਲਾਂ ਮੇਰੇ ਮੋੜੇ। ਉਹ ਮੈਨੂੰ ਨਹੀਂ ਕੁਝ ਦਿੰਦਾ, ਫਿਰ ਮੈਂ ਦੂਜਿਆਂ ਦੀ ਕੀ ਗਰੰਟੀ ਚੱਕੂੰਗੀ? ਤੁਹਾਨੂੰ ਰਜਨੀ ਬਾਲਾ ਦੱਸਦੀ ਰਹੀ ਹੈ ਵੀ ਤੁਹਾਡਾ ਪੁੱਤਰ ਮੇਰੇ ਨਾਲ ਇਸ ਤਰ੍ਹਾਂ ਕਰਦਾ, ਠੱਗੀ ਮਾਰ ਗਿਆ, ਜਾਂ ਲੋਕਾਂ ਦੇ ਪੈਸੇ ਜਿਹੜੇ ਗਾਂਹ ਅਕਾਊਂਟ ਰਾਹੀਂ ਆਪਦੇ ਖਾਤੇ 'ਚ ਟ੍ਰਾਂਸਫਰ ਕਰਵਾ ਰਿਹਾ, ਇਸ ਤਰ੍ਹਾਂ ਸਾਰਾ ਜਿਹੜਾ ਜਾਲ ਬੁਣਿਆ ਜਾ ਰਿਹਾ, ਮੇਰੇ ਨਾਲ ਠੱਗੀ ਵੱਜ ਰਹੀ ਹੈ। ਜਾਂ ਅਸੀਂ ਕੈਨੇਡਾ ਦੀ ਧਰਤੀ ਤੇ ਨਹੀਂ, ਅਸੀਂ ਇਸ ਦੇਸ਼ ਦੇ ਵਿੱਚ ਤੁਹਾਨੂੰ ਕਦੇ ਦੱਸਿਆ? ਵਿਨੋਦ ਨੇ ਦੱਸਿਆ ਹੋਵੇ ਜਾਂ ਤੁਹਾਨੂੰ ਰਜਨੀ ਬਾਲਾ ਨੇ ਦੱਸਿਆ ਹੋਵੇ? ਨਹੀਂ ਸਰ ਕੁਝ ਨਹੀਂ ਦੱਸਿਆ। ਉਹ ਕਹਿੰਦੀ ਸੀ ਮੈਂ ਸੁਮਨ ਬਹੁਤ ਵਧੀਆ ਹੈ, ਪਰ ਤੇਰਾ ਮੁੰਡਾ ਮੇਰੇ ਨਾਲ ਲੜਦਾ ਬਹੁਤ ਹੈ, ਮੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਦਾ ਤੇ ਬਸ ਇਹੀ ਪ੍ਰੋਬਲਮ ਹੈ। ਬਾਕੀ ਕਹਿੰਦੀ ਤੂੰ ਪੈਸਿਆਂ ਦੀ ਚਿੰਤਾ ਨਾ ਕਰ, ਮੇਰੇ ਤੇ ਯਕੀਨ ਕਰ, ਗੈਰੀ ਭਾਜੀ ਤੇ ਯਕੀਨ ਕਰ, ਤੇਰਾ ਪੈਸਾ ਕਿਤੇ ਨਹੀਂ ਜਾਂਦਾ। ਕਹਿੰਦੀ ਮੈਨੂੰ ਪਤਾ ਤੂੰ ਬਹੁਤ ਔਖਾਈ ਨਾਲ ਇਹ ਮਕਾਨ ਬਣਾਇਆ ਸੀ, ਪਰ ਤੇਰਾ ਮੁੰਡੇ ਦਾ ਤਾਂ ਆਪਾਂ ਯਕੀਨ ਨਹੀਂ ਕਰਦੇ, ਪਰ ਕਹਿੰਦੀ ਮੈਂ ਤੇਰੇ ਪੈਸਿਆਂ ਦੀ ਦੇਣਦਾਰ ਬੈਠੀ ਹਾਂ। ਜੀ ਬਸ ਉਹਨੇ ਇੰਨੀ ਗੱਲ ਕਹੀ, ਹੋਰ ਮੈਨੂੰ ਕੁਝ ਨਹੀਂ ਕਿਹਾ। ਕਹਿੰਦੀ ਬਸ ਤੂੰ ਉਹਦੇ ਬੱਚਿਆਂ ਦਾ ਖੂਨ ਟੈਸਟ ਕਰਾ। ਜੇ ਕਹਿੰਦੀ ਜੇ ਦੀਪੂ ਨਾਲ ਰਲਦੇ ਆ ਨਾ, ਇਹ ਸੱਦੇ ਨਾ ਸੱਦੇ, ਮੈਂ ਤੇਰੇ ਦੋਨੋਂ ਬੱਚਿਆਂ ਨੂੰ ਸੱਦੂਗੀ। ਕਹਿੰਦੀ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ, ਬਸ ਮੇਨ ਪ੍ਰੋਬਲਮ ਇੱਥੇ ਠੰਡ ਦੀ ਆ। ਕਹਿੰਦੀ ਠੰਡ ਨਿਕਲ ਲੈਂਦੇ, ਮੈਂ ਤੇਰੇ ਮੁੰਡੇ ਨੂੰ ਸੱਦੂਗੀ। ਕਹਿੰਦੀ ਉਹ ਛੋਟਾ ਆ ਕੇ ਤੇ ਬਿਮਾਰ ਨਾ ਹੋ ਜਾਏ, ਬਸ ਇੰਨੀ ਗੱਲ ਉਹਨੇ ਕਹੀ ਮੈਨੂੰ। ਲਾਸਟ ਟਾਈਮ ਕੀ ਗੱਲ ਹੋਈ ਹੈ ਤੁਹਾਡੀ ਰਜਨੀ ਬਾਲਾ ਨਾਲ? ਲਾਸਟ ਟਾਈਮ ਇਹੀ ਗੱਲ ਹੋਈ ਹੈ। ਕਹਿੰਦੀ ਗੈਰੀ ਭਾਜੀ ਜੇਲ੍ਹ 'ਚ ਚਲੇ ਗਏ, ਜਿਨ੍ਹਾਂ ਦਾ ਪੈਸਾ ਡੁੱਬ ਗਿਆ। ਕਹਿੰਦੀ ਉਹ ਸਾਡੇ ਘਰੇ ਜਾ ਕੇ ਮੇਰੇ ਡੈਡੀ ਨੂੰ ਤੰਗ ਕਰਦੇ ਪਏ ਆ, ਪਰ ਕਹਿੰਦੀ ਲੋਕਾਂ ਦੇ ਪੈਸੇ ਮੁੜਨ ਨਾ ਮੁੜਨ, ਤੇਰੇ ਪੈਸੇ ਮੁੜਨਗੇ। ਮੈਂ ਕਦੋਂ ਮੁੜਨਗੇ? ਕਹਿੰਦੀ ਬਸ ਤੂੰ ਐਂ ਸੋਚੀ ਦੇ, ਤੂੰ 3 ਲੱਖ ਪਾਇਆ ਨਾ, ਤੈਨੂੰ ਅਸੀਂ 1.5 ਲੱਖ ਪਾ ਦਾਂਗੇ, ਜ਼ਿਆਦਾ ਸਾਡੇ ਕੋਲ ਗੁੰਜਾਇਸ਼ ਨਹੀਂ ਹੈਗੀ। ਮੈਨੂੰ ਕਹਿੰਦੀ ਤੁਹਾਨੂੰ ਉਹ ਦੱਸਦੀ ਸੀ ਕਿ ਗੈਰੀ ਧਾਲੀਵਾਲ ਜੇਲ੍ਹ ਚਲਾ ਗਿਆ, ਪਰ ਕਿਹੜੇ ਮਾਮਲੇ 'ਚ ਚਲਾ ਗਿਆ ਵੀ ਦੱਸਿਆ ਹੋਊਗਾ? ਉਹ ਕਹਿੰਦੀ ਗੈਰੀ ਧਾਲੀਵਾਲ ਤਾਂ ਜੇਲ੍ਹ 'ਚ ਗਿਆ ਕਿਉਂਕਿ ਉਹਦਾ ਇੱਕ ਨਾ ਬਾਰ ਖੋਲ੍ਹਿਆ ਹੋਇਆ ਸੀ, ਉਸ ਬਾਰ ਦੇ ਵਿੱਚ ਇਹਨਾਂ ਦੀ ਲੜਾਈ ਲੜੂਈ ਹੋ ਗਈ ਤੇ ਬਸ ਇਸ ਮਾਮਲੇ 'ਚ ਉਹ ਜੇਲ੍ਹ 'ਚ ਗਿਆ। ਚਲ ਜੀ ਰਜਨੀ ਬਾਲਾ 1 ਸਾਲ ਹੋ ਗਿਆ, ਉਹ ਕਹਿੰਦੀ ਮੈਨੂੰ ਵਾਪਸ ਆਏ ਨੂੰ, ਮੈਂ ਭੜਕਦੀ ਫਿਰਦੀ ਹਾਂ। ਕਦੇ ਤੁਹਾਨੂੰ ਫੋਨ ਕੀਤਾ, ਤਾਲਮੇਲ ਕੀਤਾ ਕਿ ਮੇਰੇ ਨਾਲ ਆਹ ਹੋ ਗਿਆ, ਮੇਰੇ ਨਾਲ ਠੱਗੀ ਵੱਜ ਗਈ, ਮੈਂ ਆਪਦੇ ਬੱਚਿਆਂ ਨੂੰ ਨਹੀਂ ਮਿਲ ਪਾ ਰਹੀ, ਪਰਿਵਾਰ 'ਚ ਨਹੀਂ ਜਾ ਪਾ ਰਹੀ, ਗੱਲ ਹੋਈ ਕਦੇ ਤੁਹਾਡੀ? ਨਹੀਂ ਸਰ, ਉਹਨੇ ਸਾਡੇ ਨੰਬਰ ਹੀ ਬਲੈਕ ਲਿਸਟ 'ਚ ਪਾਤੇ ਕਿਉਂਕਿ ਅਸੀਂ ਉਹਨੂੰ ਪੈਸਿਆਂ ਨੂੰ ਤੰਗ ਕਰਦੇ ਸੀ। ਅਸੀਂ ਉਹਦੇ ਖਾਤੇ 'ਚ ਪੈਸੇ ਪਾਏ ਸੀ। ਅਸੀਂ ਦੀਪੂ ਨੂੰ ਤਾਂ ਜਾਣਦੇ ਨਹੀਂ ਸੀ, ਅਸੀਂ ਰਜਨੀ ਬਾਲਾ ਨੂੰ ਜਾਣਦੇ। ਮੈਂ ਮਕਾਨ ਵੇਚ ਕੇ ਉਸੇ ਟਾਈਮ ਪੇਮੈਂਟ ਫੜ ਕੇ ਇਹਦੇ ਅਕਾਊਂਟ 'ਚ ਪਾਈ ਆ ਤੇ ਫਿਰ ਅਸੀਂ ਰਜਨੀ ਬਾਲਾ ਨੂੰ ਤੰਗ ਕਰਦੇ ਸੀ। ਇਹਦੇ ਹਸਬੈਂਡ ਨੇ ਵੀ ਬਲੈਕ ਲਿਸਟ 'ਚ ਨੰਬਰ ਸਿੱਟ ਤੇ, ਇਹਨੇ ਵੀ ਸਿੱਟ ਤੇ ਬਸ ਮੇਰੀ ਚਾਚੀ ਕਹਿਣ ਲੱਗੀ, ਕਹਿੰਦੀ ਸਾਡਾ ਪ੍ਰਾਹੁਣਾ ਤਾਂ ਬੱਚਿਆਂ ਨੂੰ ਛੱਡ ਕੇ ਚਲਾ ਗਿਆ। ਮੈਂ ਕਿਹਾ ਤੁਸੀਂ ਝੂਠ ਬੋਲਦੇ। ਮੈਂ ਕਿਹਾ ਮੈਂ ਕਈ ਵਾਰੀ ਇੱਥੇ ਬਾਜ਼ਾਰ 'ਚ ਦੇਖਿਆ, ਹੋਰ ਕੋਈ ਗੱਲਬਾਤ ਨਹੀਂ ਹੋਈ। ਚਾਹੁੰਦੇ ਕੀ ਹੋ, ਹੋਣਾ ਕੀ ਚਾਹੀਦਾ ਜੀ? ਹੁਣ ਤਾਂ ਵੀਰੇ ਇਹੀ ਚਾਹੀਦਾ, ਦੇਖੋ ਮੈਂ ਆਪਣਾ ਮਕਾਨ ਵੇਚਿਆ, ਸਾਰੀ ਉਮਰ ਮਿਹਨਤਾਂ ਕਰਨੇ ਦੀ ਕਰ ਲਈ, ਹੁਣ ਮੈਂ ਦੇਖੋ ਇੰਨੀ ਤੰਗੀ 'ਚ ਮਕਾਨ ਬਣਾਇਆ, ਮੈਂ ਮਕਾਨ ਵੇਚ ਚੁੱਕੀ, ਹੁਣ ਮੇਰੇ ਕੋਲ ਕੁਝ ਨਹੀਂ ਹੈਗਾ। ਕਮ ਸੇ ਕਮ ਜਿਹੜੇ ਸਾਡੇ ਪੈਸੇ ਗਏ ਉਹ ਤਾਂ ਮੁੜਨ ਨਾ, ਉਹ ਤਾਂ ਇਨਸਾਫ ਹੋਵੇ ਨਾ।
ਹੁਣ ਉਹ ਕਹਿੰਦੀ ਮੇਰੇ ਨਾਲ ਠੱਗੀ ਵੱਜ ਗਈ। ਜੇ ਉਹਦੇ ਕੋਲ ਠੱਗੀ ਵੱਜ ਗਈ, ਉਹਦੇ ਹੱਥ 'ਚ ਇੰਨਾ ਮਹਿੰਗਾ ਫੋਨ ਕਿੱਥੋਂ ਆਇਆ? ਇੰਨਾ ਟਾਈਮ ਉਹਨੇ ਕੱਢਿਆ ਕਿਵੇਂ? ਪੈਸੇ ਤੋਂ ਬਿਨਾਂ ਕਿਵੇਂ ਨਿਕਲ ਜੋ? ਕੋਈ ਮੰਗਿਆ ਕਿਸੇ ਨੂੰ ਦੇ ਦੂਗਾ? ਕੋਈ 2 ਰੁਪਏ ਨਹੀਂ ਦਿੰਦਾ। ਦਿੱਲੀ 'ਚ ਰਹੀ, ਅੰਮ੍ਰਿਤਸਰ 'ਚ ਰਹੀ ਜਾਂ ਚੰਡੀਗੜ੍ਹ 'ਚ ਰਹੀ, ਕਿੰਨੇ ਖਰਚੇ ਆ? ਇਹ ਸਾਰੇ ਖਰਚੇ ਕਿੱਥੋਂ ਪੂਰੇ ਹੁੰਦੇ ਪਏ ਆ? ਫਿਰ ਇਹਦੇ ਬੱਚੇ ਵੀ ਇੱਥੇ ਹੈ ਨਹੀਂ ਸੀ। ਫਿਰ ਇਹ ਬੱਚਿਆਂ ਨੂੰ ਵੀ ਮੈਨੂੰ ਲੱਗਦਾ ਆਪ ਹੀ ਲੈ ਗਈ ਹੋਣੀ। ਕਹਿੰਦੇ ਭੂਆ ਲੈ ਗਈ, ਭੂਆ। ਅੱਜ ਤੱਕ ਤਾਂ ਅਸੀਂ ਭੂਆ ਦੇਖੀ ਨਹੀਂ। ਅਸੀਂ ਇਹਨਾਂ ਦੇ ਰਿਸ਼ਤੇਦਾਰ ਹੀ ਆ ਨਾ। ਤੇ ਹੁਣ ਭੂਆ ਕਿੱਥੋਂ ਯਕਦਮ ਆ ਵੱਜੀ? ਤੇ ਠੱਗੀ ਤਾਂ ਸਾਡੇ ਨਾਲ ਵੱਜੀ। ਜਿਹੜੇ ਇੰਨੇ ਜਿਹਨੇ ਬੈਠੇ ਆ ਨਾ, ਇਹ ਤਾਂ ਮੇਥੋਂ ਬਹੁਤ ਉੱਤੇ ਬੈਠੇ ਆ। ਮੈਂ ਤਾਂ ਬਹੁਤ ਥੋੜੇ ਪੈਸਿਆਂ ਵਾਲੀ, ਫਿਰ ਵੀ ਸਾਰਿਆਂ ਦੇ ਮੁੜਨੇ ਚਾਹੀਦੇ। ਮੈਨੂੰ ਤਾਂ ਇਹ ਲੱਗਦਾ ਜੇ ਉਹਦੇ ਕੋਲੇ ਪੈਸੇ ਆ ਤਾਂ ਹੀ ਇੰਨਾ ਟਾਈਮ ਗੁਜ਼ਾਰਾ ਹੋ ਗਿਆ। ਕਰਦੀ ਨੂੰ ਸਾਲ ਹੋ ਗਿਆ ਉਹਨੂੰ ਆਈ ਨੂੰ। ਪੈਸੇ ਤੋਂ ਬਿਨਾਂ ਕਿੱਦਾਂ ਗੁਜ਼ਾਰਾ ਕਰ ਲਾਂਗੇ? ਫਿਰ ਆਦਮੀ ਤੋਂ ਬਿਨਾਂ, ਆਪਣਾ ਆਦਮੀ ਕਮਾ ਕੇ ਦਿੰਦਾ, ਆਪਣਾ ਟਾਈਮ ਪਾਸ ਨਹੀਂ ਹੁੰਦਾ, ਤੇ ਉਹ ਇਕੱਲੀ ਜਨਾਨੀ ਕਿਵੇਂ ਟਾਈਮ ਪਾਸ ਕਰਦੀ ਪਈ ਐ? ਇਹ ਦੱਸੋ ਪਹਿਲਾਂ ਤੁਸੀਂ। ਤਾਂ ਤੁਸੀਂ ਹੁਣ ਕੋਈ ਕੰਪਲੇਂਟ ਵਗੈਰਾ ਦਰਜ ਕਰਵਾਈ ਹੈ ਜੀ? ਨਹੀਂ ਸਰ, ਮੇਰੇ ਕੋਲ ਇੰਨੀ ਗੁੰਜਾਇਸ਼ ਨਹੀਂ ਸੀ ਕੰਪਲੇਂਟ ਦਰਜ ਕਰਾਉਣ। ਜੇ ਮੈਂ ਕੰਪਲੇਂਟ ਵੀ ਕਰਾਉਣੀ, ਪੈਸੇ ਤੋਂ ਬਿਨਾਂ ਕੋਈ ਕੰਮ ਹੀ ਨਹੀਂ ਹੁੰਦਾ ਪਿਆ। ਨਹੀਂ, ਇੱਕ ਲਿਖਤੀ ਰੂਪ 'ਚ ਤੁਸੀਂ ਕੰਪਲੇਂਟ ਤਾਂ ਦਰਜ ਕਰਵਾਉਣੀ ਸੀ। ਮੈਂ ਇਸੇ ਕਰਕੇ ਨਹੀਂ ਕਰਾਈ। ਮੈਂ ਕਿਹਾ ਜੇ ਕੰਪਲੇਂਟ ਕਰਾਵਾਂਗੇ, ਹੁਣ ਮੇਰੇ ਹਸਬੰਡ ਕੰਮ ਤੇ ਜਾਂਦੇ, ਉਹ ਛੁੱਟੀ ਮਾਰਨਗੇ, ਮੈਂ ਤੁਰੀ ਫਿਰੂੰਗੀ, ਵੇਸਟ ਹੈ। ਮੈਂ ਕਿਹਾ ਜਦੋਂ 32 ਲੱਖ ਵਾਲਿਆਂ ਦਾ ਨਹੀਂ ਕੁਛ ਬਣਿਆ, 16 ਲੱਖ ਵਾਲਿਆਂ, ਮੈਂ ਤਾਂ 3 ਲੱਖ ਵਾਲੀ, ਮੇਰਾ ਕੀ ਬਣੂਗਾ? ਬਸ ਚੁੱਪ ਕਰਕੇ ਬੈਠ ਗਏ। ਜਿੱਥੇ ਇਹ ਆ ਇਹਨਾਂ ਨੂੰ ਮਿਲਣਗੇ, ਉੱਥੇ ਤੋਂ ਸਾਨੂੰ ਵੀ ਨਾਲ ਮਿਲ ਜਾਣਗੇ ਜਦੋਂ ਇਨਸਾਫ ਹੋਇਆ। ਕੀ ਜੇ ਕਾਰਵਾਈ ਕੋਈ ਹੋਣੀ ਚਾਹੀਦੀ ਆ, ਕਿ ਤਿੰਨਾਂ ਤੇ ਹੋਣੀ ਚਾਹੀਦੀ ਕਾਰਵਾਈ, ਜਾਂ ਇਹ ਇਹਨਾਂ ਤੇ ਹੋਣੀ ਚਾਹੀਦੀ? ਨਹੀਂ, ਪਹਿਲਾਂ ਰਜਨੀ ਬਾਲਾ ਨੂੰ ਚੱਕੋ, ਸਾਰੇ ਦੇ ਫੈਮਿਲੀ ਮੈਂਬਰਾਂ ਨੂੰ ਲਿਆ ਜਾਵੇ। ਫੈਮਿਲੀ ਮੈਂਬਰ ਨੂੰ ਲੈ ਕੇ ਨਾ ਰਿਮਾਂਡ ਤੇ ਰੱਖਿਆ ਜਾਵੇ। ਇਹ ਮੈਂ ਕਹਿੰਦੀ ਸਾਰੇ ਅਗਲੇ ਪਿਛਲੇ ਸਾਰੇ ਖੁੱਲਣਗੇ ਭੇਤ, ਕਿ ਦੀਪੂ ਕੋਲੇ ਪੈਸਾ ਜਾਂ ਰਜਨੀ ਕੋਲੇ ਪੈਸਾ ਜਾਂ ਇਹਦੇ ਫਾਦਰ ਕੋਲੇ, ਕਿ ਗਹਿਰੀ ਕੋਲੇ ਆ। ਟੈਂਪਲ ਰਾਣੀ ਜੀ ਵੀ ਕੁਝ ਕਹਿਣਾ ਚਾਹੁੰਦੇ ਨੇ। ਇਹਨਾਂ ਦੀ ਭੂਆ ਦੀ ਲੜਕੀ ਆ ਰਜਨੀ ਬਾਲਾ, ਤੁਸੀਂ ਕੀ ਕਹਿਣਾ ਚਾਹੁੰਦੇ ਸੀ? ਸਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਉਹਨੇ ਵੀਡੀਓ 'ਚ ਕਹਿ ਰਹੀ ਹੈਗੀ ਕਿ ਮੇਰੀ ਫੈਮਿਲੀ ਨੂੰ ਧਮਕੀਆਂ ਦੇ ਰਹੇ ਨੇਗੇ, ਕਿ ਲੋਕ ਪਰੇਸ਼ਾਨ ਕਰ ਰਹੇ ਨੇ, ਉਹਨੂੰ ਉਹ ਸਾਰੀ ਗੱਲਾਂ ਦਾ ਕਿੱਥੋਂ ਪਤਾ ਚੱਲ ਰਿਹਾ? ਇੱਕ ਤਰਫਾ ਉਹ ਕਹਿ ਰਹੀ ਹੈ ਕਿ ਮੇਰੀ ਫੈਮਿਲੀ ਨੂੰ ਪਤਾ ਨਹੀਂ ਮੈਂ ਕਿੱਥੇ ਹਾਂ, ਤੇ ਇੱਕ ਤਰਫਾ ਉਹ ਕਹਿ ਰਹੀ ਕਿ ਮੇਰੀ ਫੈਮਿਲੀ ਨੂੰ ਧਮਕੀਆਂ ਦੇ ਰਹੇ ਲੋਕ। ਫਿਰ ਉਹਨੂੰ ਇਹ ਗੱਲਾਂ ਦਾ ਕਿੱਥੋਂ ਪਤਾ ਚੱਲਦਾ ਕਿ ਅੱਜ ਮੇਰੇ ਘਰ ਦੇ, ਸਾਡੇ ਫੈਮਿਲੀ ਦੇ ਵਿੱਚ ਲੋਕ ਇਕੱਠੇ ਹੋ ਕੇ ਆਏ ਜਾਂ ਮੇਰੇ ਪੇਰੈਂਟਸ ਨੂੰ ਤੰਗ ਕੀਤਾ? ਇਹ ਗੱਲਾਂ ਜੇ ਉਹਦੇ ਮਾਂ-ਬਾਪ ਨਾਲ ਉਹਦੀਆਂ ਗੱਲਾਂ ਹੁੰਦੀਆਂ ਨੇ ਜਾਂ ਪਿਓ ਦੀਆਂ ਗੱਲਾਂ ਹੁੰਦੀਆਂ, ਤਾਂ ਹੀ ਰਜਨੀ ਬਾਲਾ ਨੂੰ ਪਤਾ ਚੱਲ ਰਿਹਾ ਨਾ ਵੀ ਘਰ ਦੇ 'ਚ ਕੀ ਹੋ ਰਿਹਾ ਹੈਗਾ। ਤੇ ਉਹ ਮਤਲਬ ਇਸ ਕਰਕੇ ਵੀ ਮਤਲਬ ਉਹਦੇ ਫਾਦਰ ਸਾਹਿਬ ਉਹਦੇ ਆਪਸ 'ਚ ਸਭ ਮਿਲੇ ਹੋਏ ਨੇਗੇ। ਫਾਦਰ ਨੂੰ ਵੀ ਪਤਾ ਮੇਰੀ ਕੁੜੀ ਕਿੱਥੇ ਹੈਗੀ। ਸਾਡਾ ਵੀ ਹੱਥ ਜੋੜ ਕੇ ਸਾਨੂੰ ਇਹ ਬੇਨਤੀ ਹੈਗੀ ਕਿ ਉਹਦੇ ਫਾਦਰ ਸਾਹਿਬ ਨੂੰ ਪਹਿਲਾਂ ਜਾ ਕੇ ਕੰਟੈਕਟ ਕੀਤਾ ਜਾਵੇ, ਵੀ ਉਹਨੂੰ ਪੁੱਛੋ। ਪੁਲਿਸ ਨੂੰ ਵੀ ਇਹ ਬੇਨਤੀ ਕੀਤੀ ਜਾਂਦੀ, ਉਹਨੂੰ ਜਾ ਕੇ ਨਾ ਘਰੇ ਜਾ ਕੇ ਪਹਿਲਾਂ ਰਾਮਾ ਨੂੰ ਪੁੱਛਿਆ ਜਾਵੇ ਵੀ ਤੇਰੀ ਬੇਟੀ ਕਿੱਥੇ ਹੈਗੀ। ਫਿਰ ਹੀ ਸਾਰਾ ਉਹ ਬੁਲਾਉਣਗੇ ਆਪਣੇ ਬੱਚੇ ਨੂੰ, ਕੁੜੀ ਨੂੰ ਬੁਲਾ ਕੇ ਫਿਰ ਉਹ ਦੱਸਣਗੇ ਵੀ ਕਿੱਥੇ ਹੈ ਉਹ। ਫਿਰ ਇਹ ਸਾਰੀ ਜਿਹੜੀ ਗੁੱਥੀ ਹੈ ਖੁੱਲੂਗੀ ਜੀ। ਜੀ ਬਿਲਕੁਲ ਗੁੱਥੀ ਖੁੱਲੂਗੀ। ਪਰ ਤੁਹਾਨੂੰ ਇਹ ਸ਼ੱਕ ਆ ਕਿ ਉਹਨਾਂ ਦੀ ਆਪਸ ਵਿੱਚ ਤਾਲਮੇਲ ਹੁੰਦਾ? ਗੱਲ ਸ਼ੱਕ ਨਹੀਂ ਹੈਗਾ ਜੀ, ਇਹ ਬਿਲਕੁਲ ਕਲੀਅਰ ਹੈ ਵੀ ਰਾਮੇ ਦੀ ਆਪਣੀ ਬੇਟੀ ਨਾਲ, ਰਜਨੀ ਬਾਲਾ ਨਾਲ ਗੱਲ ਹੁੰਦੀ ਹੈ, ਉਹਦੇ ਫਾਦਰ ਸਾਹਿਬ ਦੀ, ਉਹਦੇ ਭਰਾ ਦੀ ਵੀ, ਉਹਦੇ ਹਸਬੈਂਡ ਦੀ ਵੀ, ਸਭ ਦੀ ਗੱਲ ਹੁੰਦੀ ਹੈ, ਫੈਮਿਲੀ ਦੀ ਗੱਲ ਹੁੰਦੀ ਹੈ ਉਹਦੇ ਨਾਲ। ਜੀ ਤਾਂ ਰਜੇਸ਼ ਵੀ ਕੁਝ ਕਹਿਣਾ ਚਾਹੁੰਦੀ। ਕੀ ਕਹਿ ਰਹੇ ਸੀ ਰਜੇਸ਼ ਤੁਸੀਂ? ਜਦੋਂ ਅਸੀਂ ਪੈਸੇ ਲੈਣ ਲਈ ਉਹਦੇ ਘਰ ਜਾਂਦੇ ਸੀ ਤਾਂ ਰਜਨੀ ਬਾਲਾ ਦਾ ਭਰਾ ਹੈ ਜਿਹੜਾ ਨਿੱਕਾ, ਉਹ ਮੈਨੂੰ ਧਮਕੀਆਂ ਫੋਨ ਤੇ ਮੈਨੂੰ ਗਾਲਾਂ ਕੱਢਣ ਲੱਗ ਗਿਆ। ਕਹਿੰਦਾ ਤੈਨੂੰ ਮੈਂ ਮਾਰ ਦੂੰ, ਕਹਿੰਦਾ ਸਾਡੇ ਪ੍ਰਾਹੁਣੇ ਨੂੰ ਜਾ ਕੇ ਪੈਸੇ ਮੰਗਿਆ ਕਹਿੰਦਾ। ਤੇ ਮੈਂ ਉਹਨੂੰ ਕਿਹਾ, ਮੈਂ ਕੋਈ ਗੱਲ ਨਹੀਂ, ਵੀ ਪੈਸੇ ਤਾਂ ਅਸੀਂ ਦਿੱਤੇ ਆ, ਉਹ ਤਾਂ ਲੈਣੀ ਹੈ, ਜਿਵੇਂ ਮਰਜ਼ੀ ਲਈਏ। ਤੇ ਮੈਨੂੰ ਕਹਿੰਦਾ ਪੰਪ ਤੇ ਖੜਾ ਮੈਂ, ਤੂੰ ਇੱਥੇ ਆ ਜਾ, ਮੈਂ ਦੇਖੂੰਗਾ, ਮੈਂ ਤੈਨੂੰ ਵੱਢੂੰਗਾ, ਮੈਂ ਤੈਨੂੰ ਮਾਰੂੰਗਾ। ਤੇ ਚਲੋ ਮੈਂ ਉਹਦੇ ਫਾਦਰ ਨੂੰ ਫੋਨ ਕੀਤਾ ਰਾਮੇ ਨੂੰ ਵੀ ਮੈਨੂੰ ਨਿੱਕਾ ਪੁੱਠਾ ਬੋਲ ਰਿਹਾ ਹੈਗਾ। ਮੈਂ ਉਹਨੂੰ ਕੁਝ ਕਿਹਾ ਨਹੀਂ, ਮੈਂ ਤਾਂ ਪੈਸੇ ਲੈਣ ਗਿਆ ਸੀ ਉਹਦੇ ਘਰੇ। ਤੇ ਵੀ ਤੁਸੀਂ ਉਹਨੂੰ ਸਮਝਾ ਲਓ। ਤੇ ਕਹਿੰਦਾ ਤੂੰ ਉਹਦੇ ਨਾਲ ਪੰਗੇ ਕਿਉਂ ਲੈਣਾ? ਉਹ ਤੋਂ ਮੈਨੂੰ ਐਂ ਕਹਿ ਰਿਹਾ ਵੀ ਤੂੰ ਉਹਦੇ ਨਾਲ ਕਿਉਂ ਪੰਗੇ ਲੈਣਾ? ਮੈਂ ਉਹਨੂੰ ਬੁਲਾਇਆ ਨਹੀਂ ਗਾ, ਮੈਂ ਉਹਦੇ ਨਾਲ ਪੰਗੇ ਕੀ ਲੈਣੇ ਹੈਗੇ? ਪਰ ਨਹੀਂ, ਉਹ ਸਾਰਾ ਪਰਿਵਾਰ ਇੱਕ ਹੋਇਆ ਹੋਇਆ ਇਹ, ਸਿਰਫ ਇਹ ਸਾਰਾ 2 ਨੰਬਰ ਦਾ ਧੰਦਾ ਕਰਦੇ ਆ। ਹੁਣ ਦੱਸੋ ਕੀ ਕਰੀਏ? ਸਾਰੇ ਸ਼ਹਿਰ ਨੂੰ ਪਤਾ ਵੀ ਕੀ ਕੰਮ ਕਰਦੇ ਨੇ ਇਹ। ਇਸ ਤੋਂ ਪਹਿਲਾਂ ਵੀ ਇਹਨਾਂ ਦੀ ਕੋਈ ਇਸ ਤਰ੍ਹਾਂ ਦੀ ਕੰਪਲੇਂਟ ਸੀ? ਇਸ ਤਰ੍ਹਾਂ ਦਾ ਕੰਮ ਕੋਈ ਕਰਦੇ ਸੀ? ਕੰਮ ਕਰਦੀ ਨਹੀਂ ਜੀ। ਪਹਿਲਾਂ ਵੱਡਾ ਮੁੰਡਾ ਭੁੱਕੀ 'ਚ ਫੜਿਆ ਹੋਇਆ ਹੈਗਾ ਇਹਨਾਂ ਦਾ, 10 ਗੱਟੇ ਭੁੱਕੀ ਦੇ ਫੜੇ ਹੋਏ ਗਏ ਉਹਦੇ ਤੋਂ, ਉਹ ਜੇਲ੍ਹ 'ਚ ਹੈ ਹੁਣ। ਗੱਲ ਤਾਂ ਫਿਰ ਉੱਥੇ ਹੀ ਫੇਰ ਆ ਜਾਂਦੀ ਮੁੜ ਕੇ, ਵੀ ਜਦੋਂ ਪਰਿਵਾਰ ਸਹੀ ਨਹੀਂ, ਤੁਸੀਂ ਕਹਿੰਦੇ ਹੋ ਭੁੱਕੀ ਦੇ ਮਾਮਲੇ 'ਚ ਫੜਿਆ, ਤੁਸੀਂ ਅੱਜ ਰਜਨੀ ਬਾਲਾ ਤੇ ਐਲੀਗੇਸ਼ਨ ਲਾ ਰਹੇ ਹੋ। ਜਦੋਂ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਸੀ, ਫਿਰ ਐਡੇ ਵੱਡੇ ਠੱਗੀ ਦੇ ਸ਼ਿਕਾਰ ਕਿਉਂ ਹੋਏ? ਉਹਦੇ ਚਾਂਸਸ ਕਿਉਂ ਫਸੇ? ਠੀਕ ਹੈ, ਇਹ ਪਤਾ, ਇਹ ਗੱਲ ਹੀ ਉਦੋਂ ਹੋਈ ਹੈ ਜਦੋਂ ਸਾਰਾ ਕੁਝ ਉਧਰ ਰਜਨੀ ਬਾਲਾ ਬਾਹਰ ਚਲੀ ਗਈ, ਉਧਰੋਂ ਭੁੱਕੀ 'ਚ ਫੜਿਆ ਗਿਆ, ਤੇ ਸਾਰਾ ਕੁਝ ਉਹ ਨਹੀਂ ਹੋਇਆਗਾ। ਇਹ ਪਹਿਲਾਂ ਨਹੀਂ ਸੀ ਪਤਾ ਵੀ ਇਹ ਆਪ ਹੀ ਸਾਰੇ ਪੁੱਠੇ ਸਿੱਧੇ ਕੰਮ ਕਰਦੇ ਇਹ। ਜੇ ਰਜਨੀ ਬਾਲਾ ਘਰ ਆ ਜਾਂਦੀ ਹੈ, ਕੀ ਕਰੋਗੇ? ਉਹਦੇ ਨਾਲ ਗੱਲਬਾਤ ਕਰੋਗੇ? ਸਾਨੂੰ ਤਾਂ ਸਾਡੇ ਪੈਸੇ ਮਿਲਣੇ ਚਾਹੀਦੇ ਜੀ, ਅਸੀਂ ਉਹ ਤੋਂ ਕੁਝ ਨਹੀਂ ਲੈਣਾ। ਸਾਨੂੰ ਤਾਂ ਪੈਸੇ ਮਿਲਣੇ ਚਾਹੀਦੇ, ਜਿਵੇਂ ਮਰਜ਼ੀ ਕਿਤੋਂ ਮਰਜ਼ੀ ਲਿਆਵੇ, ਗੈਰੀ ਤੋਂ ਲਿਆਵੇ, ਦੀਪੂ ਤੋਂ ਲਿਆਵੇ, ਆਪਦੇ ਕੋਲੋਂ ਦੇਵੇ, ਕਿਤੋਂ ਮਰਜ਼ੀ ਦੇਵੇ, ਸਾਨੂੰ ਪੈਸੇ ਚਾਹੀਦੇ ਬਸ। ਤਾਂ ਦਰਸ਼ਕੋ, ਇਹ ਰਾਮਪੁਰਾ ਦੇ ਸਾਰੇ ਵੀਰ ਨੇ ਜਾਂ ਲਾਗਲੇ ਪਿੰਡਾਂ ਤੋਂ ਨੇ ਜਿਹੜੇ ਰਜਨੀ ਬਾਲਾ ਦੇ ਸੰਪਰਕ 'ਚ ਆਏ, ਜਿਨ੍ਹਾਂ ਨੇ ਲੱਖਾਂ ਰੁਪਏ ਕੈਨੇਡਾ ਜਾਣ ਦੇ
ਝਾਂਸੇ 'ਚ ਆ ਕੇ ਦਿੱਤੇ। ਇਹਨਾਂ ਨੂੰ ਲੱਗਿਆ ਕਿ ਅਸੀਂ ਕੈਨੇਡਾ ਦੀ ਧਰਤੀ ਤੇ ਚਲੇ ਜਾਵਾਂਗੇ। ਵਰਕ ਪਰਮਿਟ ਦਿਵਾਉਣ ਦੀਆਂ ਗੱਲਾਂ ਕੀਤੀਆਂ, ਇਹਨਾਂ ਨੂੰ ਆਫਰ ਲੈਟਰਾਂ ਭੇਜੀਆਂ, ਪਾਸਪੋਰਟ ਦੀਆਂ ਫੋਟੋਕਾਪੀਆਂ ਮੰਗਾਈਆਂ ਗਈਆਂ। ਅਕਾਊਂਟ 'ਚ ਲਗਾਤਾਰ ਪੈਸੇ ਟ੍ਰਾਂਸਫਰ ਰਜਨੀ ਬਾਲਾ ਕਰਵਾਉਂਦੀ ਰਹੀ। ਰਜਨੀ ਬਾਲਾ ਹਾਲਾਂਕਿ ਵਿਨੋਦ ਕੁਮਾਰ ਤੇ ਗੈਰੀ ਧਾਲੀਵਾਲ ਤੇ ਦੋਸ਼ ਲਾ ਰਹੀ ਹੈ ਕਿ ਉਹਨਾਂ ਨੇ ਸਾਰੇ ਪੈਸੇ ਉਹ ਹੜੱਪ ਲਏ ਆ। ਇਹ ਸਾਰੇ ਲੋਕਾਂ ਤੇ ਵੀ ਦੋਸ਼ ਲਾਉਂਦੀ ਹੈ ਕਿ ਸਾਰੇ ਲੋਕਾਂ ਦੇ ਪੈਸੇ ਉਹਨਾਂ ਲੋਕਾਂ ਨੇ ਦੱਬੇ ਨੇ, ਉਹਨਾਂ ਲੋਕਾਂ ਕੋਲ ਗਏ ਨੇ। ਪਰ ਇਹ ਸਾਰੇ ਲੋਕ ਮੇਰੇ ਘਰੇ ਮੇਰੇ ਪਰਿਵਾਰ ਨੂੰ ਜਾ ਕੇ ਡਰਾਉਂਦੇ ਧਮਕਾਉਂਦੇ ਨੇ, ਮਾਰਨ ਦੀਆਂ ਗੱਲਾਂ ਕਰਦੇ ਨੇ। ਮੈਨੂੰ ਜਿਹੜੀਆਂ ਧਮਕੀਆਂ ਲਗਾਤਾਰ ਦੇ ਰਹੇ ਨੇ, ਉਹ ਕਹਿੰਦੀ ਮੈਂ ਦਰ ਭੜਕਦੀ ਫਿਰਦੀ ਹਾਂ, ਮੈਂ ਘਰ ਵੀ ਆਪਣੇ ਨਹੀਂ ਆ ਸਕਦੀ, ਮੈਂ ਆਪਣੇ ਪਰਿਵਾਰ ਨੂੰ ਵੀ ਨਹੀਂ ਦੱਸਿਆ। ਉਹਨੇ ਹਮਦਰਦ ਟੀਵੀ ਤੇ ਆ ਕੇ ਆਪਣੀ ਸਾਰੀ ਗੱਲਬਾਤ ਪੱਖ ਰੱਖਿਆ ਸੀ। ਉਹ ਕਹਿੰਦੀ ਮੈਂ ਆਪਣੇ ਪਰਿਵਾਰ 'ਚ ਜਾਣਾ ਚਾਹੁੰਦੀ ਹਾਂ, ਬੱਚਿਆਂ 'ਚ ਜਾਣਾ ਚਾਹੁੰਦੀ ਹਾਂ, ਪਰ ਡਰ ਇਹ ਹੈ ਕਿ ਇਹ ਸਾਰੇ ਲੋਕ ਮੈਨੂੰ ਮਾਰਨ ਆਉਣਗੇ, ਮੈਨੂੰ ਮਾਰਨਗੇ ਜਾਂ ਮੈਨੂੰ ਝੂਠੇ ਕਿਸੇ ਕੇਸ 'ਚ ਫਸਾਉਣਗੇ। ਆਖਰ ਉਸ ਦੇ ਪਰਿਵਾਰ ਨੂੰ ਇਹ ਸਾਰੀ ਗੱਲਬਾਤ ਦਾ ਪਤਾ ਸੀ। ਉਸ ਦੇ ਪਰਿਵਾਰ ਨੂੰ ਪਤਾ ਸੀ ਕਿ ਉਹਨਾਂ ਦੀ ਧੀ ਜਾਂ ਉਸ ਵੀਰ ਦੀ ਪਤਨੀ ਜਾਂ ਉਹਨਾਂ ਬੱਚਿਆਂ ਦੀ ਮਾਂ ਇਸ ਤਰ੍ਹਾਂ ਲੋਕਾਂ ਨੂੰ ਝਾਂਸੇ 'ਚ ਲੈ ਰਹੀ ਹੈ, ਜਾਂ ਉਹ ਕਿਹੜੇ ਦੇਸ਼ 'ਚ ਸੀ, ਉਹ ਕੈਨੇਡਾ ਹੈ ਜਾਂ ਨਹੀਂ, ਉਹ ਵਾਪਸ ਕਦੋਂ ਆਈ ਹੈ। ਉਹ ਕਹਿ ਰਹੀ ਕਿ 1 ਸਾਲ ਹੋ ਗਿਆ, ਮੈਂ ਆਪਣੇ ਪਰਿਵਾਰ ਨਾਲ ਵੀ ਸੰਪਰਕ ਨਹੀਂ ਕੀਤਾ। ਕਿ ਆਖਰ 1 ਸਾਲ ਦੇ ਵਿੱਚ ਪਰਿਵਾਰ ਨੇ ਸੰਪਰਕ ਰਜਨੀ ਬਾਲਾ ਨਾਲ ਕਿਉਂ ਨਹੀਂ ਕੀਤਾ, ਜਾਂ ਰਜਨੀ ਬਾਲਾ ਦੇ ਬੱਚੇ ਆਪਣੀ ਮਾਂ ਨਾਲ ਗੱਲਬਾਤ ਕਿਉਂ ਨਹੀਂ ਕਰਦੇ। ਇਹ ਸਾਰੇ ਸਵਾਲ ਆਪਾਂ ਉਸ ਪਰਿਵਾਰ ਨਾਲ ਕਰਦੇ ਹਾਂ। ਤਾਂ ਦਰਸ਼ਕੋ, ਕੁਝ ਦਿਨ ਪਹਿਲਾਂ ਰਜਨੀ ਬਾਲਾ ਨੇ ਹਮਦਰਦ ਟੀਵੀ ਤੇ ਆ ਕੇ ਆਪਣੀ ਪੂਰੀ ਕਹਾਣੀ ਸਟੋਰੀ ਦੱਸੀ ਸੀ। ਮੇਰੇ ਸਹਿਯੋਗੀ ਅਮਨ ਮੋਹਨ ਨੇ ਉਹਨਾਂ ਦੀ ਇੰਟਰਵਿਊ ਕੀਤੀ ਸੀ। ਉਸਨੇ ਦੱਸਿਆ ਸੀ ਕਿ ਮੇਰੇ ਨਾਲ ਵਿਨੋਦ ਕੁਮਾਰ ਤੇ ਗੈਰੀ ਧਾਲੀਵਾਲ ਨੇ ਠੱਗੀ ਮਾਰੀ ਆ। ਕੈਨੇਡਾ ਭੇਜਣ ਦੀ ਥਾਂ ਮੈਨੂੰ ਕਿਸੇ ਹੋਰ ਕੰਟਰੀ 'ਚ ਭੇਜ ਦਿੱਤਾ ਔਰ ਮੈਂ ਮਸਾਂ ਬਚ ਕੇ ਉੱਥੋਂ ਨਿਕਲੀ ਹਾਂ। ਮੈਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਸੀ ਔਰ ਉਹਨੇ ਇਹ ਵੀ ਕਿਹਾ ਕਿ ਮੈਨੂੰ ਡਰਾ ਧਮਕਾ ਕੇ ਮੇਰੇ ਹੋਰ ਰਿਸ਼ਤੇਦਾਰ ਸਕੇ ਸੰਬੰਧੀਆਂ ਤੋਂ ਉਹਨਾਂ ਨੇ ਪੈਸੇ ਮੰਗਵਾਏ ਆ। ਹਾਲਾਂਕਿ ਉਹ ਲੋਕ ਇਸ ਰਜਨੀ ਬਾਲਾ ਤੇ ਦੋਸ਼ ਲਾ ਰਹੇ ਆ, ਰਜਨੀ ਬਾਲਾ ਦੇ ਪਰਿਵਾਰ ਤੇ ਦੋਸ਼ ਲਾ ਰਹੇ ਆ। ਅਸੀਂ ਰਜਨੀ ਬਾਲਾ ਦੇ ਪਰਿਵਾਰ ਕੋਲ ਪਹੁੰਚੇ ਆ। ਉਹਨਾਂ ਦੀ ਮਾਤਾ ਸ਼ੀਲਾ ਜੀ ਸਾਡੇ ਨਾਲ ਨੇ, ਗੱਲਬਾਤ ਕਰਦੇ। ਮਾਤਾ ਜੀ, ਤੁਹਾਡੀ ਬੇਟੀ ਦੇ ਨਾਲ ਤੁਹਾਡੀ ਗੱਲਬਾਤ ਹੁੰਦੀ ਆ ਹੁਣ? ਨਹੀਂ ਹੁੰਦੀ ਬੇਟਾ। ਕਿੰਨਾ ਟਾਈਮ ਹੋ ਗਿਆ ਗੱਲ ਹੋਈ ਨੂੰ ਜੀ? ਹੋ ਗਈ ਇਹ ਸਾਲ ਭਰ ਹੋ ਗਈ ਜੀ। ਤੇ ਜਦੋਂ ਰਜਨੀ ਬਾਹਰ ਗਈ ਸੀ ਤੁਹਾਨੂੰ ਦੱਸਿਆ ਸੀ ਉਹਨੇ? ਨਹੀਂ ਜੀ, ਨਹੀਂ ਦੱਸਿਆ ਸਾਨੂੰ। ਕਿਉਂ ਨਹੀਂ ਦੱਸਿਆ ਜੀ ਉਹਨੇ? ਨਹੀਂ ਦੱਸਿਆ, ਡਰਦੀ ਮਰ ਨੇ ਦੱਸਿਆ। ਸਾਡੇ ਬਾਤੀ ਪੁੱਤ ਵਿਆਹ ਜਦ ਨਹੀਂ ਗੱਲ ਕਰਦਾ ਸਾਡੇ ਕੋਲ ਕੋਈ। ਠੀਕ ਹੈ ਜੀ। ਬਾਹਰ ਜਾ ਕੇ ਫਿਰ ਗੱਲਬਾਤ ਫੋਨ ਕਰਦੀ ਰਹੀ? ਨਹੀਂ ਜੀ, 13 ਆਇਆ, ਮੁੜ ਕੇ ਫੋਨ ਨਹੀਂ ਆਇਆ। 11ਵੇਂ ਮਹੀਨੇ ਆਇਆ, ਬਾਅਦ ਚ ਨਹੀਂ ਆਇਆ ਸਾਡੇ। 10ਵੇਂ ਮਹੀਨੇ ਪਤਾ 11ਵੇਂ ਮਹੀਨੇ ਆਇਆ। ਕੀ ਕਹਿੰਦੀ ਸੀ ਉਦੋਂ? ਕਹਿੰਦੀ ਮੈਂ ਠੀਕ ਠਾਕ ਹਾਂ, ਬਸ ਉਸ ਤੋਂ ਬਾਅਦ ਸਾਡੇ ਮੇਰੇ ਘਰ ਆਇਆ ਦਾ ਐਕਸੀਡੈਂਟ ਹੋ ਗਿਆ ਜੀ, ਬੱਚਿਆਂ ਦਾ ਵੀ ਹੋ ਗਿਆ ਸੀ। ਮੇਰੇ ਤੇ ਆਹ ਪੋਤੇ ਸੀ ਨਾਲ, ਵਿਆਹ ਪਕਾਉਂਦੇ ਗਏ ਸੀ ਤੇ ਰਸਤੇ 'ਚ ਐਕਸੀਡੈਂਟ ਹੋ ਗਿਆ ਤੇ ਉਹਦੇ ਫੋਨ ਆਇਆ। ਮੁੜ ਕੇ ਸਾਡੇ ਘਰੇ ਫੋਨ ਨਹੀਂ ਆਇਆ ਜੀ। ਬਸ ਕੀ ਕਹਿ ਰਹੀ ਸੀ ਉਦੋਂ ਤੁਹਾਨੂੰ ਫਿਰ, ਮੈਂ ਕਿੱਥੇ ਆ ਹੁਣ? ਕਹਿੰਦੀ ਐ ਵੀ ਨਹੀਂ ਕਹਿਆ ਕਿ ਡੈਡੀ ਕਿਵੇਂ ਆ? ਬਸ ਠੀਕ ਆ, ਬਸ ਨੂੰ ਆ ਕੇ ਠੀਕ ਆ ਬਈ, ਤੂੰ ਰੋਣਾ ਨਹੀਂ। ਉਹਨਾਂ ਨੇ ਤੁਹਾਨੂੰ ਦੱਸਿਆ ਵੀ ਮੈਂ ਕਿਹੜੀ ਦੇਸ਼ ਦੇ ਵਿੱਚ? ਨਾ, ਸਾਨੂੰ ਕੋਈ ਦੱਸਿਆ ਉਹਨੇ। ਸਾਨੂੰ ਤਾਂ ਦੱਸਿਆ ਹੀ ਨਹੀਂ ਕਿੱਥੇ ਰਹਿਣੀ ਹੈ ਕਿੱਥੇ ਨਾ ਰਹਿਣੀ ਹੈ। ਅਸੀਂ ਉੱਥੇ ਰੱਖ ਕੇ ਸਾਨੂੰ ਮੂਵੀ ਪਾ ਦੇ, ਨਹੀਂ ਸਾਨੂੰ ਪਾਈ ਉਹਨੇ। ਜਿਹੜੇ ਮਾਤਾ ਜਾਣ ਲੱਗੇ ਨੇ ਉਹਨੇ ਪੈਸੇ ਲਾਏ ਸੀ, ਉਹ ਕਿੱਥੋਂ ਲਾਏ ਫਿਰ? ਸਾਨੂੰ ਕੋਈ ਪਤਾ ਨਹੀਂ ਕਿਸੇ ਦਾ, ਕੋਈ ਕਿਸੇ ਨੇ ਪਾਇਆ ਕਿਹਨੇ ਨਾ ਪਾਇਆ। ਉਹਨੇ ਸਿਉਣਾ ਵੇਚਿਆ ਆਪਦਾ, ਕੁੜੀ ਨੇ ਆਪਦਾ, ਹੋਰ ਕੁਝ ਨਹੀਂ ਕਰਿਆ। ਸਾਨੂੰ ਤਾਂ ਉਹ ਵੀ ਨਹੀਂ ਦੱਸਿਆ। ਕੁਝ ਟਾਈਮ ਉੱਥੇ ਰਹੀ ਆ, ਤੁਹਾਨੂੰ ਕੋਈ ਪੈਸਾ ਭੇਜਿਆ ਉਹਨਾਂ ਨੇ? ਨਾ ਜੀ, ਕੋਈ ਪੈਸਾ ਨਹੀਂ ਭੇਜਿਆ ਸਾਨੂੰ। ਕੁੜੀ ਨੇ ਕੋਈ ਪੈਸਾ ਭੇਜਿਆ, ਤੁਹਾਡੇ ਦੇਣਦਾਰ ਹਾਂ ਅਸੀਂ। ਠੀਕ ਹੈ। ਕੀ ਕਾਰਨ ਮਾਤਾ ਐਂ ਕਿਉਂ ਤੁਹਾਡੇ ਤੋਂ ਬੇਵਾਰੀ ਹੋ ਕੇ ਰਜਨੀ ਬਾਲਾ ਚਲੀ ਗਈ ਬਾਹਰ? ਤੁਹਾਨੂੰ ਦੱਸਿਆ ਕਿਉਂ ਨਹੀਂ? ਕੀ ਪਤਾ ਜੀ, ਕਾਹਦਾ ਨਹੀਂ ਦੱਸਿਆ ਸਾਨੂੰ। ਉਹਨੇ ਗਾਹਾਂ ਕਰਦਾ, ਫੋਨ ਕਰਦਾ ਰਿਹਾ ਜੀ, ਆ ਜਾ ਆ ਜਾ ਆ ਜਾ। ਮੁੰਡੇ ਨੇ ਕਿਹੜਾ ਲੈ ਕੇ ਗਿਆ, ਉਹ ਠੱਗੀ ਮਾਰ ਕੇ ਲੈ ਕੇ ਗਿਆ ਗਾ। ਮੇਰੇ ਜੇਠ ਦਾ ਦੋਤਾ ਲੈ ਕੇ ਗਿਆ ਗਾ ਉਹਨੂੰ, ਹੱਥਾਂ ਦੇ ਪਾਲੀ ਕੁੜੀ। ਮੁੜ ਕੇ ਸਾਡੀ ਕੁੜੀ ਹੱਥ ਥੱਲੇ ਨਹੀਂ ਆਈ। ਬਸ ਇਹ ਆ, ਹੋਰ ਕੋਈ ਗੱਲਬਾਤ ਨਹੀਂ। ਉਹਨੇ ਆਪਣੇ ਘਰ ਵਾਲੇ ਨੂੰ, ਬੱਚਿਆਂ ਨੂੰ? ਨਾ ਕਿਸੇ ਨੂੰ ਨਹੀਂ ਦੱਸਿਆ, ਨਾ ਬੱਚਿਆਂ ਨੂੰ ਦੱਸਿਆ, ਨਾ ਆਪਦੇ ਘਰਾਂ ਨੂੰ ਦੱਸਿਆ ਜੀ। ਬਸ। ਪਰ ਮਾਤਾ ਰਜਨੀ ਬਾਲਾ ਕਹਿੰਦੀ ਮੇਰੇ ਨਾਲ ਠੱਗੀ ਵੱਜ ਗਈ, ਪਰ ਬਹੁਤ ਸਾਰੇ ਲੋਕ ਸਾਡੇ ਨਾਲ ਸੰਪਰਕ ਕਰ ਰਹੇ ਆ। ਸਾਨੂੰ ਤਾਂ ਭਕਾਉਂਦੇ ਆ ਜੀ ਆ ਕੇ ਲੋਕ। ਕਿੰਨੇ ਲੋਕ ਪੈਸੇ ਪਾਏ, ਸਾਨੂੰ ਤਾਂ ਭਕਾਉਂਦੇ। ਸਾਡਾ ਕੀ ਕਸੂਰ? ਸਾਡੇ ਕੋਈ ਖਾਤੇ 'ਚ ਆਏ ਦੱਸੋ ਪਹਿਲਾਂ, ਜਾਂ ਸਾਡਾ ਖਾਤਾ ਚੈੱਕ ਕਰੋ, ਜਾਂ ਮੇਰਾ ਕਰੋ, ਜਾਂ ਮੇਰੇ ਘਰ ਦਾ ਕਰੋ, ਜਾਂ ਕਿਸੇ ਹੋਰ ਦਾ ਕਰੋ। ਮਾਤਾ ਜੀ, ਮੈਂ ਉਹੀ ਗੱਲ ਕਰ ਰਿਹਾ ਕਿ ਉਹ ਲੋਕ ਕਹਿੰਦੇ ਆ ਰਜਨੀ ਬਾਲਾ ਫੋਨ ਕਰਦੀ ਸੀ ਜਾਂ ਤੁਹਾਡੇ ਪਰਿਵਾਰਕ ਮੈਂਬਰ ਫੋਨ ਕਰਦੇ ਸੀ, ਕੁਝ ਪੈਸੇ ਉਹ ਕਹਿੰਦੇ ਰਜਨੀ ਬਾਲਾ ਦੇ ਖਾਤੇ 'ਚ ਪਾਏ ਆ, ਪਰ ਕੁਝ ਪੈਸੇ ਅਸੀਂ ਤੁਹਾਨੂੰ ਘਰੇ ਨਕਦ ਦੇ ਕੇ ਜਾਂਦੇ ਰਹੇ ਆ। ਨਹੀਂ, ਸਾਨੂੰ ਕੋਈ ਨਹੀਂ, ਸਾਨੂੰ ਕੋਈ ਕਿਸੇ ਦਾ ਨਹੀਂ ਪਤਾ ਜੀ। ਅਸੀਂ ਹੁਣ ਵੀ ਕਹਿੰਦੇ ਸਾਨੂੰ ਕਿਸੇ ਦਾ ਨਹੀਂ ਪਤਾ ਕਿਹਨੇ ਪਾਇਆ ਕਿਹਨੇ ਨਾ ਪਾਇਆ। ਅਸੀਂ ਤਾਂ ਹੁਣ ਵੀ ਐਂ ਕਹਿੰਦੇ ਆ। ਠੀਕ ਆ ਵੀਰੇ। ਮਾਤਾ, ਲੱਖਾਂ ਰੁਪਏ ਦਾ ਮਾਮਲਾ ਅਕਸਰ ਹੋਊ ਕੀ ਫਿਰ ਹੱਲ? ਕੀ ਪਤਾ ਕੀ ਹੋਊਗਾ ਜੀ? ਕੀ ਹੋਣਾ ਕੀ ਚਾਹੀਦਾ ਤੁਹਾਡੇ ਹਿਸਾਬ ਨਾਲ? ਸਾਡੇ ਨਾਲ ਸਾਨੂੰ ਤਾਂ ਕੋਈ ਪਤਾ ਹੀ ਨਹੀਂ। ਸਾਨੂੰ ਤਾਂ ਕਿਸੇ ਦਾ ਨਹੀਂ ਪਤਾ, ਨਾ ਸਾਡੇ ਰਿਸ਼ਤੇਦਾਰਾਂ ਦਾ ਪਤਾ ਕਿਹਨੇ ਪੈਸੇ ਪਵਾਏ ਆ, ਤੇ ਨਾ ਸਾਨੂੰ ਉਹਦਾ ਮਨਜੀਤ ਦਾ ਪਤਾ, ਤੇ ਨਾ ਸਾਨੂੰ ਘਰਿਆੜਾਇਆ ਦਾ ਪਤਾ। ਸਾਨੂੰ ਕਿਸੇ ਦਾ ਨਹੀਂ ਪਤਾ, ਤੇ ਨਾ ਸਾਨੂੰ ਮੋਗਿਆਂ ਦਾ ਪਤਾ, ਤੇ ਨਾ ਸਾਨੂੰ ਕਿਸੇ ਦਾ ਹੋਰ ਦਾ ਪਤਾ ਬਈ।
ਸਾਨੂੰ ਕਿਸੇ ਦਾ ਨਹੀਂ ਪਤਾ। ਸਾਨੂੰ ਕਿਹੜਾ ਕਿਸੇ ਨੇ ਪੁੱਛ ਕੇ ਪਾਏ ਐਂ ਦੱਸੋ ਜੀ। ਅਸੀਂ ਹੁਣ ਵੀ ਕਹਿੰਦੇ ਸਹੁੰ ਚੱਕ ਜੋ, ਨਹੀਂ ਮੈਂ ਚੱਕਦੀ ਸਹੁੰ, ਨਹੀਂ ਤੂੰ ਇਹ ਚੱਕਣ ਸਹੁੰ ਵੀ ਇਹਨਾਂ ਨੂੰ ਪਤਾ ਹੋਵੇ। ਤੁਹਾਡੇ ਤੋਂ ਕਿਸੇ ਨੇ ਪੁੱਛਿਆ ਨਹੀਂ ਵੀ ਅਸੀਂ ਨਹੀਂ, ਸਾਨੂੰ ਕਿਸੇ ਨੇ ਨਹੀਂ ਪੁੱਛਿਆ ਜੀ, ਕਿਸੇ ਨੇ ਵੀ ਨਹੀਂ ਪੁੱਛਿਆ। ਖੁਦ ਮੇਰੀ ਭਤੀਜੀ ਨੇ ਨਹੀਂ ਪੁੱਛਿਆ, ਭੂਆ ਮੈਂ ਪੈਸੇ ਪਵਾਉਣੀ ਆ, ਉਹਨੇ ਵੀ ਨਹੀਂ ਪੁੱਛਿਆ ਸਾਨੂੰ। ਕਿਸੇ ਨੇ ਸਲਾਹ ਨਹੀਂ ਕੀਤੀ ਕਿਸੇ ਨੇ ਸਲਾਹ ਨਹੀਂ ਕੀਤੀ। ਸਾਡੇ ਮੇਰੀ ਭਤੀਜੀ ਸੀ, ਮੇਰਾ ਜਮਾਈ ਸੀ, ਮੇਰੀ ਭੈਣ ਦਾ, ਉਹ ਵੀ ਸਲਾਹ ਕਰਦਾ, ਮਾਸੀ ਦੱਸ ਮੈਂ ਪੈਸੇ ਪਾਵਾਂ। ਕਹਿੰਦਾ ਤੁਸੀਂ ਸਾਲ ਭਰ ਤਾਂ ਦੇਖੋ ਕੁੜੀ ਗਈ ਆ, ਤੁਸੀਂ ਸਾਲ ਭਰ ਕਿਉਂ ਪੈਸੇ ਪਾਉਣੇ ਹੋ? ਠੀਕ ਹੈ ਨਾ, ਸਾਲ ਭਰ ਦੇਖੋ ਤੁਸੀਂ ਪਹਿਲਾਂ। ਤੇ ਤੁਹਾਨੂੰ ਹੁਣ ਜਿਹੜੇ ਲੋਕ ਡਰਾਉਂਦੇ ਧਮਕਾ ਰਹੇ, ਕੀ ਕਹਿ ਰਹੇ ਆ ਤੁਹਾਨੂੰ? ਕਹਿੰਦੇ ਸਾਡੇ ਪੈਸੇ ਦਿਓ। ਅਸੀਂ ਪੈਸੇ ਕਿੱਥੋਂ ਦਈਏ ਜੀ? ਐਂ ਦੱਸੋ ਪਹਿਲਾਂ, ਸਾਡੇ ਲਈ ਪੈਸੇ ਹੀ ਨਹੀਂ ਹੈਗੇ, ਸਾਡੇ ਕਿਹੜਾ ਖਾਤੇ 'ਚ ਪਏ ਆ? ਐਂ ਦੱਸੋ ਪਹਿਲਾਂ ਜੀ। ਇਹੀ ਗੱਲ ਮਾਤਾ ਰਜਨੀ ਬਾਲਾ ਕਹਿ ਰਹੀ ਹੈ, ਮੇਰੇ ਪਰਿਵਾਰ ਨੂੰ ਡਰਾਇਆ ਧਮਕਾਇਆ ਜਾ ਰਿਹਾ। ਮੈਂ ਅਟੈਕ ਦਾ ਮਰੀਜ਼ ਆ ਜੀ, ਮੈਨੂੰ ਐ ਨਹੀਂ ਪਤਾ ਮੈਨੂੰ ਅਟੈਕ ਹੋਣੀ ਪੈ ਜਾਵੇ। ਇੱਕ ਗੱਲ ਮੇਰੀ ਮਾੜੀ ਜੀ ਸੁਣਿਓ, ਰਜਨੀ ਬਾਲਾ ਵੀ ਇਹੀ ਗੱਲ ਕਹਿੰਦੀ ਆ ਕਿ ਮੇਰੇ ਪਰਿਵਾਰ ਨੂੰ ਡਰਾਇਆ ਧਮਕਾਇਆ ਜਾ ਰਿਹਾ। ਦੂਜੇ ਪਾਸੇ ਤੁਸੀਂ ਕਹਿੰਦੇ ਆ ਰਜਨੀ ਬਾਲਾ ਨਾਲ ਗੱਲ ਨਹੀਂ ਹੁੰਦੀ, ਫਿਰ ਉਹਨੂੰ ਕਿਵੇਂ ਪਤਾ ਲੱਗਦਾ ਵੀ ਡਰਾਇਆ ਧਮਕਾਇਆ ਜਾ ਰਿਹਾ ਮੇਰੇ ਪਰਿਵਾਰ ਨੂੰ? ਹੁਣ ਸਾਨੂੰ ਕੀ ਪਤਾ ਜੀ? ਦੀਪੂ ਨੇ ਮਨੋਜ ਕੁਮਾਰ ਨੇ ਦੱਸਿਆ ਹੋਊਗਾ ਜੀ। ਉਹਨੂੰ ਸਾਡਾ ਪ੍ਰਾਹੁਣਾ ਚੱਕ ਕੇ ਲੈ ਕੇ ਆਇਆ ਜੀ। ਸਾਡਾ ਜਮਾਈ, ਮੇਰੀ ਭੈਣ ਦਾ ਜਮਾਈ ਚੱਕ ਕੇ ਲੈ ਕੇ ਆਇਆ, ਇੱਕ ਮੇਰੀ ਭਤੀਜੀ ਦਾ ਪ੍ਰਾਹੁਣਾ ਚੱਕ ਕੇ ਲੈ ਕੇ ਆਇਆ। ਉਹਨਾਂ ਨੇ ਕੁੱਟਿਆ ਜੀ। ਕਿੱਥੋਂ ਚੱਕ ਕੇ ਲੈ ਕੇ ਆਏ ਜੀ? ਇਹ ਪਤਾ ਨਹੀਂ ਕਿੱਥੋਂ, ਥੰਪੜ ਤੋਂ ਚੱਕ ਕੇ ਲੈ ਕੇ ਆਏ। ਹੁਣ ਕਿੱਥੇ ਉਹਨੂੰ ਦਿੱਤਾ ਫਿਰ? ਪੁਲਿਸ ਨੂੰ ਦਿੱਤਾ, ਵਿਨੋਦ ਕੁਮਾਰ ਨੂੰ? ਉਹ ਕਹਿੰਦਾ ਮੈਂ ਨਹੀਂ ਰੱਖਦਾ, ਉਹ ਕਹਿੰਦਾ ਮੈਂ ਨਹੀਂ ਰੱਖਦਾ। ਅਸੀਂ ਕਿਹਾ ਸੀ ਭਈ ਸਾਡੇ ਹੱਥ ਥੱਲੇ ਲਿਆਓ ਮੁੰਡੇ ਨੂੰ, ਅਸੀਂ ਥਾਣੇ 'ਚ ਫੜਾਵਾਂਗੇ, ਆਪ ਹੀ ਮੰਨੂਗਾ ਜੀ ਪੈਸੇ। ਠੀਕ ਹੈ ਜੀ। ਜਗਰਾਵਾਂ ਸਰਪੰਚ ਨੂੰ ਫੜਾਤਾ ਮੁੰਡਾ ਜਿਹਾ ਉਹ, ਤੇ ਉਹਨੇ ਪਤਾ ਨਹੀਂ ਭਜਾਤਾ ਮੁੰਡਾ ਉਹ। ਰਜਨੀ ਬਾਲਾ ਨੂੰ ਅਕਸਰ ਆਪਦੇ ਪਰਿਵਾਰ 'ਚ ਆਉਣਾ ਚਾਹੀਦਾ, ਬੱਚਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਆ। ਇੱਥੇ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ ਉਹਨੂੰ ਘਰੇ? ਅਸੀਂ ਰੱਖਦੇ ਨਹੀਂ ਜੀ। ਮੈਂ ਕਿਉਂ ਰੱਖਾਂ ਜੀ? ਹਾਲੇ ਸਾਨੂੰ ਦੋਸ਼ੀ ਕਹਿਣਗੇ ਪਤਾ ਨਹੀਂ ਇਹਨਾਂ ਨੇ ਪੈਸੇ ਖਾ ਲਏ ਜੀ। ਠੀਕ ਹੈ ਨੇ, ਅਸੀਂ ਆਹ ਗੱਲ ਨਹੀਂ ਕਹਾਉਂਦੇ, ਮੈਂ ਤਾਂ ਰੱਖਦੀ ਨਹੀਂ ਜੀ। ਇਹਨਾਂ ਬੱਚਿਆਂ ਦਾ ਕੀ ਬਣੂਗਾ? ਛੋਟੇ ਬੱਚੇ ਮੈਂ ਬੱਚੇ ਪਾਈ ਜਾਣੀ ਜੀ। ਮੈਂ ਆਦੇ ਨੱਕ ਸਰ ਨੂੰ ਪਾਈ ਨੇ, ਮਟਿਆਰਤੀ ਹੈ, ਮੈਂ ਮਟਿਆਰਤੀ ਕਿੱਥੇ ਭੇਜਾਂ ਜੀ? ਮੈਨੂੰ ਦੱਸੋ ਪਹਿਲਾਂ। ਆਹ ਜਵਾਕ ਦੋ ਆ, ਇਹ ਰੋਟੀ ਦਿੰਦੇ ਇਹਨਾਂ ਨੂੰ ਜਵਾਕਾਂ ਨੂੰ। ਐਂ ਦੱਸੋ ਪਹਿਲਾਂ, ਅਸੀਂ ਦੱਸ ਕਿਹੜੇ ਖੂਜ ਜਾਈਏ? ਲੱਖਾਂ ਰੁਪਏ ਮਾਤਾ, 90 ਲੱਖ ਤੋਂ ਵਧੇਰੇ ਪੈਸੇ ਦੱਸੇ ਜਾ ਰਹੇ ਆ। ਹਾਂਜੀ। ਕੀ ਉਹ ਮੋੜੇ ਜਾਣੇ ਚਾਹੀਦੇ ਕਿ ਨਹੀਂ ਮੋੜੇ ਜਾਣੇ ਚਾਹੀਦੇ? ਅਸੀਂ ਕਿੱਥੋਂ ਦਈਏ ਜੀ? ਨਹੀਂ, ਤੁਸੀਂ ਨਹੀਂ ਮੋੜਨੇ। ਜਿਨ੍ਹਾਂ ਨੇ ਵੀ ਲਏ ਆ, ਚਾਹੇ ਰਜਨੀ ਬਾਲਾ ਨੇ ਲਏ ਆ, ਚਾਹੇ ਵਿਨੋਦ ਕੁਮਾਰ ਨੇ ਲਏ ਆ, ਚਾਹੇ ਗੈਰੀ ਧਾਲੀਵਾਲ ਨੇ ਲਏ ਆ, ਜਿਨ੍ਹਾਂ ਨੇ ਵੀ ਲਏ ਆ ਉਹਨਾਂ ਨੂੰ ਮੋੜਨੇ ਚਾਹੀਦੇ ਕਿ ਨਹੀਂ ਉਹ ਮੋੜਨੇ? ਤਾਂ ਫਿਰ ਉਹਨਾਂ ਨੂੰ ਸੋਚਣਾ ਚਾਹੀਦਾ ਜੀ, ਸਾਡਾ ਤਾਂ ਕੋਈ ਕਸੂਰ ਨਹੀਂ। ਸਾਡਾ ਕੋਈ ਕਸੂਰ ਨਹੀਂ। ਰਜਨੀ ਨੂੰ, ਉਹਨੂੰ ਧਾਈਆਂ ਨੂੰ ਸੋਚਣਾ ਚਾਹੀਦਾ, ਮਨੋਜ ਨੂੰ ਸੋਚਣਾ ਚਾਹੀਦਾ ਜੀ। ਤੁਸੀਂ ਸਮਝਾਓ ਨਾ ਇਹਨੂੰ, ਆਪਣੀ ਧੀ ਨੂੰ ਸਮਝਾਓ ਕਿ ਜੇ ਸਾਡੇ ਮੱਥੇ ਲੱਗੂ ਤਾਂ ਹੀ ਸਮਝਾਵਾਂਗੇ ਬੇਟਾ। ਐਂ ਦੱਸੋ ਪਹਿਲਾਂ, ਸਾਡੇ ਜੇ ਮੱਥੇ ਨਹੀਂ ਲੱਗੀ, ਐਂ ਦੱਸੋ ਪਹਿਲਾਂ ਜੀ। ਦਰਸ਼ਕੋ, ਰਜਨੀ ਬਾਲਾ ਦੇ ਦੋਨੋਂ ਪੁੱਤਰ ਸਾਡੇ ਨਾਲ ਨੇ। ਧੀ ਅੱਜ ਹੈ ਨਹੀਂ, ਕਿਤੇ ਬਾਹਰ ਗਈ ਹੋਈ ਆ, ਆਪਣੇ ਮਾਮੇ ਦੇ ਨਾਲ ਉੱਥੇ ਰਹਿ ਰਹੀ ਆ। ਇਹਨਾਂ ਨਾਲ ਗੱਲਬਾਤ ਕਰਦੇ ਆ। ਤੁਹਾਡਾ ਕੀ ਨਾਮ ਹੈ ਵੀਰੇ? ਸਮਿਤ ਵੀ। ਸਮਿਤ, ਮੰਮੀ ਨਾਲ ਕਦੋਂ ਗੱਲਬਾਤ ਹੋਈ ਲਾਸਟ ਟਾਈਮ? ਨਵੰਬਰ ਦੀ ਗੱਲ ਹੋਈ ਸਾਡੀ ਜੀ। ਕੀ ਕਹਿ ਰਹੇ? ਬਸ ਐਂ ਜੀ ਕਹਿ ਰਹੇ ਸੀ ਅਸੀਂ ਠੀਕ ਠਾਕ ਆ, ਵਧੀਆ ਪਹੁੰਚੇ, ਮੇਰਾ ਵਧੀਆ ਕੰਮ ਕਾਰ ਚੱਲ ਰਹੀ। ਉਸ ਤੋਂ ਬਾਅਦ ਹੀ ਉਹਨਾਂ ਨੇ ਐਕਸੀਡੈਂਟ ਹੋਇਆ। ਉਹਦੀ ਗੱਲ ਹੋਈ ਆ, ਬਸ ਵੀਡੀਓ ਕਾਲ ਤੇ ਵਧੀਆ ਗੱਲ ਹੋਈ ਸਾਡੀ ਕਿ ਹਾਂ ਮੈਂ ਠੀਕ ਆ। ਉਸ ਤੋਂ ਬਾਅਦ ਫੋਨ ਲਿਆ ਸਾਡੇ ਘਰੇ, ਤੇ ਲੋਕ ਸਾਡੇ ਘਰੇ ਆ ਕੇ ਮੇਰੇ ਮਾਸੜ ਜੀ, ਰਜੇਸ਼ ਸ਼ਰਮਾ, ਰਾਜੂ ਮਾਸੀ, ਇਹ ਸਾਡੇ ਘਰ ਆ ਕੇ ਧਮਕਾਉਂਦੇ ਸੀ ਆ ਕੇ ਸਾਨੂੰ ਕਿ ਅਸੀਂ ਆਹ ਕਰਾਂ, ਤੁਹਾਡੇ ਤੋਂ ਪੈਸੇ ਲੈ ਕੇ ਜਾਵਾਂਗੇ, ਜੇ ਉਹ ਹੀ। ਤੇ ਡੈਡੀ ਨੂੰ ਧਮਕਾਉਣ ਲੱਗੇ, ਉਹ ਵੀ ਡਰ ਕੇ ਭੱਜ ਗਏ ਜੀ। ਫਿਰ ਤਿੰਨੇ ਭੈਣ ਭਰਾ ਘਰੇ ਰਹਿਣ ਲੱਗ ਗਏ ਜੀ, ਤਿੰਨੇ ਇਕੱਲੇ ਰਹਿੰਦੇ ਸੀ। ਫਿਰ ਸਾਡੇ ਘਰੇ ਮਾਮਾ ਜੀ ਨੇ ਗੱਡੀ ਵੇਚੀ, ਉਹਨਾਂ ਕਿ ਪੈਸੇ ਵੇਚਾਂਗੇ, ਪੈਸੇ ਦੇਵਾਂਗੇ ਇਹਨਾਂ ਨੂੰ, ਜਿਨ੍ਹਾਂ ਨੇ ਲਿੱਤੇ ਆਪਾਂ ਨੇ ਘਰੇ ਫੜਾਏ ਗਏ ਆ। ਤੇ ਉਹ ਘਰੇ ਆਏ ਸਾਡੇ ਜੀ, ਤੇ ਉਹਨਾਂ ਨੇ ਸਾਡੇ ਪਹਿਲਾਂ ਅਲਮਾਰੀ ਫੋੜੀ ਜਾ ਕੇ ਜੀ। ਫਿਰ ਹੀ ਮੇਰਾ ਪਾਸਪੋਰਟ ਲੈ ਲਿਆ ਉਹਨਾਂ ਨੇ ਜੀ, ਖੋਲ੍ਹਿਆ ਮੇਰੇ ਮਾਸੜ ਜੀ ਨੇ, ਰਜੇਸ਼ ਸ਼ਰਮਾ ਨੇ ਤੇ ਰਾਜੂ ਮਾਸੀ ਨੇ ਜੀ। ਤੇ ਤਾਂ ਕਰਕੇ ਫਿਰ ਆਏ, ਸਾਨੂੰ ਧਮਕਾਏ ਗਏ ਜੀ। ਫਿਰ ਬਾਹਰ ਵਗ ਗਏ ਗਲੀ 'ਚ ਜੀ। ਫਿਰ ਅਸੀਂ ਗੇਟ ਲਾ ਲਿਆ, ਫਿਰ ਬਾਹਰ ਹੀ ਲੋਕ ਗੱਲਾਂ ਸੁਣਨ ਲੱਗ ਗਏ। ਸਾਨੂੰ ਗਲੀ ਵਾਲਿਆਂ ਨੇ ਦੱਸਿਆ ਜੀ ਕਿ ਬਾਹਰ ਕੌਣ ਆ ਜੀ। ਤੇ ਬਸ ਇਦੋਂ ਬਾਅਦ ਮਾਮੇ ਨੂੰ ਸਾਨੂੰ ਸਾਂਭਣ ਲੱਗ, ਫਿਰ ਅਸੀਂ ਇੱਧਰ ਸ਼ਿਫਟ ਹੋ ਗਏ ਜੀ। 1 ਸਾਲ ਹੋ ਗਿਆ ਤੁਹਾਡੀ ਮੰਮੀ ਰਜਨੀ ਬਾਲਾ ਨੂੰ ਕਹਿੰਦੀ ਮੈਂ ਇੱਥੇ ਆਈ ਹੋਈ ਹਾਂ ਇੰਡੀਆ। ਕਿੰਨੇ ਕੁ ਵਾਰ ਗੱਲ ਹੋਈ ਤੁਹਾਡੀ? ਬਹੁਤ ਨਵੰਬਰ ਤੋਂ ਸਾਡੀ ਕੋਈ ਗੱਲ ਨਹੀਂ ਹੋਈ ਜੀ ਅੱਜ ਤੱਕ। ਕੋਈ ਗੱਲਬਾਤ ਨਹੀਂ? ਤੁਹਾਡਾ ਦਿਲ ਨਹੀਂ ਕਰਦਾ ਮਾਂ ਕੋਲੇ ਜਾਣ ਨੂੰ? ਕਰਦੇ ਹੀ ਉੱਥੇ ਰਹਿ ਤਾਂ ਬਹੁਤ ਕਰਦਾ ਜੀ, ਪਰ ਹੁਣ ਮਜਬੂਰੀ ਤਾਂ ਕਰਕੇ ਫਿਰ ਉੱਥੇ ਰਹਿ ਰਹੇ ਆ ਜੀ। ਤੇ ਤੁਸੀਂ ਇੱਥੇ ਮਾਂ ਨੂੰ ਬੁਲਾ ਲਓ ਆਪਣੀ ਨੂੰ, ਇਕੱਠੇ ਰਹੋ। ਤੇ ਹੁਣ ਆਉਣਗੇ ਫਿਰ ਹੀ ਇਕੱਠੇ ਹੋਵਾਂਗੇ, ਨਹੀਂ ਆਏ ਤਾਂ ਹੋ ਨਹੀਂ ਸਕਦੇ ਜੀ, ਤਾਂ ਕਰਕੇ। ਤੁਹਾਡਾ ਫਾਦਰ ਸਾਹਿਬ ਕਿੱਥੇ ਰਹਿ, ਡੈਡੀ ਕਿੱਥੇ ਰਹਿ ਰਹੇ? ਉਹ ਤਾਂ ਛੱਡ ਕੇ ਵਗ ਗਈ। ਉਹਦਾ ਕਹਿੰਦੇ ਮੈਂ ਤੁਹਾਡੇ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਰੱਖਦਾ, ਇਸ ਕਰਕੇ ਵਗ ਗਈ ਸਾਨੂੰ ਛੱਡ ਕੇ। ਰਹਿ ਰਹੇ? ਉਹਦਾ ਬਠਿੰਡੇ ਨੂੰ ਵਗ ਗਏ ਸੀ। ਉਦੋਂ ਬਾਅਦ ਉੱਥੋਂ ਵੀ ਅਸੀਂ ਪੁੱਛਿਆ ਕਿੱਥੇ, ਕਹਿੰਦੇ ਇੱਥੋਂ ਕੰਮ ਛੱਡ ਕੇ ਵਗ ਗਏ ਜੀ ਉਹ। ਪਰ ਜਿਹੜੇ ਲੋਕਾਂ ਤੋਂ ਪੈਸੇ ਤੁਹਾਡੀ ਮੰਮੀ ਨੇ ਪਵਾਏ ਆ ਅਕਾਊਂਟ ਦੇ ਵਿੱਚ, ਉਹ ਲੋਕ ਇਹ ਕਹਿੰਦੇ ਆ ਕਿ ਤੁਹਾਡਾ ਡੈਡੀ ਤੇ ਮੰਮੀ ਦੋਨੇ ਇਕੱਠੇ ਰਹਿ ਰਹੇ ਆ।
ਸਾਨੂੰ ਇਹਨਾਂ ਦਾ ਕੋਈ ਪਤਾ ਨਹੀਂ ਜੀ। ਤੇ ਅਸੀਂ ਪੁੱਛਿਆ ਸੀ ਉੱਥੇ ਬਠਿੰਡੇ ਵੀ ਜਾਏ ਰਿਸ਼ਤੇਦਾਰਾਂ 'ਚੋਂ ਲੱਭ ਕੇ ਆਏ ਘਰ ਦੇ ਮੇਰੇ ਡੈਡੀ ਨੂੰ ਜੀ ਮੋਗੇ ਲੁਧਿਆਣੇ ਸਾਨੂੰ ਕਿਤੇ ਨਹੀਂ ਮਿਲੀ ਬਸ ਹੁਣ ਸਾਡੇ ਨਾਲ ਕਿਤੇ ਨਾ ਕਿਸੇ ਨਾਲ ਗੱਲ ਵੀ ਨਹੀਂ ਹੁੰਦੀ ਨਾ ਮੰਮੀ ਨਾਲ ਨਾ ਡੈਡੀ ਨਾਲ ਹੁੰਦੀ ਸਾਡੀ ਹੋਰ ਬਸ ਇਹ ਹੁਣ ਅਸੀਂ ਸਾਨੂੰ ਮਾਮਾ ਮਾਮੀ ਨਾਨੇ ਸਾਰੇ ਆ ਸਾਂਭਦੇ ਇੱਧਰ ਬਸ ਜੀ। ਤੁਹਾਡਾ ਨਾਮ ਕੀ ਹੈ ਵੀਰੇ? ਮੇਰਾ ਨਾਮ ਲਕਸ਼ੇ ਹੈ ਜੀ। ਲਕਸ਼, ਮੰਮੀ ਨਾਲ ਗੱਲਬਾਤ ਕਰਨ ਨੂੰ ਦਿਲ ਕਰਦਾ? ਹਾਂਜੀ ਬਹੁਤ ਕਰਦਾ ਹੈ ਜੀ। ਤੇ ਮੰਮੀ ਨੂੰ ਕਦੇ ਅਪੀਲ ਨਹੀਂ ਕੀਤੀ ਕਿ ਮੰਮੀ ਘਰ ਆ ਜਾਵੇ, ਗੱਲਬਾਤ ਕਰੀਏ, ਬੈਠੀਏ, ਪਰਿਵਾਰ 'ਚ ਰਹੀਏ, ਇਕੱਠੇ ਰਹੀਏ? ਮਾਂ ਬਿਨਾਂ ਔਖਾ ਬਹੁਤ ਹੋ ਜਾਂਦਾ। ਸਾਡੀ ਗੱਲ ਹੀ ਨਹੀਂ ਹੋਈ ਜੀ। ਤੇ ਨਵੰਬਰ ਨੂੰ ਸਾਡੇ ਨਵੰਬਰ 'ਚ ਗੱਲ ਹੋਈ ਸੀਗੀ, ਉਸ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ ਜੀ। ਤੇ ਜਦੋਂ ਮੰਮੀ ਕੈਨੇਡਾ ਦੇ ਵਿੱਚ ਸੀਗੀ ਉਦੋਂ ਗੱਲਬਾਤ ਕਰਦੀ ਸੀ? ਜਿਹੜੇ ਕੈਨੇਡਾ ਵਾਲੇ ਨੰਬਰ ਤੋਂ ਕਰਦੀ ਸੀ, ਬੇਸ਼ੱਕ ਕੈਨੇਡਾ ਨਹੀਂ ਗਈ, ਉਸ ਨੰਬਰ ਤੋਂ ਗੱਲਬਾਤ ਤੁਹਾਡੇ ਨਾਲ ਹੁੰਦੀ ਰਹਿੰਦੀ ਸੀ? ਨਾ ਜੀ, ਜਦੋਂ ਮੇਰੇ ਨਾਨੇ ਦਾ ਐਕਸੀਡੈਂਟ ਹੋਇਆ ਜੀ ਉਸ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ ਜੀ। ਇਹ ਜਿਹੜੇ ਲੋਕਾਂ ਤੋਂ ਪੈਸੇ ਲਏ ਆ ਜਾਂ ਅਕਾਊਂਟ ਦੇ ਵਿੱਚ ਪੈਸੇ ਪਵਾਏ ਆ, ਇਹਨਾਂ ਲੋਕਾਂ ਨੇ ਕਦੇ ਤੁਹਾਨੂੰ ਦੱਸਿਆ ਸੀ ਕਿ ਇਸ ਤਰ੍ਹਾਂ ਜਿਹੜਾ ਹੈਗਾ ਤੁਹਾਡੀ ਮੰਮੀ ਸਾਡੇ ਨਾਲ ਗੱਲਬਾਤ ਕਰਦੀ? ਨਾ ਜੀ, ਸਾਨੂੰ ਕਿਸੇ ਨੇ ਦੱਸਿਆ ਨਹੀਂ ਸੀ ਜੀ। ਕਿਸੇ ਨੇ ਤੁਹਾਨੂੰ ਦੱਸਿਆ? ਕਿਸੇ ਨੇ? ਸਾਨੂੰ ਤਾਂ ਬਾਅਦ 'ਚ ਪਤਾ ਲੱਗੇ ਸਾਡੇ ਪੈਸੇ ਪਾਏ ਆ ਤੁਹਾਡੇ ਅਕਾਊਂਟ, ਸਾਡੀ ਮੰਮੀ ਨੇ ਪਵਾਇਆ ਉੱਧਰ ਬਾਹਰ ਹੀ ਕਿਹਨੇ ਪਵਾਇਆ ਜੀ, ਐਵੇਂ ਸਾਨੂੰ ਦੱਸਿਆ ਕਿਸੇ ਖਾਤੇ 'ਚ ਪਵਾਇਆ ਇਹਨਾਂ ਨੇ। ਸਾਨੂੰ ਨਾ ਕਿਸੇ ਦਾ ਪਤਾ ਹੀ ਕਿਹਨੇ ਪਵਾਏ ਜੀ। ਕੀ ਕਹਿਣਾ ਚਾਹੋਗੇ ਤੁਸੀਂ ਆਪਣੀ ਮੰਮੀ ਨੂੰ? ਤੁਹਾਡੀ ਮੰਮੀ ਵੀ ਇਸ ਸਾਰੀ ਜਿਹੜੀ ਕਹਾਣੀ ਸਟੋਰੀ ਸੁਣ ਰਹੀ ਹੈ, ਉਹਨਾਂ ਲੋਕਾਂ ਦੀ ਵੀ ਗੱਲ ਅਸੀਂ ਕਰਾਂਗੇ। ਔਰ ਤੁਸੀਂ ਕੀ ਕਹਿਣਾ ਚਾਹੁੰਦੇ ਆਪਣੀ ਮਾਂ ਨੂੰ ਕਿ ਉਹਨਾਂ ਲੋਕਾਂ ਦੇ ਪੈਸੇ ਵਾਪਸ ਕਰਨੇ ਚਾਹੀਦੇ ਕਿ ਨਹੀਂ ਕਰਨੇ ਚਾਹੀਦੇ? ਉਹ ਤਾਂ ਹੁਣ ਜੀ ਜੇ ਹੁਣ ਸਾਡੇ ਕੋਲ ਉਹਨਾਂ ਕੋਲੇ ਹੋਣਗੇ ਮੰਮੀ ਨੂੰ ਤਾਂ ਹੀ ਵਾਪਸ ਹੋਣਗੇ ਜੀ, ਨਹੀਂ ਹੋ ਤਾਂ ਸਕਦੇ ਨਹੀਂ। ਜਿਨ੍ਹਾਂ ਨੇ ਪਵਾਇਆ ਉਹਨਾਂ ਸਾਡੇ ਨਾਲ ਵੀ ਠੱਗੀ ਵੱਜੀ ਇੱਕ ਤਰ੍ਹਾਂ ਦੀ ਜੀ। ਤੇ ਉਹਨਾਂ ਨਾਲ ਜੇ ਤੁਹਾਡੇ ਨਾਲ ਕਿਵੇਂ ਠੱਗੀ ਵੱਜੀ? ਕਿ ਮੰਮੀ ਨੇ ਸੋਨਾ ਵੇਚਿਆ ਜੀ ਤੇ ਗਹਿਣੇ ਗੁਣੇ ਲੋਨ ਲਾ ਲਿੱਤਾ ਜੀ, 2-3.5 ਲੱਖ ਹੈਗਾ ਜੀ ਸਾਡੇ ਕੋਲੇ, ਉਹ ਵੇਚ ਬੂਚ ਕੇ ਹੀ ਸੋਨਾ ਬਾਹਰ ਪਾਇਆ ਪਿਆ ਜੀ। ਇਹ ਸਾਰੀ ਕਹਾਣੀ ਦਾ ਸਟੋਰੀ ਦਾ ਅਸਲ ਤੁਹਾਨੂੰ ਦੋਸ਼ੀ ਕੌਣ ਲੱਗਦਾ, ਕਸੂਰਵਾਰ ਕੌਣ ਲੱਗਦਾ? ਦੀਪੂ ਲਾਦੀ ਵਿਨੋਦ ਸ਼ਰਮਾ ਜੀ ਸਾਡਾ, ਇਹਨਾਂ ਦਾ ਜਿਹੜਾ ਮੇਰਾ ਭਰਾ ਜੀ, ਮੇਰੇ ਮਾਸੀ ਦਾ ਮੁੰਡਾ, ਉਹੀ ਲੱਗਦੇ ਵੱਧ ਤਾਂ ਹੁਣ ਦੋਸ਼ੀ। ਦੀਪੂ ਨਾਲ ਕਦੇ ਗੱਲਬਾਤ ਹੋਈ ਆ ਵੀ ਇਦਾਂ ਸਾਡੀ ਮੰਮੀ ਨੂੰ ਕਿਉਂ ਕੀਤਾ ਤੂੰ? ਘਰੇ ਆਉਂਦਾ ਰਿਹਾ ਜੀ ਸਾਡੇ ਪਹਿਲਾਂ, ਘਰੇ ਆ ਕੇ ਰੋਜ਼ ਆਉਂਦਾ ਜੀ, ਭੂਆ ਮਾਸੀ ਤੂੰ ਪੈਸੇ ਪਵਾ, ਤੈਨੂੰ ਕੈਨੇਡਾ ਲੈ ਜੂ, ਸ਼ਿਫਟ ਕਰ, ਸਾਰੇ ਘਰ ਦੇ ਤੇਰੇ ਸ਼ਿਫਟ ਕਰ ਦੂੰ, ਕਿ ਚੱਲ ਬਾਹਰ ਤੂੰ 1.5 ਲੱਖ 'ਚ ਲੈ ਜੂੰਗਾ ਮੈਂ। ਬਾਈ ਇੰਨੇ ਸਾਨੂੰ ਦੱਸਿਆ ਜੀ। ਬਾਕੀ ਮੰਮੀ ਨੇ ਕੀ ਨੇ ਸਮਝਾਇਆ ਕੀ ਨਾ ਜੀ, ਬਾਕੀ ਕੋਈ ਪਤਾ ਨਹੀਂ ਆਪਾਂ ਨੂੰ। ਮੰਮੀ ਨਾਲ ਕਦੇ ਗੱਲਬਾਤ ਹੋਈ? ਉਹਨੇ ਦੱਸਿਆ ਕਿ ਮੈਂ ਕੈਨੇਡਾ ਨਹੀਂ, ਮੈਂ ਕਿਸੇ ਹੋਰ ਕੰਟਰੀ 'ਚ ਦੱਸਿਆ ਕਿ? ਦੱਸਿਆ ਹੀ ਨਹੀਂ ਕਦੇ ਸਾਨੂੰ ਜੀ। ਸਾਨੂੰ ਆਇਆ ਮੈਂ ਵਧੀਆ ਜੀ ਕੈਨੇਡਾ ਸ਼ਿਫਟ ਆ, ਕਹਿੰਦੇ ਮੈਂ ਕੰਮ ਤੇ ਜਾ ਰਹੀ ਹਾਂ, ਸਾਨੂੰ ਇਹਦਾ ਫੋਨ ਆਉਂਦਾ ਜੀ। ਤੁਹਾਡੇ ਨਾਲ ਹੀ ਕਿਉਂ ਝੂਠ ਬੋਲਦੀ ਰਹੀ? ਕੋਈ ਪਤਾ ਨਹੀਂ ਇਹਨਾਂ ਦੇ, ਕੀ ਪਤਾ ਉਹਨਾਂ ਨੇ ਸਿਖਾਇਆ ਹੋਵੇ, ਕੀ ਪਤਾ ਕੋਈ ਤਕਲੀਫ 'ਚ ਹੋਵੇ ਉੱਥੇ ਜੀ। ਹੁਣ ਤੁਹਾਨੂੰ ਪਤਾ ਕਿੱਥੇ ਰਹਿ ਰਹੀ ਹੈ? ਕੁਛ ਨਹੀਂ ਪਤਾ ਸਾਨੂੰ ਜੀ ਹੁਣ ਤਾਂ ਜੀ। ਅਸੀਂ ਹੁਣ ਇੱਥੇ ਰਹਿ ਰਹੇ ਹਾਂ, ਸਾਨੂੰ ਤਾਂ ਕੋਈ ਪਤਾ ਨਹੀਂ। ਮੇਰੇ ਕੋਲ ਨਾ ਕੋਈ ਫੋਨ ਆ ਨਾ ਲੈਣਾ ਦੇਣਾ, ਇਹਨਾਂ ਦੇ ਫੋਨ ਤੋਂ ਕਿਹਨੂੰ ਵੀ ਫੋਨ ਕਰਦਾ ਜੀ, ਯਾਰ ਦੋ ਇਹਨਾਂ ਦੇ ਫੋਨ ਤੋਂ ਲੈਂਦੇ, ਮੈਂ ਤਾਂ ਉਹ ਵੀ ਵੇਚਤਾ ਉਹਦਾ। ਬਹੁਤ ਬਹੁਤ ਮਿਹਰਬਾਨੀ। ਤਾਂ ਦਰਸ਼ਕੋ, ਇਹ ਸੀ ਰਜਨੀ ਬਾਲਾ ਦੇ ਦੋਨੇ ਪੁੱਤਰ, ਅੱਜ ਧੀ ਇੱਥੇ ਹੈ ਨਹੀਂ। ਇਹਨਾਂ ਨੇ ਗੱਲਬਾਤ ਕੀਤੀ ਕਿ ਨਵੰਬਰ ਤੋਂ ਬਾਅਦ ਸਾਡੀ ਮਾਂ ਦੇ ਨਾਲ ਸਾਡੀ ਗੱਲਬਾਤ ਨਹੀਂ ਹੋਈ। ਇਹ ਕਹਿੰਦੇ ਨੇ ਕਿ ਇਹ ਹੋਰ ਤੇ ਦੋਸ਼ ਲਾ ਰਹੇ ਨੇ ਕਿ ਸਾਰੀ ਇਸ ਗੱਲਬਾਤ ਦਾ ਦੋਸ਼ੀ ਵਿਨੋਦ ਕੁਮਾਰ ਹੈ, ਕਿਉਂਕਿ ਵਿਨੋਦ ਕੁਮਾਰ ਨੇ ਕਹਿਣ ਤੇ ਪੈਸੇ ਜਿਹੜੇ ਲੋਕਾਂ ਦੇ ਰਜਨੀ ਬਾਲਾ ਦੇ ਅਕਾਊਂਟ 'ਚ ਪਵਾਏ ਆ, ਔਰ ਰਜਨੀ ਬਾਲਾ ਨੂੰ ਵਿਨੋਦ ਕੁਮਾਰ ਬਾਹਰ ਲੈ ਕੇ ਗਿਆ। ਇਹ ਕਹਿੰਦੇ ਸਾਨੂੰ ਸਾਡੀ ਮਾਂ ਨੇ ਇਹ ਵੀ ਨਹੀਂ ਦੱਸਿਆ ਕਿ ਉਹ ਕੈਨੇਡਾ ਦੀ ਧਰਤੀ ਤੇ ਆ ਜਾਂ ਕਿਤੇ ਹੋਰ ਆ। 1 ਸਾਲ ਦਾ ਸਮਾਂ ਇਹ ਕਹਿੰਦੇ ਹੋ ਗਿਆ ਉਹਨੂੰ ਬਾਹਰ ਤੋਂ ਆਈ ਨੂੰ, ਪਰ ਗੱਲਬਾਤ ਇਹਨਾਂ ਦੀ ਨਹੀਂ ਹੋਈ। ਇਹ ਕਹਿੰਦੇ ਅਸੀਂ ਆਪਣੀ ਮਾਂ ਨੂੰ ਮਿਲਣਾ ਚਾਹੁੰਦੇ ਹਾਂ। ਤਾਂ ਦਰਸ਼ਕੋ, ਇਹ ਸੀ ਰਜਨੀ ਬਾਲਾ ਦਾ ਪਰਿਵਾਰ, ਰਜਨੀ ਬਾਲਾ ਦੀ ਮਾਤਾ ਤੇ ਉਸਦੇ ਰਜਨੀ ਬਾਲਾ ਦੇ ਬੱਚੇ। ਮਾਤਾ ਨੇ ਦੱਸਿਆ ਕਿ ਰਜਨੀ ਬਾਲਾ ਨੇ ਵਿਦੇਸ਼ ਜਾਣ ਤੋਂ 1 ਦਿਨ ਪਹਿਲਾਂ ਘਰ ਦੇ ਵਿੱਚ ਦੱਸਿਆ ਕਿ ਮੈਂ ਵਿਦੇਸ਼ ਚੱਲੀ ਹਾਂ। ਉਹਨੇ ਆਪਣੇ ਗਹਿਣੇ ਗੱਟੇ ਵੇਚ ਕੇ ਪੈਸੇ ਇਕੱਠੇ ਕੀਤੇ, ਔਰ ਬੱਚੇ ਵੀ ਕਹਿੰਦੇ ਨੇ ਕਿ ਸਾਡੀ ਮਾਂ ਜਦੋਂ ਵਿਦੇਸ਼ ਗਈ ਹੈ ਉਹਨਾਂ ਨੇ ਸਾਨੂੰ ਪਹਿਲਾਂ ਕੁਝ ਨਹੀਂ ਦੱਸਿਆ, ਔਰ ਵਿਦੇਸ਼ ਜਾ ਕੇ ਨਵੰਬਰ ਦੇ ਵਿੱਚ ਸਾਨੂੰ ਕਾਲ ਕੀਤੀ ਹੈ, ਇਸ ਤੋਂ ਬਾਅਦ ਕਾਲ ਨਹੀਂ ਕੀਤੀ। ਸਾਨੂੰ ਅੱਜ ਨਹੀਂ ਪਤਾ ਕਿ ਸਾਡੀ ਮਾਂ ਕਿੱਥੇ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਸਾਡੇ ਤੇ ਦੋਸ਼ ਲਾਉਂਦੇ ਨੇ ਕਿ ਸਾਡੇ ਘਰ ਵਿੱਚ ਪੈਸੇ ਫੜਾ ਕੇ ਜਾਂਦੇ ਸੀ, ਜਾਂ ਜਿਹੜੇ ਵਿਦੇਸ਼ ਜਾਣ ਦੀ ਚਾਹਤ ਰੱਖਦੇ ਸੀ, ਜਾਂ ਜਿਨ੍ਹਾਂ ਨੇ ਰਜਨੀ ਬਾਲਾ ਦੇ ਨਾਲ ਗੱਲਬਾਤ ਕੀਤੀ ਹੈ, ਉਹ ਮਾਤਾ ਰਜਨੀ ਬਾਲਾ ਦੀ ਕਹਿ ਰਹੀ ਹੈ ਕਿ ਉਹ ਲੋਕ ਅੱਜ ਸਾਨੂੰ ਡਰਾ ਧਮਕਾ ਰਹੇ ਨੇ। ਪਰ ਜਦੋਂ ਉਹਨਾਂ ਲੋਕਾਂ ਨੇ ਰਜਨੀ ਬਾਲਾ ਦੇ ਨਾਲ ਗੱਲਬਾਤ ਕੀਤੀ ਸੀ, ਵਿਦੇਸ਼ ਜਾਣ ਦੀ ਗੱਲਬਾਤ ਕਰਦੇ ਸੀ, ਉਦੋਂ ਸਾਨੂੰ ਨਹੀਂ ਦੱਸਿਆ। ਪਰ ਅੱਜ ਜੇ ਉਹਨਾਂ ਦੇ ਪੈਸੇ ਫਸ ਗਏ ਨੇ ਜਾਂ ਉਹਨਾਂ ਨਾਲ ਠੱਗੀ ਵੱਜ ਗਈ, ਤਾਂ ਅੱਜ ਉਹ ਲੋਕ ਸਾਨੂੰ ਡਰਾ ਧਮਕਾ ਰਹੇ ਨੇ। ਪਰ ਦੂਜੇ ਪਾਸੇ ਉਹ ਲੋਕਾਂ ਨਾਲ ਵੀ ਗੱਲਬਾਤ ਕੀਤੀ, ਉਹਨਾਂ ਵੀਰਾਂ ਨਾਲ, ਉਹਨਾਂ ਭੈਣਾਂ ਨਾਲ ਵੀ ਗੱਲਬਾਤ ਕੀਤੀ ਜਿਹੜੇ ਵਿਦੇਸ਼ ਜਾਣ ਦੀ ਚਾਹਤ ਰੱਖਦੇ ਸੀ, ਜਿਨ੍ਹਾਂ ਦੇ ਸੁਪਨੇ ਸੀ ਕਿ ਅਸੀਂ ਕੈਨੇਡਾ ਦੀ ਧਰਤੀ ਤੇ ਜਾਵਾਂਗੇ। ਲੱਖਾਂ ਰੁਪਏ ਉਹਨਾਂ ਨੇ ਰਜਨੀ ਬਾਲਾ ਦੇ ਅਕਾਊਂਟ ਵਿੱਚ ਪਾਏ, ਖਾਤੇ ਦੇ ਵਿੱਚ ਟ੍ਰਾਂਸਫਰ ਕੀਤੇ। ਇਹ ਲੋਕ ਕਹਿ ਰਹੇ ਨੇ ਕਿ ਸਾਡੇ ਨਾਲ ਰਜਨੀ ਬਾਲਾ ਨੇ ਠੱਗੀ ਮਾਰੀ ਹੈ। ਰਜਨੀ ਬਾਲਾ ਕਹਿ ਰਹੀ ਹੈ ਕਿ ਉਹਨਾਂ ਲੋਕਾਂ ਨੇ ਅੱਗੇ ਜਿਨ੍ਹਾਂ ਲੋਕਾਂ ਨਾਲ ਉਹਨੇ ਗੱਲਬਾਤ ਕੀਤੀ ਸੀ, ਜਿਨ੍ਹਾਂ ਲੋਕਾਂ ਰਾਹੀਂ
ਇਹ ਰਾਮਪੁਰੇ ਦੇ ਲੋਕਾਂ ਨੂੰ ਔਰ ਇਹਨਾਂ ਭੈਣਾਂ ਨੂੰ ਤੇ ਵੀਰਾਂ ਨੂੰ ਕੈਨੇਡਾ ਲੈ ਕੇ ਜਾਣਾ ਸੀ। ਉਹਨਾਂ ਲੋਕਾਂ ਨੇ ਸਾਰੇ ਦੇ ਸਾਰੇ ਪੈਸੇ ਅੱਗੇ ਟ੍ਰਾਂਸਫਰ ਆਪਣੇ ਅਕਾਊਂਟਾਂ ਦੇ ਵਿੱਚ ਕਰ ਰਹੇ। ਰਜਨੀ ਬਾਲਾ ਕਹਿ ਰਹੀ ਹੈ ਕਿ ਮੇਰੇ ਨਾਲ ਠੱਗੀ ਵੱਜੀ ਹੈ, ਮੈਂ 1 ਸਾਲ ਤੋਂ ਦਰ ਦੀਆਂ ਠੋਕਰਾਂ ਖਾ ਰਹੀ ਹਾਂ। ਉਹ ਕਹਿ ਰਹੀ ਹੈ ਕਿ ਕੈਨੇਡਾ ਦੀ ਧਰਤੀ ਤੇ ਲਿਜਾਣ ਦੀ ਬਜਾਏ ਮੈਨੂੰ ਇਹਨਾਂ ਲੋਕਾਂ ਨੇ ਕਿਸੇ ਹੋਰ ਥਾਂ ਤੇ ਲੈ ਗਏ ਔਰ 1 ਸਾਲ ਹੋ ਗਿਆ ਕਹਿੰਦੀ ਮੈਂ ਉੱਥੋਂ ਵਿਦੇਸ਼ ਤੋਂ ਵਾਪਸ ਪਰਤੀ ਨੂੰ। ਉੱਥੇ ਮੈਨੂੰ ਜਬਰੀ ਜੈਸਮ ਫਰੋਸੀ ਦੇ ਧੰਦੇ 'ਚ ਪਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ। ਉਹ ਕਹਿ ਰਹੀ ਹੈ ਕਿ ਮੈਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਮਿਲਣ ਤੋਂ ਤਰਸ ਰਹੀ ਹਾਂ। ਉਹ ਇਹ ਵੀ ਕਹਿ ਰਹੀ ਹੈ ਕਿ ਇਹ ਜੋ ਲੋਕ ਨੇ ਜਿਨ੍ਹਾਂ ਨੇ ਮੇਰੇ ਅਕਾਊਂਟ ਦੇ ਵਿੱਚ ਪੈਸੇ ਪਾਏ, ਖਾਤੇ ਦੇ ਵਿੱਚ ਪੈਸੇ ਪਾਏ ਆ, ਉਹ ਲੋਕ ਮੇਰੇ ਪਰਿਵਾਰ ਨੂੰ ਡਰਾ ਧਮਕਾ ਰਹੇ ਨੇ। ਪਰ ਇਹ ਲੋਕ ਇੱਥੇ ਸਵਾਲ ਖੜਾ ਕਰ ਰਹੇ ਨੇ ਕਿ ਜੇਕਰ ਉਸ ਦੀ ਪਰਿਵਾਰ ਦੇ ਨਾਲ ਗੱਲਬਾਤ ਨਹੀਂ ਹੁੰਦੀ ਤਾਂ ਇਹ ਡਰਾਉਣ ਧਮਕਾਉਣ ਵਾਲੀਆਂ ਗੱਲਾਂ ਰਜਨੀ ਬਾਲਾ ਤੱਕ ਕਿਸ ਤਰ੍ਹਾਂ ਪਹੁੰਚਦੀਆਂ ਨੇ। ਸੋ ਦਰਸ਼ਕੋ, ਸੋਚਣ ਵਾਲੀ ਗੱਲ ਹੈ। ਜੇਕਰ ਤੁਸੀਂ ਵਿਦੇਸ਼ ਦੀ ਧਰਤੀ ਤੇ ਜਾਣਾ ਚਾਹੁੰਦੇ ਹੋ ਜ਼ਰੂਰ ਜਾਓ, ਪਰ ਇਸ ਤਰ੍ਹਾਂ ਠੱਗੀ ਦੇ ਸ਼ਿਕਾਰ ਨਾ ਹੋ। ਪੂਰੀ ਘੋਖ ਪੜਤਾਲ ਕਰਕੇ ਜਾਓ, ਕਿਸੇ ਚੰਗੇ ਇਮੀਗ੍ਰੇਸ਼ਨ ਸੰਸਥਾ ਤੋਂ, ਕਿਸੇ ਚੰਗੇ ਏਜੰਟ ਰਾਹੀਂ, ਕੋਈ ਆਪਣੇ ਭਰੋਸੇਯੋਗ ਵਿਅਕਤੀ ਰਾਹੀਂ ਵਿਦੇਸ਼ ਦੀ ਧਰਤੀ ਤੇ ਜਾਓ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਠੱਗੀ ਨਾ ਖਾਣੀ ਪਵੇ, ਠੱਗੀ ਦੀ ਮਾਰ ਨਾ ਪਵੇ। ਤੁਸੀਂ ਠੱਗੀ ਵੱਜਣ ਤੋਂ ਬਾਅਦ ਦਰ ਦੀਆਂ ਠੋਕਰਾਂ ਨਾ ਖਾਓ। ਇਨਸਾਫ ਲਈ ਤੁਸੀਂ ਦਰ ਨਾ ਭੜਕੋ। ਸੋ ਦਰਸ਼ਕੋ, ਅੱਜ ਲਈ ਬਸ ਇੰਨੇ। ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਧੰਨਵਾਦ।